हाँ जी ਸ਼ੇਅਰ ਜਿਹੜੀ ਆਪਾਂ ਕਰਨੀ ਹੈ ਇੱਥੋਂ ਤੁਹਾਡੇ ਕੋਲ ਇੱਕ ਜੋ ਤੁਸੀਂ ਖੋਲਿਆ ਨਾ ਹਰੇ ਰੰਗ ਦਾ ਇੱਕ ਐਰੋ ਜਿਹਾ ਆਉਂਦਾ ਹੋਣਾ ਡੱਬੇ ਜਿਹੇ ਤੇ ਬਣਿਆ ਉਹ ਸਕਰੀਨ ਸ਼ੇਅਰ ਹੈ ਉੱਥੇ ਹੈਗਾ ਸਰ ਤੋਂ ਫਾਈਲ ਸਿਲੈਕਟ ਜਦੋਂ ਕਰਨੀ ਹੈ ਆਪਾਂ ਤੁਸੀਂ ਹੁਣ ਕਦ ਤੋਂ ਕਰ ਰਹੇ ਹੋ ਮੈਂ ਲੈਪਟਾਪ ਤੇ ਕਰ ਰਿਹਾ ਜੀ ਲੈਪਟਾਪ ਤੋਂ ਤੁਸੀਂ ਇਦਾਂ ਕਰੋ ਸਕਰੀਨ ਸ਼ੇਅਰ ਇਹ ਤੁਸੀਂ ਹੁਣ ਜੁਆਇਨ ਕਰ ਚੁੱਕੇ ਮੈਂ ਤੁਹਾਨੂੰ ਕੋ ਹੋਸਟ ਬਣਾ ਚੁੱਕਾ ਹਾਂ ਤੁਸੀਂ ਸ਼ੇਅਰ ਕਰ ਸਕਦੇ ਇੱਕ ਗ੍ਰੀਨ ਜਿਹਾ ਡੱਬਾ ਹੈ ਉਹਦੇ ਵਿੱਚ ਐਰੋ ਬਣਿਆ ਉੱਪਰ ਨੂੰ ਲਿਖਿਆ ਸ਼ੇਅਰ ਹਾਂਜੀ ਹਾਂਜੀ ਹੈਗਾ ਆ ਹਾਂ ਇਹਨੂੰ ਕਲਿੱਕ ਕਰੋ ਉੱਥੇ ਕਰ ਦਿੱਤਾ ਕਲਿੱਕ ਹਾਂਜੀ ਹੁਣ ਕੀ ਆ ਰਿਹਾ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਤਾਂ ਖੁੱਲ ਰਿਹਾ ਜ਼ੂਮ ਮੀਟਿੰਗ ਦਾ ਡਾਇਲੌਗ ਬਾਕਸ ਖੁੱਲ ਰਿਹਾ ਅੱਛਾ ਜੀ ਤੇ ਨਾਲ ਤੁਸੀਂ ਉਹ ਖੋਲ ਲਓ ਜੋ ਤੁਸੀਂ ਆਪਣੀ ਸਲਾਈਡ ਚਲਾਣੀ ਹੈ ਪੀਡੀਐਫ ਜਿਹੜਾ ਫਾਰਮੈਟ ਬਣਾਇਆ ਨਾ ਉਹਨੂੰ ਖੋਲ ਲਓ ਆ ਦੇਖੋ ਉਹ ਵੀ ਨਾਲ ਸ਼ੋ ਹੋਊਗਾ ਫਿਰ ਉੱਤੇ ਕਲਿੱਕ ਕਰ ਦਿਓ ਅੱਛਾ ਲਾਂਚ ਜ਼ੂਮ ਐਪ ਜਿਹੜੀ ਉਹ ਵਾਲੀ ਆ ਰਹੀ ਆ ਨਹੀਂ ਤੁਸੀਂ ਆਪਣੀ ਜਿਹੜੀ ਫਾਈਲ ਚਲਾਣੀ ਆ ਨਾ ਹਾਂਜੀ ਉਹਨੂੰ ਹਾਂਜੀ ਓਪਨ ਕਰ ਦਿਓ ਪਹਿਲਾਂ ਓਪਨ ਕਰੋ ਕਰਕੇ ਉਹ ਮਿਨੀਮਾਈਜ਼ ਕੀਤੀ ਹੋਈ ਹੈ ਜੀ ਤੁਹਾਡੀ ਆਵਾਜ਼ ਘੱਟ ਆ ਰਹੀ ਥੋੜੀ ਜਿਹੀ ਆਵਾਜ਼ ਵਧਾਓ ਆਪਣੀ ਮੈਂ ਸਰ ਉਹ ਫਾਈਲ ਮੈਂ ਹੈਲੋ ਹਾਂਜੀ 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 ਕਰੋ ਆਪਣੀ ਫਾਈਲ ਖੋਲਤੀ ਤੁਸੀਂ ਹਾਂਜੀ ਫਾਈਲ ਖੁੱਲੀ ਹੈ ਜੀ ਅੱਛਾ ਹੁਣ ਸਕਰੀਨ ਸ਼ੇਅਰ ਤੇ ਜਾਓ ਅੱਛਾ ਮੈਂ ਜੁਆਇਨ ਕਰ ਰਿਹਾ ਠੀਕ ਹੈ ਹਾਂ ਜੁਆਇਨ ਮੀਟਿੰਗ ਹੁਣ ਹੋਈ ਹੈ ਅੱਛਾ ਦੇਖੋ ਸਰ ਆ ਰਹੀ ਆ ਹਾਂਜੀ ਹਾਂਜੀ ਹੋ ਰਹੀ ਹੈ ਬਸ ਹੋ ਗਈ ਹੈ ਇਹੀ ਹੈ ਨਾ ਰੈੱਡ ਕਲਰ ਦੀ ਬਣਾਈ ਹੋਈ ਹਾਂਜੀ ਹਾਂਜੀ ਬਸ ਹੋ ਗਈ ਸਰ ਹੋ ਗਈ ਮੇਰੀ ਆਵਾਜ਼ ਸੁਣ ਰਹੇ ਸਰ ਪ੍ਰੋਪਰ ਆਵਾਜ਼ ਥੋੜੀ ਜਿਹੀ ਤੁਹਾਡੀ ਘੱਟ ਆ ਰਹੀ ਹੈ ਕਦੀ ਬੰਦ ਹੋ ਜਾਂਦੀ ਕਦੀ ਆ ਜਾਂਦੀ ਹੈ ਮੈਂ ਜੁਆਇਨ ਕਰਾ ਦੇਵਾਂ ਜੀ ਦੇਖੋ ਆਵਾਜ਼ ਹੁਣ ਪ੍ਰੋਪਰ ਆਵਾਜ਼ ਘੱਟ ਹੈ ਥੋੜੀ ਜਿਹੀ ਆਵਾਜ਼ ਥੋੜਾ ਜਿਹਾ ਮਾਈਕ ਨੇੜੇ ਕਰ ਲਓ ਅੱਛਾ ਜੀ ਇੱਥੋਂ ਸਲਾਈਡ ਸਰ ਜਿਹੜੀ ਮੂਵ ਕਰਨੀ ਆ ਉਹ ਆਪਾਂ ਆਪਣੇ ਆਪ ਹੋ ਜਾਣੀ ਆ ਜਾਂ ਨਹੀਂ ਤੁਸੀਂ ਕਰਨੀ ਹੈ ਅੱਛਾ ਇੱਥੋਂ ਅੱਗੇ ਕਰੀ ਜਾਣਾ ਆਪਾਂ ਨਾ ਅੱਗੇ ਕਰੀ ਜਾਓ ਠੀਕ ਹੈ ਇਹਦਾ ਸਲਾਈਡ ਦਾ ਸਾਈਜ਼ ਦੇਖੋ ਤਾਂ ਠੀਕ ਹੈ ਜਿੰਨਾ ਵੀ ਪ੍ਰੈਜੈਂਟੇਸ਼ਨ ਦਾ ਨਾ ਸਾਰਾ ਤੁਹਾਡੇ ਹੱਥ 'ਚ ਹੀ ਹੈ ਜਿੱਦਾਂ ਤੁਸੀਂ ਮਰਜ਼ੀ ਕਰੀ ਜਾਓ ਅੱਛਾ ਜੀ ਠੀਕ ਹੈ ਜੋ ਮੇਰੇ ਕੋਲ ਪਾਵਰ ਆ ਉਹੀ ਤੁਹਾਡੇ ਕੋਲ ਹੈ ਓਕੇ ਸਰ ਜੀ ਕਰੀਏ ਸ਼ੁਰੂ ਫਿਰ ਸਰ ਹਾਂਜੀ ਸਰ ਹਾਂਜੀ ਕਰੋ ਜੀ ਪਲੀਜ਼ ਹੈਲੋ ਹੈਲੋ ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਰ ਜੀ ਤੇ ਪਿਆਰੇ ਸਿਖਿਆਰਥੀਓ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਹੇਮਰਾਜ ਡਰਾਫਟਸਮੈਨ ਸਿਵਲ ਇੰਸਟ੍ਰਕਟਰ ਆਈਟੀ ਫਗਵਾੜਾ ਤੋਂ ਅੱਜ ਦਾ ਟੌਪਿਕ ਆਪਾਂ ਕਵਰ ਕਰ ਰਹੇ ਹਾਂ ਰੀਇਨਫੋਰਸਡ ਸੀਮੈਂਟ ਕੰਕਰੀਟ ਸਟਰਕਚਰਸ ਜਿਹਦੇ ਵਿੱਚ ਆਪਾਂ ਆਰਸੀਸੀ ਬਾਰੇ ਜਾਣਾਂਗੇ ਵੀ ਆਰਸੀਸੀ ਸਟਰਕਚਰਸ ਕੀ ਹੁੰਦੀਆਂ ਹਨ ਤੇ ਆਪ ਸਭ ਦਾ ਸਭ ਤੋਂ ਪਹਿਲਾਂ ਵੈਲਕਮ ਨਿਮੀ ਚੈਨਲ ਤੇ ਉਸ ਤੋਂ ਬਾਅਦ ਆਪਾਂ ਚਲੋ ਅੱਗੇ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਸ਼ੁਰੂ ਕਰ ਰਹੇ ਹਾਂ ਆਪਾਂ ਜੀ ਮਿਸ਼ਨ ਫਤਿਹ ਪੰਜਾਬ ਦੀ ਪੰਜਾਬ ਦੇ ਨਾਲ ਇਸ ਦੇ ਵਿੱਚ ਸਾਨੂੰ ਮੇਨ ਇਹਦੇ ਵਿੱਚ ਕੀ ਦੱਸਿਆ ਗਿਆ ਜੋ ਵੀ ਪੰਜਾਬ ਸਰਕਾਰ ਵੱਲੋਂ ਗਾਈਡਲਾਈਨ ਸਾਨੂੰ ਟਾਈਮ ਤੋਂ ਟਾਈਮ ਮਿਲਦੀਆਂ ਉਹਦੇ ਵਿੱਚ ਹੈਗਾ ਨੰਬਰ 1 ਵੀਅਰਿੰਗ ਮਾਸਕ ਪਹਿਨ ਕੇ ਰੱਖਣਾ ਵਾਸ਼ਿੰਗ ਹੈਂਡਸ ਰੈਗੂਲਰਲੀ ਆਪਣੇ ਹੱਥ ਧੋਣੇ ਮੇਨਟੇਨ ਸੋਸ਼ਲ ਡਿਸਟੈਂਸ ਟੇਕਿੰਗ ਕੇਅਰ ਆਫ ਐਲਡਰਲੀ ਆਪਣੇ ਵੱਡਿਆਂ ਦਾ ਖਿਆਲ ਰੱਖਣਾ ਰਿਮੇਨਿੰਗ ਵਿਜੀਲੈਂਟ ਅਬਾਊਟ ਐਂਟਰੀ ਆਪਣੇ ਬਾਹਰ ਤੋਂ ਆਉਣ ਵਾਲੇ ਲੋਕਾਂ ਦਾ ਆਊਟਸਾਈਡਰ ਜਿਹੜੇ ਵੀ ਲੋਕ ਬਾਹਰੋਂ ਆ ਰਹੇ ਉਹਨਾਂ ਦਾ ਖਿਆਲ ਰੱਖਣਾ ਤੇ ਕੋਵਾ ਐਪ ਨੂੰ ਆਪਣੇ ਫੋਨ ਜਾਂ ਲੈਪਟਾਪ ਦੇ ਵਿੱਚ ਇੰਸਟਾਲ ਕਰਨਾ ਇੰਪੋਰਟੈਂਸ ਆਫ ਹੋਮ ਕੁਆਰੰਟਾਈਨ ਦੀ ਜਿਹੜੀ ਇੰਪੋਰਟੈਂਸ ਹੈ ਉਹਨੂੰ ਸਮਝਣਾ ਕੀ ਚੀਜ਼ ਹੁੰਦੀ ਹੈ ਇਹ ਕਿੱਦਾਂ ਇਹਦੇ ਰੂਲ ਫੋਲੋ ਕਰਨੇ ਆ ਸਿੰਪਟਮਸ ਆਫ ਫਲੂ ਐਂਡ ਐਕਸ਼ਨ
ਜੇਕਰ ਤੁਹਾਨੂੰ ਕੋਈ ਕਰੋਨਾ ਦੇ ਲੱਛਣ ਜਾਂ ਕੋਈ ਸਿੰਪਟਮ ਦਿਖ ਰਿਹਾ ਉਹਨੂੰ ਤੁਸੀਂ ਆਪਣੇ ਨੇੜੇ ਦੇ ਹਸਪੀਟਲ ਤੇ ਰਿਪੋਰਟ ਕਰਨਾ। ਰਿਸਟ੍ਰਿਕਸ਼ਨ ਡਿਊਰਿੰਗ ਲੋਕਡਾਊਨ ਦੌਰਾਨ ਜਿਹੜੀਆਂ ਵੀ ਤੁਹਾਡੀਆਂ ਆਪਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਪਾਲਣ ਕਰਨਾ। ਕਮਿਊਨਿਟੀ ਮੋਬਿਲਾਈਜੇਸ਼ਨ ਟੂ ਜੁਆਇੰਟ ਫਾਈਟ ਅਗੇਂਸਟ ਪੈਂਡੇਮਿਕ। ਇਸ ਮਹਾਮਾਰੀ ਦੌਰਾਨ ਇਕੱਠੇ ਹੋ ਕੇ ਸਾਰਿਆਂ ਨੇ ਲੜਨਾ। ਇਹ ਸਾਰੇ ਸਾਨੂੰ ਦਿਸ਼ਾ ਨਿਰਦੇਸ਼ ਜੋ ਵੀ ਦਿੱਤੇ ਗਏ ਹਨ ਇਹਨਾਂ ਦਾ ਅਸੀਂ ਪਾਲਣ ਕਰਨਾ। ਉਸ ਤੋਂ ਬਾਅਦ ਆਪਾਂ ਹੁਣ ਆਪਣੇ ਟੌਪਿਕ ਤੇ ਆ ਰਹੇ ਹਾਂ ਜੀ। ਟੌਪਿਕ ਤੇ ਆ ਰਹੇ ਹਾਂ। ਅੱਜ ਦਾ ਆਪਣਾ ਟੌਪਿਕ ਜਿਹੜਾ ਹੈ RCC ਸਟਰਕਚਰਸ। ਲਰਨਿੰਗ ਆਬਜੈਕਟਸ ਕੀ ਹੈ? ਇਹਦੇ ਵਿੱਚ ਲਰਨਿੰਗ ਆਬਜੈਕਟ ਅਸੀਂ ਸਭ ਤੋਂ ਪਹਿਲਾਂ ਸਿੱਖਾਂਗੇ what is RCC। RCC ਕੀ ਚੀਜ਼ ਹੈ? what is the purpose of RCC। RCC ਦਾ ਕੀ ਯੋਗਦਾਨ ਹੈ? ਮਟੀਰੀਅਲਸ ਯੂਜ਼ਡ ਇਨ ਦੀ RCC। ਅਸੀਂ ਕਿਹੜੇ ਕਿਹੜੇ ਮਟੀਰੀਅਲ RCC ਦੇ ਵਿੱਚ ਵਰਤਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਅੱਗੇ what are different types of RCC structure। RCC ਦੀਆਂ ਜਿਹੜੀਆਂ ਬਿਲਡਿੰਗਾਂ ਆ ਉਹ ਕਿਹੜੇ ਕਿਹੜੇ ਤਰ੍ਹਾਂ ਦੀਆਂ ਹੁੰਦੀਆਂ ਹਨ। ਫਿਰ ਹੈਗਾ what type of steel and cement used in RCC। ਅਸੀਂ ਜਿਹੜਾ ਸੀਮੈਂਟ ਤੇ ਸਰੀਆ ਉਹ RCC ਵਿੱਚ ਕਿਹੜਾ ਕਿਹੜਾ ਵਰਤਦੇ ਹਾਂ। what is the slabs column beam retaining wall। ਜਿਹੜੀਆਂ ਕਾਲਮ ਆ ਛੱਤਾਂ ਪਾਉਂਦੇ ਹਾਂ ਅਸੀਂ, ਬੀਮ ਬਣਾਉਂਦੇ ਹਾਂ RCC ਦੇ ਵਿੱਚ, ਉਹਨਾਂ ਦਾ ਕਿਹੜੇ ਕਿਹੜੇ ਕਿਸਮ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਇਨੋਵੇਟਿਵ ਸਟਰਕਚਰਸ। ਅੱਜ ਕੱਲ੍ਹ ਜੋ ਅਸੀਂ ਨਵੇਂ ਆਈਡੀਏ ਦੇ ਨਾਲ ਆਪਣੀਆਂ ਬਿਲਡਿੰਗਾਂ ਬਣਾ ਰਹੇ ਹਾਂ ਉਹ ਸਾਡਾ ਇਨੋਵੇਟਿਵ ਸਟਰਕਚਰਸ ਆ। ਸੋ ਆਪਾਂ ਸਲਾਈਡ ਪਹਿਲੀ ਤੋਂ ਸ਼ੁਰੂ ਕਰ ਰਹੇ ਹਾਂ ਜੀ। ਇੰਟਰੋਡਕਸ਼ਨ ਟੂ RCC। RCC ਅਸਲ 'ਚ ਕੀ ਚੀਜ਼ ਆ? RCC ਇੱਕ ਕੰਪੋਜ਼ਿਟ ਮਟੀਰੀਅਲ ਆ। ਕੰਪੋਜ਼ਿਟ ਮਟੀਰੀਅਲ ਮਤਲਬ ਜਿਹੜਾ ਸੀਮੈਂਟ, ਰੇਤਾ, ਬਜਰੀ ਤੋਂ ਮਿਕਸ ਕਰਕੇ ਆਪਾਂ ਬਣਾਇਆ ਜਾਂਦਾ। ਜਿਵੇਂ ਕਿ ਆਪਾਂ ਨੂੰ ਪਤਾ ਹੈ ਵੀ ਜਿਹੜਾ PCC ਆ ਉਹ ਵੀਕ ਆ ਇਨ ਟੈਂਸਾਈਲ ਸਟ੍ਰੈਸਸ ਦੇ ਵਿੱਚ। ਜਿਹੜਾ ਖਿੱਚ ਵਾਲਿਆ ਨਾ ਉਹ PCC ਜਿਹੜੀ ਆ ਇਕੱਲੀ ਨਹੀਂ ਲੈ ਸਕਦੀ। ਤੁਸੀਂ ਸਲਾਈਡ ਦੇ ਵਿੱਚ ਦੇਖ ਸਕਦੇ ਆ, ਦੇਖੋ ਜਿਹੜਾ PCC ਆ ਪਲੇਨ ਸੀਮੈਂਟ ਕੰਕਰੀਟ, ਉਹ ਸਿਰਫ ਕਿੰਨਾ 5 ਨਿਊਟਨ ਪਰ ਜਿਹੜਾ MM ਸਕੁਅਰ ਟੈਂਸਾਈਲ ਸਟ੍ਰੈਸ ਲੈ ਸਕਦੀ, ਜਦ ਕਿ ਪਲੇਨ ਕੰਕਰੀਟ 15 ਨਿਊਟਨ ਪਰ MM ਸਕੁਅਰ ਲੈ ਸਕਦੀ ਆ। ਇਸ ਕਰਕੇ ਇਸ ਕਰਕੇ RCC ਨੂੰ ਅਸੀਂ ਮਜ਼ਬੂਤ ਕਰਨ ਦੇ ਲਈ ਉਹਦੇ ਵਿੱਚ ਸਟੀਲ ਰੋਡਸ ਪ੍ਰੋਵਾਈਡ ਕਰਾਉਂਦੇ ਹਾਂ, ਸਟੀਲ ਰੋਡ ਪਾਉਂਦੇ ਹਾਂ। ਉਹਨਾਂ ਸਟੀਲ ਰੋਡਸ ਨੂੰ ਪਾਉਣ ਦਾ ਜਿਹੜਾ ਮੈਥਡ ਆ ਉਹ ਅਕੋਰਡਿੰਗ ਟੂ ਡਰਾਇੰਗ ਜੋ ਵੀ ਸਾਨੂੰ ਡਿਜ਼ਾਈਨ ਹੁੰਦਾ ਉਹਦੇ ਮੁਤਾਬਕ ਅਸੀਂ ਪਾਉਂਦੇ ਹਾਂ। ਤੇ ਇਹਨਾਂ ਸਟੀਲ ਰੀਇਨਫੋਰਸਮੈਂਟ ਨੂੰ ਸਟੀਲ ਦੇ ਵਿੱਚ ਐਮਬੈਡ ਕਰਨਾ, ਐਮਬੈਡਡ ਸਟੀਲ ਰੀਇਨਫੋਰਸਮੈਂਟ ਆਰ ਕਾਲਡ RCC, ਠੀਕ ਹੈ ਜੀ। ਜਦੋਂ ਅਸੀਂ ਸਟੀਲ ਰੀਇਨਫੋਰਸਮੈਂਟ ਉਹਦੇ ਵਿੱਚ ਪ੍ਰੋਵਾਈਡ ਕਰਾਉਂਦੇ ਹਾਂ ਤਾਂ ਉਸ ਨੂੰ ਅਸੀਂ RCC ਕਹਿੰਦੇ ਹਾਂ। RCC ਦਾ ਮਤਲਬ ਇਹ ਕੀ ਆ, ਜਿਹੜੀ RCC ਸਾਡੀ ਸਟਰਕਚਰ ਬਣਦੀ ਆ ਉਹ ਟੈਂਸਾਈਲ ਸਟ੍ਰੈਸਸ ਐਜ਼ ਵੈਲ ਐਜ਼ ਤੇ ਕੰਪਰੈਸਿਵ ਸਟ੍ਰੈਸਸ ਦੋਨਾਂ ਨੂੰ ਚੱਕਣ ਲਈ ਮਜ਼ਬੂਤ ਹੁੰਦੀ ਹੈ। ਇਸ ਤੋਂ ਬਾਅਦ ਸਾਡਾ ਅਗਲਾ ਹੈਗਾ ਜੀ ਮਟੀਰੀਅਲਸ ਯੂਜ਼ਡ ਇਨ RCC। ਅਸੀਂ RCC ਦੇ ਵਿੱਚ ਕਿਹੜਾ ਮਟੀਰੀਅਲ ਵਰਤਦੇ ਹਾਂ। ਮਟੀਰੀਅਲ ਦੇ ਵਿੱਚ ਸਭ ਤੋਂ ਪਹਿਲਾਂ ਮੇਨ ਸਾਡਾ ਜਿਹੜਾ ਪਾਰਟ ਆਉਂਦਾ ਸੀਮੈਂਟ। ਸੀਮੈਂਟ ਆਪਾਂ ਐਕਟ ਕਰਦਾ ਐਜ਼ ਏ ਬਾਈਂਡਿੰਗ ਮਟੀਰੀਅਲ, ਜਿਹੜਾ ਕਿ ਸਾਰੇ ਕਣਾਂ ਨੂੰ ਸੀਮੈਂਟ, ਰੇਤਾ, ਬਜਰੀ, ਫਾਈਨ ਐਗਰੀਗੇਟ, ਕੋਰਸ ਐਗਰੀਗੇਟ, ਇਹ ਸਾਰੇ ਜਿਹੜੇ ਕਣਾਂ ਨੂੰ ਆਪਸ ਵਿੱਚ ਬੰਨ੍ਹ ਕੇ ਰੱਖਦਾ ਉਹਨੂੰ ਆਪਾਂ ਸੀਮੈਂਟ ਕਹਿੰਦੇ ਹਾਂ। ਐਗਰੀਗੇਟ ਦੋ ਤਰ੍ਹਾਂ ਦੇ ਆ, ਕੋਰਸ ਐਂਡ ਫਾਈਨ। ਕੋਰਸ ਐਗਰੀਗੇਟ ਜਿਹੜਾ ਆ ਜਿਹਨੂੰ ਆਪਾਂ ਬਜਰੀ ਕਹਿੰਦੇ ਹਾਂ, ਤੇ ਫਾਈਨ ਐਗਰੀਗੇਟਸ ਉਹ ਆ ਜਿਹਨੂੰ ਆਪਾਂ ਰੇਤਾ ਕਹਿੰਦੇ ਹਾਂ। ਰੇਤੇ ਦੇ ਵੀ ਅੱਗੇ ਦੋ ਕਿਸਮਾਂ ਆ ਜਿਹਦੇ ਵਿੱਚ ਕੋਰਸ ਸੈਂਡ ਤੇ ਫਾਈਨ ਸੈਂਡ ਹੁੰਦਾ। ਸਟੀਲ ਹੈਗਾ ਜੀ ਐਜ਼ ਏ ਰੀਇਨਫੋਰਸਿੰਗ ਮਟੀਰੀਅਲ, ਕਿਉਂਕਿ ਸਟੀਲ ਅਸੀਂ ਇਸ ਕਰਕੇ ਪਾਉਂਦੇ ਹਾਂ ਕੋਐਫੀਸ਼ੀਐਂਟ ਆਫ ਥਰਮਲ ਐਕਸਪੈਂਸ਼ਨ ਸਟੀਲ ਤੇ ਕੰਕਰੀਟ ਦੋਨਾਂ ਦਾ ਨੀਅਰਲੀ ਸੇਮ ਹੈ। ਇਸ ਕਰਕੇ ਜਦੋਂ ਥਰਮਲ ਐਕਸਪੈਂਸ਼ਨ ਹੁੰਦੀਆਂ ਉਹਦੇ ਵਿੱਚ ਬਿਲਡਿੰਗ ਦੇ ਵਿੱਚ ਕ੍ਰੈਕਸ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ। ਇਸ ਕਰਕੇ ਸਟੀਲ ਹੀ ਪ੍ਰੋਵਾਈਡ ਕੀਤਾ ਜਾਂਦਾ ਆ, ਪਾਇਆ ਜਾਂਦਾ RCC ਸਟਰਕਚਰ ਦੇ ਵਿੱਚ। ਫਿਰ ਅੱਗੇ ਸਾਡਾ ਹੈਗਾ ਜੀ ਵਾਟਰ ਪਾਣੀ। ਅਸੀਂ ਜਦੋਂ ਇਹਨੂੰ ਸਾਰੇ ਮਿਕਸਚਰ ਨੂੰ ਮਿਕਸ ਕਰ ਲਿਆ, ਉਸ ਤੋਂ ਬਾਅਦ ਪਾਣੀ ਨੂੰ ਐਡ ਕਰਾਂਗੇ ਤਾਂ ਕਿ ਜਿਹੜਾ ਸਾਡਾ ਸੀਮੈਂਟ ਕੰਕਰੀਟ ਆ ਉਹ ਵਰਕੇਬਲ ਪੇਸਟ ਦੇ ਰੂਪ ਵਿੱਚ ਤਿਆਰ ਹੋ ਜਾਵੇ, ਅਸੀਂ ਉਹਨੂੰ ਈਜ਼ੀਲੀ ਆਪਣੇ ਸਾਈਟ ਤੇ ਕਾਸਟ ਕਰ ਸਕੀਏ, ਠੀਕ ਹੈ ਜੀ। ਇਹ ਪਾਣੀ ਦਾ ਇੱਕ ਬਹੁਤ ਵੱਡਾ ਇੰਪੋਰਟੈਂਟ ਰੋਲ ਆ। ਤੇ ਅਗਲਾ ਸਾਡਾ ਪੁਆਇੰਟ ਹੈਗਾ ਜੀ ਪ੍ਰਪੋਰਸ਼ਨਸ ਆਫ ਮਟੀਰੀਅਲ। ਪ੍ਰਪੋਰਸ਼ਨਸ ਆਫ ਮਟੀਰੀਅਲ ਦੇ ਵਿੱਚ ਹੈਗਾ ਜੀ
ਆਮ ਕਰਕੇ ਅਸੀਂ ਜਿਹੜਾ 1 2 4 ਤੇ 1 1.5 3 ਦੀ ਰੇਸ਼ੋ ਦਾ ਮਟੀਰੀਅਲ ਯੂਜ਼ ਕਰਦੇ ਹਾਂ। ਜਿਹੜੀਆਂ ਇੰਪੋਰਟੈਂਟ ਬਿਲਡਿੰਗਸ ਆ ਉਹਦੇ ਵਿੱਚ 1 2 4 ਤੋਂ ਘੱਟ ਰੇਸ਼ੋ ਦਾ ਜਿਹੜਾ ਮਸਾਲਾ ਜਾਂ ਕੰਕਰੀਟ ਅਸੀਂ ਨਹੀਂ ਪਾਉਂਦੇ। 1 2 4 ਦਾ ਮਤਲਬ ਕੀ ਆ, 1 ਪਾਰਟ ਸੀਮੈਂਟ, 2 ਪਾਰਟ ਰੇਤਾ ਤੇ 4 ਪਾਰਟ ਬਜਰੀ। ਹੁਣ ਇਹਦੇ ਵਿੱਚ ਇੱਕ ਟੇਬਲ ਬਣਿਆ ਜਿਹਦੇ ਵਿੱਚ ਲਿਖਿਆ M100 ਜਾਂ M10, ਇਹ ਹੈਗੀ ਰੇਸ਼ੋ। ਇਹਦੇ ਵਿੱਚ ਇਹਦੀ ਪ੍ਰੋਪੋਰਸ਼ਨ 1:3:6 ਹੈ, ਜਿਹਦਾ ਮਤਲਬ ਕਿ ਅੱਗੇ ਲਿਖਿਆ 10 ਨਿਊਟਨ ਪਰ mm ਸਕੁਅਰ। ਮਤਲਬ ਕੀ ਆ, ਇਹ ਰੇਸ਼ੋ ਜਿਹੜੀ ਆ 1:3:6 ਦੀ, ਤੇ 10 ਨਿਊਟਨ ਪਰ mm ਸਕੁਅਰ ਦਾ ਜਿਹੜਾ ਕੰਪਰੈਸਿਵ ਲੋਡ ਲੈ ਸਕਦੀ ਆ ਆਫਟਰ 28 ਡੇਜ਼ ਆਫ ਕਿਊਰਿੰਗ। 28 ਦਿਨਾਂ ਦੇ ਪੱਕਣ ਤੋਂ ਬਾਅਦ 10 ਨਿਊਟਨ ਪਰ mm ਸਕੁਅਰ ਜਾਂ 100 ਕਿਲੋਗ੍ਰਾਮ ਪਰ ਸੈਂਟੀਮੀਟਰ ਲੋਡ ਇਹ ਲੈ ਸਕਦੀ ਆ। ਉਸ ਤੋਂ ਬਾਅਦ ਅੱਗੇ ਹੈਗੀ ਆ M15 ਜਾਂ M150। ਇਹ ਰੇਸ਼ੋ ਨੂੰ ਆਪਾਂ 1 2 4 ਕਹਿੰਦੇ ਆ, ਜਿਹੜਾ ਕਿ ਕਾਮਨਲੀ ਆਪਾਂ ਅੱਜ ਕੱਲ ਹਰੇਕ ਸਟਰਕਚਰ ਦੇ ਵਿੱਚ ਵਰਤਦੇ ਆ। ਇਹਦਾ ਮਤਲਬ ਇਹ ਆ 15 ਨਿਊਟਨ ਪਰ mm ਸਕੁਅਰ weight ਜਿਹੜਾ ਉਹ ਕੰਪਰੈਸਿਵ ਸਟ੍ਰੈਸ ਲੈ ਸਕਦਾ ਹੈ ਇਸ ਰੇਸ਼ੋ ਦਾ ਕੰਕਰੀਟ। ਫਿਰ ਅੱਗੇ ਹੈਗਾ M20 ਜਾਂ M200। ਇਹ ਰੇਸ਼ੋ ਜਿਹੜਾ ਰਿਚ ਮਿਕਸ ਆਪਾਂ ਇਹਨੂੰ ਕਹਿੰਦੇ ਆ, ਇਹਦੀ ਰੇਸ਼ੋ 1 1.5 3 ਹੁੰਦੀ ਹੈ, ਜਿਹਦੇ ਵਿੱਚ ਇਹਦੀ ਕੰਪਰੈਸਿਵ ਸਟ੍ਰੈਸ ਹੈਗੀ, ਸਟਰੈਂਥ ਹੈਗੀ ਹੈ 20 ਨਿਊਟਨ ਪਰ mm ਸਕੁਅਰ ਜਾਂ 200 ਕਿਲੋਗ੍ਰਾਮ ਪਰ ਸੈਂਟੀਮੀਟਰ ਸਕੁਅਰ। ਫਿਰ M25 ਜਾਂ M250, ਇਹਦੀ ਰੇਸ਼ੋ 1:1:2, ਮਤਲਬ 1 ਪਾਰਟ ਸੀਮੈਂਟ, 1 ਪਾਰਟ ਰੇਤਾ ਤੇ 2 ਪਾਰਟ ਬਜਰੀ। ਇਹਦੀ ਜਿਹੜੀ ਕੰਪਰੈਸਿਵ ਸਟਰੈਂਥ ਆ ਉਹ ਲਊਗੀ 25 ਨਿਊਟਨ ਪਰ mm ਸਕੁਅਰ ਜਾਂ 250 ਕਿਲੋਗ੍ਰਾਮ ਪਰ ਸੈਂਟੀਮੀਟਰ ਸਕੁਅਰ। ਇਸ ਨੂੰ ਅਸੀਂ ਜਨਰਲੀ ਗ੍ਰੇਡਸ ਆਫ ਪ੍ਰੋਪੋਰਸ਼ਨਸ ਆਫ ਮਟੀਰੀਅਲ ਕਹਿੰਦੇ ਆ, ਕਿਸ ਪ੍ਰੋਪੋਰਸ਼ਨ ਦੇ ਵਿੱਚ ਅਸੀਂ ਮਟੀਰੀਅਲ ਨੂੰ ਪਾਉਣਾ ਹੈ। ਅੱਗੇ ਹੈਗਾ ਜੀ ਸਾਡਾ ਫਾਰਮ ਵਰਕ। ਫਾਰਮ ਵਰਕ ਇੱਕ ਟੈਂਪਰੇਰੀ ਸਟਰਕਚਰ ਨੂੰ ਬਿਲਡਿੰਗ ਨੂੰ ਬਣਾਉਣ ਲਈ ਇੱਕ ਟੈਂਪਰੇਰੀ ਢਾਂਚਾ ਹੁੰਦਾ ਹੈ। ਇਹ ਫਾਰਮ ਵਰਕ ਇੱਕ ਟੈਂਪਰੇਰੀ ਸਟੀਲ ਦਾ ਢਾਂਚਾ ਜਾਂ ਅਸੀਂ ਕਹਿ ਲਓ ਪਲਾਈ ਦਾ ਇੱਕ ਢਾਂਚਾ ਤਿਆਰ ਕਰਦੇ ਹਾਂ ਪਹਿਲਾਂ, ਜਿਸ ਨੂੰ ਅਸੀਂ ਕੰਕਰੀਟ ਸੁੱਕਣ ਤੋਂ ਬਾਅਦ ਖੋਲ ਦਿੰਦੇ ਹਾਂ। ਇਸ ਟੈਂਪਰੇਰੀ ਸਟਰਕਚਰ ਮਤਲਬ ਕੱਚੇ ਢਾਂਚੇ ਨੂੰ ਆਪਣੀ ਬਿਲਡਿੰਗ ਵਿੱਚ ਦਿੱਤੀ ਹੋਈ ਡਰਾਇੰਗ ਦੇ ਮੁਤਾਬਕ ਜਾਂ ਉਹਦੀ ਡਾਇਮੈਂਸ਼ਨਸ ਦੇ ਮੁਤਾਬਕ ਤਿਆਰ ਕਰਕੇ ਅਸੀਂ ਮੌਕੇ ਤੇ ਫਿੱਟ ਕਰਕੇ ਕੰਕਰੀਟ ਕਾਸਟ ਕਰ ਦਿੰਦੇ ਹਾਂ। ਕੰਕਰੀਟ ਕਾਸਟ ਕਰਨ ਤੋਂ ਬਾਅਦ ਜਦੋਂ ਕੰਕਰੀਟ ਸੁੱਕ ਜਾਂਦੀ ਆ, ਉਸ ਤੋਂ ਬਾਅਦ ਫਿਰ ਅਸੀਂ ਇਸ ਢਾਂਚੇ ਨੂੰ ਰਿਮੂਵ ਕਰ ਦਿੰਦੇ ਹਾਂ, ਤੇ ਸਾਡਾ ਜਿਹੜਾ ਜੋ ਵੀ ਸਾਨੂੰ ਡਿਜ਼ਾਇਰਡ ਬਿਲਡਿੰਗ ਦੀ ਸਟਰਕਚਰ ਦਿੱਤੀ ਆ, ਜੋ ਵੀ ਅਸੀਂ ਬਣਾਉਣਾ ਆ ਆਪਣੀ ਡਰਾਇੰਗ ਦੇ ਮੁਤਾਬਕ, ਉਹ ਸਾਨੂੰ ਢਾਂਚਾ ਕਹਿ ਲਓ, ਪਿੱਲਰ ਕਹਿ ਲਓ, ਸਲੈਬ ਕਹਿ ਲਓ, ਕੋਈ ਵੀ ਜਾਂ ਬੀਮ ਦੀ ਸ਼ੇਪ ਕਹਿ ਲਓ, ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਫਾਰਮ ਵਰਕ ਦਾ ਕੰਮ ਇਹੀ ਆ ਵੀ ਕੰਕਰੀਟ ਨੂੰ ਅਸੀਂ ਆਪਣੀ ਇੱਛਾ ਦੇ ਅਨੁਸਾਰ ਕਿਸੇ ਵੀ ਸ਼ੇਪ ਦੇ ਵਿੱਚ, ਕਿਸੇ ਵੀ ਰੂਪ ਦੇ ਵਿੱਚ ਢਾਲ ਸਕਦੇ ਹਾਂ, ਜੋ ਵੀ ਸਾਨੂੰ ਡਰਾਇੰਗ ਦੇ ਮੁਤਾਬਕ ਦਿੱਤਾ ਹੋਵੇ। ਇਹ ਫਾਰਮ ਵਰਕ ਅਸੀਂ ਪਲਾਈ ਦਾ ਵੀ ਕਰ ਸਕਦੇ ਹਾਂ, ਸਟੀਲ ਦਾ ਵੀ ਕਰ ਸਕਦੇ ਹਾਂ, ਤੇ ਜਿਹਨੂੰ ਆ ਦੇਖੋ ਟੈਂਪਰੇਰੀ ਸਪੋਰਟਾਂ ਲੱਗੀਆਂ, ਇਹ ਸਾਰਾ ਕੁਝ ਜਦੋਂ ਕੰਕਰੀਟ ਸੁੱਕ ਗਿਆ ਉਸ ਤੋਂ ਬਾਅਦ ਇਹਨੂੰ ਖੋਲ ਦਿੰਦੇ ਹਾਂ। ਠੀਕ ਹੈ, ਇਹ ਸੀਗਾ ਜੀ ਆਪਣਾ ਫਾਰਮ ਵਰਕ। ਫਾਰਮ ਵਰਕ ਤੋਂ ਬਾਅਦ ਕੀ ਹੈਗਾ ਬਾਰ ਬੈਂਡਿੰਗ ਸ਼ਡਿਊਲ। ਬਾਰ ਬੈਂਡਿੰਗ ਸ਼ਡਿਊਲ ਸਾਨੂੰ ਸਭ ਤੋਂ ਪਹਿਲਾਂ ਜਦੋਂ ਆਪਾਂ ਡਰਾਇੰਗ ਬਣਾਉਂਦੇ ਹਾਂ, ਉਹਦੇ ਵਿੱਚ ਪਲੈਨਿੰਗ ਹੁੰਦੀ, ਪੂਰੀ ਪਲੈਨਿੰਗ ਦੇ ਵਿੱਚ ਇਹ ਡਿਸਾਈਡ ਕੀਤਾ ਜਾਂਦਾ ਵੀ ਸਰੀਆ ਕਿਹੜਾ ਪਾਉਣਾ, ਕੀ ਸ਼ੇਪ ਹੋਊਗੀ ਸਰੀਏ ਦੀ, ਕਿੱਥੇ ਕਿੱਥੇ ਬੈਂਡ ਲੱਗਣੇ ਆ, ਕਿੱਥੇ ਹੁੱਕ ਪੈਣੀ ਆ, ਤੇ ਕੀ ਉਹਦਾ ਡਾਇਆਮੀਟਰ ਰੱਖਾਂਗੇ, ਸਟ੍ਰਿਪਸ ਆ ਜਿਹੜੇ ਰਿੰਗ ਆ ਉਹਨਾਂ ਦਾ ਕੀ ਸਾਈਜ਼ ਰੱਖਾਂਗੇ। ਅਕੋਰਡਿੰਗ ਟੂ ਡਿਜ਼ਾਈਨ ਇਹ ਸਾਰਾ ਕੁਝ ਪਲੈਨਿੰਗ ਲੈਵਲ ਤੇ ਤੈਅ ਹੁੰਦਾ ਆ। ਉਸ ਤੋਂ ਬਾਅਦ ਅਸੀਂ ਫਿਰ ਇਹਨੂੰ ਫੀਡ ਦੇ ਵਿੱਚ ਕਹਿ ਲਓ ਜਾਂ ਕਿਸੇ ਫੈਕਟਰੀ ਦੇ ਵਿੱਚ ਕਹਿ ਲਓ, ਆਪਾਂ ਡਰਾਇੰਗ ਦੇ ਮੁਤਾਬਕ ਇਹਦੇ ਜਿਹੜੇ ਸਰੀਏ ਦੀ ਲੈਂਥ ਆ, ਸਰੀਏ ਦਾ ਡਾਇਆਮੀਟਰ, ਉਹਦੇ ਮੁਤਾਬਕ ਉਹਨੂੰ ਕੱਟ ਕੇ ਉਹਨੂੰ ਪ੍ਰੋਪਰ ਸ਼ੇਪ ਦੇ ਕੇ ਤਿਆਰ ਕਰਦੇ ਹਾਂ। ਇਹ ਸਾਰੇ ਪ੍ਰੋਸੈਸ ਨੂੰ ਅਸੀਂ ਬਾਰ ਬੈਂਡਿੰਗ ਸ਼ਡਿਊਲ ਕਹਿੰਦੇ ਹਾਂ। ਜਦੋਂ ਅਸੀਂ ਸਟੀਲ ਬਾਰ ਕੰਕਰੀਟ ਵਿੱਚ ਵਰਤਦੇ ਹਾਂ ਨਾ, ਇਸ ਤੋਂ ਪਹਿਲਾਂ ਇਹ ਸਾਰਾ ਢਾਂਚਾ ਆਪਾਂ ਪੂਰੀ ਮਤਲਬ ਇਹਨੂੰ ਤਿਆਰ ਕਰਕੇ ਰੱਖ ਲੈਂਦੇ ਹਾਂ। ਫਿਰ ਜਦੋਂ ਸਾਨੂੰ ਲੋੜ ਪੈਂਦੀ ਹੈ, ਜਿੱਥੇ ਡਰਾਇੰਗ ਦੇ ਮੁਤਾਬਕ ਅਸੀਂ ਉਹ ਆਪਣਾ ਮਟੀਰੀਅਲ ਚੱਕ ਕੇ ਵਰਤ ਸਕਦੇ ਹਾਂ, ਇਹਨੂੰ ਅਸੀਂ ਕਹਿੰਦੇ ਹੈਗੇ ਜੀ ਬਾਰ ਬੈਂਡਿੰਗ ਸ਼ਡਿਊਲ। ਇਹਦੇ ਵਿੱਚ ਮਤਲਬ ਸਾਰਾ ਕੁਝ ਪਹਿਲੇ ਪ੍ਰੀ ਡਿਫਾਈਨਡ ਹੋ ਜਾਂਦਾ ਵੀ ਅਸੀਂ ਕਿਹੜੀ ਸਟੇਜ ਤੇ ਕਿਹੜਾ ਸਟੀਲ ਵਰਤਣਾ, ਉਹਦਾ ਕੀ ਡਾਇਆ ਹੋਊਗਾ, ਤੇ ਕਿੱਥੇ ਉਹ ਉਹਦੇ ਹੁੱਕਾਂ ਵਗੈਰਾ ਜੋ ਵੀ ਪਾਉਣਾ ਉਹ ਡਿਸਾਈਡ ਹੋਊਗਾ। ਇਹ ਸਾਰਾ ਸਾਡਾ ਹੈਗਾ ਬਾਰ ਬੈਂਡਿੰਗ ਸ਼ਡਿਊਲ। ਇਹਦੇ ਵਿੱਚ ਦੇਖੋ ਸਰੀਏ ਦੀ ਲੈਂਥ, ਸਰੀਏ ਦਾ ਡਾਇਆਮੀਟਰ, ਉਹਦੀ ਹੁੱਕ ਦੀ ਲੰਬਾਈ, ਸਟ੍ਰਿਪਸ ਦਾ ਸਾਈਜ਼, ਉਹਦਾ ਡਾਇਆਮੀਟਰ, ਇਹ ਚੀਜ਼ਾਂ ਸਾਰੀਆਂ ਡਿਫਾਈਨ ਹੋ ਜਾਂਦੀਆਂ ਪਹਿਲਾਂ ਤਿਆਰ ਕਰ ਲੈਂਦੇ ਹਾਂ। ਇਹਨੂੰ ਅਸੀਂ ਬਾਰ ਬੈਂਡਿੰਗ ਸ਼ਡਿਊਲ ਕਹਿੰਦੇ ਹਾਂ।
ਉਸ ਤੋਂ ਬਾਅਦ ਅੱਗੇ ਹੈਗਾ ਜੀ RCC ਰੀਇਨਫੋਰਸਡ ਬ੍ਰਿਕ ਵਰਕ। ਇਹਦਾ ਮਤਲਬ ਹੈ ਕਈ ਵਾਰੀ ਅਸੀਂ ਕੀ ਕਰਦੇ ਹਾਂ, ਸਟਰਕਚਰ ਨੂੰ ਸਸਤਾ ਕਰਨ ਦੇ ਲਈ ਅਸੀਂ ਕੰਕਰੀਟ ਦੀ ਜਗ੍ਹਾ ਤੇ ਵਿੱਚ ਇੱਟਾਂ ਦਾ ਪ੍ਰਯੋਗ ਕਰਦੇ ਹਾਂ। ਜਿੱਦਾਂ ਤੁਸੀਂ ਫਿਗਰ ਦੇਖ ਸਕਦੇ ਹਾਂ, ਆਪਾਂ ਇਹਦੇ ਵਿੱਚ ਸਲੈਬ ਬੰਨੀ ਹੋਈ ਹੈ, ਇਹਦੇ ਵਿੱਚ ਜਿਹੜਾ ਸਟੀਲ ਹੈ ਉਹ ਪਾਇਆ ਹੋਇਆ ਹੈ, ਵਿੱਚ ਉਹਦੇ ਕੰਕਰੀਟ ਦੀ ਜਗ੍ਹਾ ਤੇ ਇੱਟਾਂ ਵਰਤੀਆਂ ਹੋਈਆਂ। ਇਹਨੂੰ ਆਪਾਂ ਕਹਿੰਦੇ RBC ਰੀਇਨਫੋਰਸਡ ਬ੍ਰਿਕ ਵਰਕ। ਮਤਲਬ ਕੀ ਹੈ, ਕੰਕਰੀਟ ਸਾਡਾ ਇਹਦੇ ਵਿੱਚ ਘੱਟ ਲੱਗੂਗਾ ਤੇ ਅਲਟੀਮੇਟਲੀ ਸਾਡਾ ਜਿਹੜਾ ਖਰਚਾ ਵੀ ਉਹ ਕੰਕਰੀਟ ਦਾ ਬਚੂਗਾ। ਇਸ ਕਰਕੇ ਇਹ ਜਿਹੜੀ ਸਟਰਕਚਰ ਆ, ਬਹੁਤ ਜਿੱਥੇ ਇੰਪੋਰਟੈਂਟ ਬਿਲਡਿੰਗਸ ਹੋਣ ਉੱਥੇ ਆਪਾਂ ਇਹਨੂੰ ਪ੍ਰੋਵਾਈਡ ਨਹੀਂ ਕਰਦੇ, ਕਿਉਂਕਿ ਇਹਨਾਂ ਦੀ ਜਿਹੜੀ ਬੈਂਡਿੰਗ ਮੂਵਮੈਂਟ ਜਾਂ ਲੋਡ ਕੈਰਿੰਗ ਕਪੈਸਿਟੀ ਆ ਨਾ, ਉਹ RCC ਦੇ ਮੁਕਾਬਲੇ ਘੱਟ ਹੁੰਦੀ ਹੈ। ਇਸ ਕਰਕੇ ਇਹ ਵਾਲੀਆਂ ਜਿਹੜੀਆਂ ਆਪਾਂ ਸਟਰਕਚਰ ਆ RBC, ਇਹਨਾਂ ਨੂੰ ਅੱਜ ਕੱਲ੍ਹ ਦੇ ਟਾਈਮ 'ਚ ਘੱਟ ਪ੍ਰੈਫਰ ਕਰਦੇ ਆ। ਹੋ ਸਕਦਾ ਕਿਤੇ ਬਣਾਉਣੀ ਹੋਵੇ ਬਣਾ ਸਕਦੇ ਆ, ਪਰ ਜਿਹੜੀਆਂ ਮੋਸਟ ਇੰਪੋਰਟੈਂਟ ਬਿਲਡਿੰਗਸ ਆ ਉਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਨਹੀਂ ਪਾਉਂਦੇ। ਕਿਉਂਕਿ ਇਹਦੇ ਵਿੱਚ ਜਿਹੜੀ ਟੈਂਸਾਈਲ ਸਟ੍ਰੈਸਸ ਆ ਉਹ ਲੈਣ ਦੀ ਸ਼ਕਤੀ ਘੱਟ ਹੁੰਦੀ ਹੈ। ਇਸ ਕਰਕੇ ਆਪਾਂ ਜਿਹੜੀਆਂ RBC ਆ, ਜਿੱਦਾਂ ਕਹ ਲਓ ਇਨਫੀਰੀਅਰ ਕੁਆਲਿਟੀ ਦੇ ਵਰਕ ਆ, ਉੱਥੇ ਆਪਾਂ ਇਹਨਾਂ ਨੂੰ ਵਰਤ ਸਕਦੇ ਹਾਂ। ਉਸ ਤੋਂ ਬਾਅਦ ਆਪਣਾ ਅਗਲਾ ਹੈਗਾ ਜੀ ਪੁਆਇੰਟ RCC ਕੰਸਟਰਕਸ਼ਨ। RCC ਕੰਸਟਰਕਸ਼ਨ ਦੇ ਵਿੱਚ ਹੁਣ ਆਪਾਂ ਜਿਵੇਂ ਜਾਣਦੇ ਹੀ ਹਾਂ ਕਿ ਸਭ ਤੋਂ ਪਹਿਲਾਂ ਆਪਾਂ RCC ਦਾ ਮਤਲਬ ਦੇਖਿਆ, ਉਹਦੇ ਵਿੱਚ ਕੀ ਆ, ਸਰੀਏ ਨੂੰ ਵਰਤਣਾ ਐਜ ਏ ਰੀਇਨਫੋਰਸਿੰਗ ਮਟੀਰੀਅਲ ਸੀਮੈਂਟ, ਕੰਕਰੀਟ ਤੇ ਰੇਤੇ ਦੇ ਵਿੱਚ। ਅੱਜ ਕੱਲ੍ਹ ਜੋ ਵੀ ਆਪਾਂ ਬਿਲਡਿੰਗਾਂ ਬਣਾ ਰਹੇ ਹਾਂ ਉਹਦੇ ਵਿੱਚ ਸਾਰਾ RCC ਦਾ ਕੰਮ ਮੋਸਟਲੀ ਹੋ ਰਿਹਾ ਹੈ, ਕਿਉਂਕਿ RCC ਜਿਹੜਾ ਮਜ਼ਬੂਤ ਵੀ ਹੈ, ਹੰਢਣਸਾਰ ਆ, ਤੇ ਬਾਕੀ ਜਦੋਂ ਮਟੀਰੀਅਲ ਦੇ ਮੁਕਾਬਲੇ ਸਾਨੂੰ ਸਸਤਾ ਵੀ ਪੈਂਦਾ ਆ। ਇਹਦੇ ਵਿੱਚ ਜੋ ਵੀ ਅਸੀਂ ਕਾਲਮ, ਬੀਮ, ਸਲੈਬ, ਫਾਊਂਡੇਸ਼ਨ, ਪਿਲਰਸ, ਜੋ ਵੀ ਕੁਝ ਵਰਤਦੇ ਆ, ਉਹ ਸਾਰਾ ਕੁਝ ਜਿਹੜਾ RCC ਕੰਸਟਰਕਸ਼ਨ ਆਪਾਂ ਉਹਨੂੰ ਕਹਿੰਦੇ ਆ। ਜੋ ਵੀ ਆਪਾਂ ਮਟੀਰੀਅਲ ਵਰਤਦੇ ਆ, ਜਾਲ ਬੰਨ੍ਹ ਕੇ ਆਪਾਂ ਕੰਕਰੀਟ ਨੂੰ ਕਾਸਟ ਕਰਦੇ ਆ, ਫਿਰ ਸਟਰਕਚਰ ਆ ਜਿਹੜੀ ਬਣਦੀ ਉਹਨੂੰ ਆਪਾਂ RCC ਸਟਰਕਚਰ ਕਹਿੰਦੇ ਆ। ਠੀਕ ਹੈ। ਇਹਦੇ ਵਿੱਚ ਜਿਹੜੀ ਇਹ ਬਿਲਡਿੰਗ ਹੈ, ਇਹ ਅਰਥਕੁਇਕ ਰੈਜ਼ਿਸਟਿੰਗ ਬਿਲਡਿੰਗ ਆਪਾਂ ਇਹਨੂੰ ਕਹਿ ਸਕਦੇ ਹਾਂ, ਕਿਉਂਕਿ ਭੁਚਾਲ ਦੇ ਝਟਕੇ ਵੀ ਸਹਿ ਸਕਦੀ। ਜਿਹੜੀ ਫਰੇਮਡ ਸਟਰਕਚਰ ਵੈਸੇ ਇਹਨੂੰ ਨਾਰਮਲੀ ਕਹਿੰਦੇ ਆ। ਫਰੇਮਡ ਸਟਰਕਚਰ ਜਿਹੜੀ ਆਪਾਂ ਫਰੇਮ ਨਾਲ ਬਣਾਉਂਦੇ ਆ ਤੇ ਉਹਦੇ ਵਿੱਚ ਕੰਧਾਂ ਬਾਅਦ ਚ ਲਾਉਂਦੇ ਆ, ਤੇ ਇਹ ਸਾਰਾ ਇਹਦੇ ਵਿੱਚ RCC ਆ। ਇਹਦੇ ਵਿੱਚ ਸਟੀਲ ਰੋਡਸ ਆ ਗਿਆ ਦੇਖੋ, ਫਿਰ ਥੱਲੇ ਜਾਲੀਆਂ ਫਾਊਂਡੇਸ਼ਨ ਆ ਗਈਆਂ, ਕੰਪਰੈਸਿਵ ਸਟ੍ਰੈਸਸ, ਕੰਪਰੈਸਿਵ ਸਟੀਲ, ਟੈਂਸਾਈਲ ਸਟੀਲ, ਇਹ ਤੁਸੀਂ ਅੱਗੇ ਜਾ ਕੇ ਬੀਮ 'ਚ ਪੜ੍ਹੋਗੇ। ਇਸ ਸਾਰੇ ਪ੍ਰੋਸੈਸ ਨੂੰ ਜਾਂ ਸਾਰੀ ਬਿਲਡਿੰਗ ਨੂੰ ਤਿਆਰ ਕਰਨ ਦੇ ਲਈ ਇਸ ਮੈਥਡ ਨਾਲ ਉਹਨੂੰ ਆਪਾਂ RCC ਕੰਸਟਰਕਸ਼ਨ ਕਹਿੰਦੇ ਹਾਂ। ਅੱਗੇ ਹੈਗਾ ਜੀ ਆਪਣਾ ਸਿਲੈਕਸ਼ਨ ਆਫ ਮਟੀਰੀਅਲ। ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ, ਮਟੀਰੀਅਲ ਸਿਲੈਕਟ ਕਰਨ ਵੇਲੇ ਮਟੀਰੀਅਲ ਲਈ ਸੀਮੈਂਟ ਸਾਨੂੰ ਚਾਹੀਦਾ, ਰੇਤਾ, ਬਜਰੀ ਤੇ ਸਰੀਆ, ਪਾਣੀ। ਇਹ ਮੇਨ ਜਿਹੜੀਆਂ 4-5 ਚੀਜ਼ਾਂ ਚਾਹੀਦੀਆਂ ਹੁੰਦੀਆਂ। ਸੀਮੈਂਟ ਜਿਹੜਾ ਕੀ ਆ, ਸੀਮੈਂਟ RCC ਵਿੱਚ ਬਾਈਂਡਿੰਗ ਮਟੀਰੀਅਲ ਦਾ ਕੰਮ ਕਰਦਾ ਹੈ। ਸੀਮੈਂਟ ਦੀ ਹੋਂਦ ਤੋਂ ਪਹਿਲਾਂ ਜੇ ਅਸੀਂ ਦੇਖੀਏ, ਸੀਮੈਂਟ ਦੀ ਹੋਂਦ ਤੋਂ ਪਹਿਲਾਂ ਕੀ ਹੈ, ਚੂਨੇ ਦਾ ਕੰਮ ਆਪਾਂ ਚੂਨਾ ਵਰਤਿਆ ਜਾਂਦਾ ਸੀ ਐਜ਼ ਏ ਬਾਈਂਡਿੰਗ ਮਟੀਰੀਅਲ। ਠੀਕ ਹੈ। ਉਹਦੇ ਵਿੱਚ ਹੁਣ ਅੱਜ ਕੱਲ੍ਹ ਚੂਨੇ ਦੀ ਜਗ੍ਹਾ ਤੇ ਸੀਮੈਂਟ, ਪੋਰਟਲੈਂਡ OPC ਆਰਡੀਨਰੀ ਪੋਰਟਲੈਂਡ ਸੀਮੈਂਟ ਆ ਗਿਆ, ਰੈਪਿਡ ਹਾਰਡਨਿੰਗ ਸੀਮੈਂਟ ਆ ਗਿਆ, ਹਾਈ ਅਲਮੀਨਾ ਸੀਮੈਂਟ ਆ ਗਿਆ, ਹੋਰ ਕਈ ਤਰ੍ਹਾਂ ਦੇ ਵਾਈਟ ਸੀਮੈਂਟ ਆ ਗਏ ਆ, ਜਿਨ੍ਹਾਂ ਨੇ ਮਾਡਰਨ ਕੰਸਟਰਕਸ਼ਨ ਨੂੰ ਬੜਾ ਅੱਗੇ ਵਧਾਉਣ ਵਿੱਚ ਹੈਲਪ ਕੀਤੀ ਹੈ ਨਾ। ਤੇ ਇਹ ਸੀਮੈਂਟ ਦਾ ਜਿਹੜਾ ਬਹੁਤ ਇੰਪੋਰਟੈਂਟ ਰੋਲ ਹੈ, ਕਿਉਂਕਿ ਸਾਰੇ ਪਾਰਟੀਕਲਸ ਨੂੰ ਆਪਸ ਵਿੱਚ ਬੰਨ੍ਹ ਕੇ ਰੱਖਦਾ ਹੈ। ਜਿਹੜੇ ਬਜਰੀ, ਰੇਤਾ ਤੇ ਸਟੀਲ ਹੈ, ਇਹਨਾਂ ਦੇ ਜਿਹੜੇ ਆਪਸ ਵਿੱਚ ਪਾਰਟੀਕਲਸ ਉਹਨਾਂ ਨੂੰ ਆਪਸ ਵਿੱਚ ਹੀ ਬੰਨ੍ਹ ਕੇ ਰੱਖਦਾ। ਫਿਰ ਉਸ ਤੋਂ ਬਾਅਦ ਕੀ ਆਉਂਦਾ, ਐਗਰੀਗੇਟਸ। ਐਗਰੀਗੇਟਸ ਮਤਲਬ ਇਹ ਦੋ ਤਰ੍ਹਾਂ ਦੇ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ। ਇੱਕ ਹੁੰਦਾ ਫਾਈਨ ਐਗਰੀਗੇਟ ਤੇ ਦੂਜਾ ਕੋਰਸ ਐਗਰੀਗੇਟ। ਫਾਈਨ ਐਗਰੀਗੇਟ ਆਪਾਂ ਕਹਿੰਦੇ ਰੇਤੇ ਨੂੰ। ਰੇਤਾ ਜਿਹੜਾ ਬਿਲਕੁਲ ਕਲੀਅਰ ਹੋਵੇ, ਜਿਹਦੇ ਵਿੱਚ ਕ੍ਰਿਸਟਲਾਈਨ ਪਾਰਟੀਕਲਸ ਹੋਣ, ਉਹ ਆਪਾਂ ਰੇਤਾ ਵਰਤਣਾ ਹੁੰਦਾ, ਕਿਉਂਕਿ ਮਿੱਟੀ ਦੇ ਜਿਹੜੇ ਕਣ ਆ ਉਹ ਰੇਤੇ ਵਿੱਚ ਨਹੀਂ ਹੋ ਸਕਦੇ। ਉਹਦੇ ਨਾਲ ਸਾਡੀ ਕੀ ਹੈ, ਜਿਹੜੀ ਇਹਦੀ ਸਟਰਕਚਰ ਦੀ ਸਟਰੈਂਥ ਆ ਉਹ ਤੇ ਫਰਕ ਪੈਂਦਾ ਹੈ, ਕਿਉਂਕਿ ਬੌਂਡ ਸਟਰੈਂਥ ਘਟ ਜਾਂਦੀ ਹੈ। ਤੇ ਇਸ ਕਰਕੇ ਇਦਾਂ ਹੀ ਜਿਹੜਾ ਸਾਡਾ ਬਜਰੀ ਆ, ਬਜਰੀ ਨੂੰ ਅਸੀਂ ਕਹਿੰਦੇ ਆ ਕੋਰਸ ਐਗਰੀਗੇਟ। ਕੋਰਸ ਐਗਰੀਗੇਟ ਇਹ ਵੀ ਬਿਲਕੁਲ ਫਾਈਨ ਕਲੀਅਰ ਹੋਣੀ ਚਾਹੀਦੀ ਆ। ਇਹਦੇ ਵਿੱਚ ਵੀ ਜਿਹੜੇ ਮਿੱਟੀ ਦੇ ਕਣ ਨਹੀਂ ਹੋਣੇ ਚਾਹੀਦੇ, ਤੇ ਇਸ ਕਰਕੇ ਤਾਂ ਕਿ ਸਾਡਾ ਜਿਹੜਾ ਬੌਂਡ ਸਟਰੈਂਥ ਹੈ ਉਹ ਪ੍ਰੋਪਰ ਮਿਲ ਸਕੇ ਸਾਨੂੰ। ਸੈਂਡ ਅੱਗੇ ਫਿਰ ਉਹ ਹੈਗਾ ਫਾਈਨ ਸੈਂਡ, ਅਸੀਂ ਇਹਨੂੰ ਕਹਿੰਦੇ ਹੈਗੇ ਆਪਣੇ ਫਾਈਨ ਐਗਰੀਗੇਟ ਨੂੰ।
ਠੀਕ ਹੈ ਜੀ। ਇਹ ਸਾਨੂੰ ਕਿੱਥੋਂ ਨਦੀ ਦੇ ਰਿਵਰ ਬੈਡ ਤੋਂ ਮਿਲਦਾ ਆ, ਜਿੱਥੇ ਦਰਿਆ ਵਗਦੇ ਉਹਨਾਂ ਦੇ ਨਾਲ ਜਿਹੜਾ ਫਾਈਨ ਪਾਰਟੀਕਲ ਰੇਤੇ ਦੇ ਉਹ ਮਿਲਦੇ, ਉੱਥੋਂ ਲੈ ਸਕਦੇ ਹਾਂ ਅਸੀਂ। ਅੱਗੇ ਹੈਗਾ ਸਟੀਲ ਰੀਇਨਫੋਰਸਮੈਂਟ। ਸਟੀਲ ਰੀਇਨਫੋਰਸਮੈਂਟ ਕੀ ਆ? ਆਰਸੀਸੀ ਸਟਰਕਚਰ ਬਣਾਉਣ ਲਈ ਸਟੀਲ ਬਾਰਸ ਦਾ ਜਿਹੜਾ ਪ੍ਰਯੋਗ ਹੁੰਦਾ ਹੈ, ਇਸ ਦਾ ਇੱਕ ਜਿੱਦਾਂ ਡਾਇਆਮੀਟਰ 5 mm ਤੋਂ ਲੈ ਕੇ 40 mm ਤੱਕ ਡਾਇਆਮੀਟਰ ਦਾ ਅਸੀਂ ਇਹਦੇ ਵਿੱਚ ਪ੍ਰਯੋਗ ਕਰਦੇ ਹਾਂ। ਸਟੀਲ ਰੀਇਨਫੋਰਸਮੈਂਟ ਦਾ ਮੇਨ ਕੰਮ ਕੀ ਹੈ? ਜਿਹੜੀਆਂ ਟੈਂਸਾਈਲ ਸਟ੍ਰੈਸਸ ਆ ਉਹਨੂੰ ਬੈਲੈਂਸ ਕਰਨਾ। ਠੀਕ ਹੈ, ਜੋ ਵੀ ਬਿਲਡਿੰਗ ਦੇ ਵਿੱਚ ਟੈਂਸਾਈਲ ਸਟ੍ਰੈਸਸ ਪੈਦਾ ਹੁੰਦੀਆਂ ਉਹ ਸਟੀਲ ਰੀਇਨਫੋਰਸਮੈਂਟ ਨੇ ਲੈਣੀਆਂ, ਤੇ ਜਿਹੜਾ ਕੰਪਰੈਸਿਵ ਸਟ੍ਰੈਸਸ ਆ ਜਾਂ ਕੰਪਰੈਸਿਵ ਲੋਡ ਆ ਉਹ ਮੇਨਲੀ ਕੰਕਰੀਟ ਜਿਹੜੀ ਆ ਉਹਨੇ ਲੈਣੀਆਂ ਇਹ। ਅੱਛਾ, ਅੱਗੇ ਹੈਗਾ ਜੀ ਸਟੀਲ ਰੀਇਨਫੋਰਸਮੈਂਟ ਬਾਰੇ ਆਪਾਂ ਗੱਲ ਕਰ ਰਹੇ ਸੀ। ਇਹਦੇ ਵਿੱਚ ਕੀ ਆ, ਅੱਜ ਕੱਲ੍ਹ ਜਿਹੜੇ ਤੁਸੀਂ ਦੇਖਿਆ ਸਟੀਲ ਦੇ ਵਿੱਚ ਆ ਗਿਆ HYSD ਹਾਈ ਯੀਲਡ ਸਟਰੈਂਥ ਡਿਫਾਰਮਡ ਵਾਰਸ ਆ ਗਈਆਂ, ਟਵਿਸਟਡ ਵਾਰ ਆ ਗਿਆ, TMT ਆ ਗਿਆ। ਇਹ ਸਾਰੇ ਤਰ੍ਹਾਂ ਦੇ ਸਟੀਲ ਦੇ ਟਾਈਪਸ ਆ। ਉਹਦੇ ਵਿੱਚ ਫਿਰ ਅੱਗੇ ਜਾ ਕੇ ਆਪਾਂ ਪੜਾਂਗੇ ਕਿਹੜੇ ਕਿਹੜੇ ਟਾਈਪਸ ਹੁੰਦੇ ਸਟੀਲ ਦੇ। ਇਹ ਸਟੀਲ ਦੇ ਟਾਈਪਸ ਅਸੀਂ ਮੇਨਲੀ ਵਰਤਦੇ ਹਾਂ ਟੈਂਸਾਈਲ ਸਟ੍ਰੈਸਸ ਨੂੰ ਲੈਣ ਦੇ ਲਈ। ਅੱਗੇ ਹੈਗਾ ਸਿਲੈਕਸ਼ਨ ਆਫ ਮਟੀਰੀਅਲ ਦੇ ਵਿੱਚ ਇਹ ਅਗਲਾ ਪਾਰਟ ਵਾਟਰ। ਜਿਹੜਾ ਪਾਣੀ ਆ ਇਹ ਇੱਕ ਸਟਰਕਚਰ ਬਣਾਉਣ ਲਈ ਬਹੁਤ ਮਹੱਤਵਪੂਰਨ ਰੋਲ ਪਲੇ ਕਰਦਾ ਆ, ਕਿਉਂਕਿ ਪਾਣੀ ਇੱਕ ਕਹਿ ਲਓ ਤੁਸੀਂ ਬਹੁਤ ਵਡਮੁੱਲੀ ਜਾਂ ਅਣਮੁੱਲੀ ਚੀਜ਼ ਵੀ ਹੈ ਜਿਹਨੂੰ ਸਾਨੂੰ ਬਹੁਤ ਧਿਆਨ ਨਾਲ ਵਰਤਣਾ ਚਾਹੀਦਾ। ਜਿਹੜਾ ਕਿ ਆਪਾਂ ਬਿਲਡਿੰਗ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਰਤਦੇ ਹਾਂ, ਚਾਹੇ ਅਸੀਂ ਫਾਊਂਡੇਸ਼ਨ ਦੇ ਵਿੱਚ ਕੰਕਰੀਟ ਕਰਨੀ ਆ ਜਾਂ ਫਿਰ ਬ੍ਰਿਕ ਵਰਕ ਕਰਕੇ ਉਹਦੀ ਕਿਊਰਿੰਗ ਕਰਨੀ, ਤਰਾਈ ਕਰਨੀ ਆ, ਫਿਰ ਕੋਈ ਮਸਾਲਾ ਬਣਾਉਣਾ ਬ੍ਰਿਕ ਵਰਕ ਲਈ ਜਾਂ ਕੰਕਰੀਟ ਲਈ, ਉਹਨਾਂ ਨੂੰ ਅਸੀਂ ਪਾਣੀ ਦੇ ਨਾਲ ਹੀ ਮਿਕਸ ਕਰ ਦਿੰਦੇ ਹਾਂ। ਇਸ ਕਰਕੇ ਪਾਣੀ ਜਿਹੜਾ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ RCC ਦੇ ਵਿੱਚ ਸਪੈਸ਼ਲੀ। ਠੀਕ ਹੈ, ਅੱਗੇ ਹੈਗਾ ਸਾਡੇ ਕੋਲ ਮਿਕਸਿੰਗ ਆਫ ਕੰਕਰੀਟ। ਮਿਕਸਿੰਗ ਆਫ ਕੰਕਰੀਟ ਦੇ ਵਿੱਚ ਆਉਂਦਾ ਹੈਗਾ ਅਸੀਂ ਕੰਕਰੀਟ ਨੂੰ ਮਿਕਸ ਕਰਨਾ। ਸੀਮੈਂਟ, ਰੇਤਾ, ਬਜਰੀ, ਇਹਨਾਂ ਸਾਰਿਆਂ ਮਟੀਰੀਅਲ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ, ਇਹਨੂੰ ਆਪਾਂ ਮਿਕਸਿੰਗ ਆਫ ਕੰਕਰੀਟ ਕਹਿੰਦੇ ਹਾਂ। ਮਤਲਬ ਇਹਦੇ ਅਲੱਗ-ਅਲੱਗ ਟਾਈਪ ਹੋ ਸਕਦੇ ਆ, ਹੈਂਡ ਮਿਕਸਿੰਗ, ਮਸ਼ੀਨ ਮਿਕਸਿੰਗ। ਤੇ ਮਤਲਬ ਇਹਨੂੰ ਮਿਕਸ ਕਰਨ ਦਾ ਪਰਪਸ ਇਹ ਹੀ ਆ ਤਾਂ ਕਿ ਜਿਹੜੇ ਸੀਮੈਂਟ, ਰੇਤਾ, ਬਜਰੀ ਦੇ ਪਾਰਟੀਕਲਸ ਆ ਉਹ ਆਪਸ ਵਿੱਚ ਇੱਕ ਤਰੀਕੇ ਨਾਲ ਹੋਮੋਜੀਨੀਅਸ ਯੂਨੀਫਾਰਮ ਕੰਸਿਸਟੈਂਸੀ ਅਟੇਨ ਕਰ ਲੈਣ, ਤਾਂ ਕਿ ਸੀਮੈਂਟ ਦੇ ਪਾਰਟੀਕਲਸ ਆ ਜਿਹੜੇ ਉਹ ਪ੍ਰੋਪਰਲੀ ਸਾਰੇ ਪਾਰਟੀਕਲਸ ਦੇ ਨਾਲ ਬਾਈਂਡ ਕਰ ਜਾਣ। ਤੇ ਇਹਦੇ ਵਿੱਚ ਫਿਰ ਅੱਗੇ ਜਾ ਕੇ ਸੀਮੈਂਟ ਮਿਕਸਿੰਗ ਆਫ ਕੰਕਰੀਟ ਦੇ ਵਿੱਚ ਆਉਂਦਾ ਹੈਗਾ ਆ ਮੈਥਡਸ ਆਫ ਮਿਕਸਿੰਗ। ਅਸੀਂ ਕਿਹੜੇ ਕਿਹੜੇ ਤਰੀਕੇ ਨਾਲ ਮਿਕਸ ਕਰ ਸਕਦੇ ਹਾਂ, ਤੁਸੀਂ ਇਹਦਾ ਦੇਖ ਸਕਦੇ ਹਾਂ ਇਸ ਪਿਕਚਰ ਦੇ ਵਿੱਚ। ਹੈਂਡ ਮਿਕਸਿੰਗ ਇਹ ਉਹ ਵਾਲਾ ਮੈਥਡ ਹੈ ਜਦੋਂ ਅਸੀਂ ਆਪਣੀ ਕੰਕਰੀਟ ਨੂੰ ਹੱਥ ਨਾਲ ਮਿਕਸ ਕਰਦੇ ਹਾਂ। ਹੱਥਾਂ ਨਾਲ ਮਿਕਸ ਅਸੀਂ ਉਦੋਂ ਕਰਦੇ ਹਾਂ ਜਦੋਂ ਸਾਨੂੰ ਕੰਕਰੀਟ ਦੀ ਜਿਹੜੀ ਕੁਆਂਟੀਟੀ ਆ ਉਹ ਘੱਟ ਮਾਤਰਾ 'ਚ ਚਾਹੀਦੀ ਹੋਵੇ। ਮਤਲਬ ਥੋੜੇ ਏਰੀਏ 'ਚ ਅਸੀਂ ਸਾਨੂੰ ਵਰਤਣ ਲਈ ਕੰਕਰੀਟ ਬਣਾਉਣੀ ਹੋਵੇ ਤਾਂ ਅਸੀਂ ਹੈਂਡ ਮਿਕਸਿੰਗ ਕਰਦੇ ਹਾਂ। ਹੈਂਡ ਮਿਕਸਿੰਗ ਅਸੀਂ ਉੱਥੇ ਵੀ ਕਰਦੇ ਹਾਂ ਜਿੱਥੇ ਸਾਨੂੰ ਕੰਕਰੀਟ ਮਾਤਰਾ ਘੱਟ ਮਾਤਰਾ ਚਾਹੀਦੀ ਆ। ਮਤਲਬ ਕਿ ਇਹਦੇ ਨਾਲ ਸਾਨੂੰ ਜਿਹੜੀ ਮਿਕਸਿੰਗ ਦੀ ਕੁਆਲਿਟੀ ਬਹੁਤ ਅੱਛੀ ਨਹੀਂ ਮਿਲਦੀ, ਪ੍ਰੋਪਰਲੀ ਜਿਹੜਾ ਸੀਮੈਂਟ ਕੰਕਰੀਟ ਹੈ ਉਹ ਮਿਕਸ ਨਹੀਂ ਹੁੰਦਾ, ਤੇ ਜਿਹੜੀ ਸਾਨੂੰ ਕੁਆਂਟੀਟੀ ਆ ਚਾਹੀਦੀ ਉਹ ਵੀ ਅਸੀਂ ਜ਼ਿਆਦਾ ਮਾਤਰਾ 'ਚ ਪ੍ਰੋਡਿਊਸ ਨਹੀਂ ਕਰ ਸਕਦੇ। ਜ਼ਿਆਦਾ ਲੇਬਰ ਲੱਗੂਗੀ, ਅਲਟੀਮੇਟਲੀ ਸਾਨੂੰ ਉਹ ਮਹਿੰਗਾ ਪਊਗਾ। ਫਿਰ ਇਸ ਤੋਂ ਅੱਗੇ ਅਸੀਂ ਕਰਾਂਗੇ ਮਸ਼ੀਨ ਮਿਕਸਿੰਗ। ਮਸ਼ੀਨ ਮਿਕਸਿੰਗ ਦੇ ਨਾਲ ਅਸੀਂ ਕੀ ਆ, ਕੰਕਰੀਟ ਨੂੰ ਮਿਕਸ ਕਰਨ ਲਈ ਇੱਕ ਮੈਥਡ ਆ ਵੀ ਕੰਕਰੀਟ ਮਿਕਸਿੰਗ ਦਾ। ਜਦੋਂ ਸਾਨੂੰ ਜ਼ਿਆਦਾ ਮਾਤਰਾ ਵਿੱਚ ਕੰਕਰੀਟ ਦੀ ਲੋੜ ਹੋਵੇ ਤਾਂ ਫਿਰ ਅਸੀਂ ਕੰਕਰੀਟ ਮਿਕਸ ਕਰਨ ਲਈ ਮਸ਼ੀਨ ਦਾ ਆਪਾਂ ਪ੍ਰਯੋਗ ਕਰਦੇ ਹਾਂ। ਇਸ ਨਾਲ ਅਸੀਂ ਕੋਈ ਵੀ ਕੰਕਰੀਟ ਇੱਕਸਾਰ ਮਿਕਸ ਕਰ ਲੈਂਦੇ ਹਾਂ। ਮਤਲਬ ਕੀ ਹੈ, ਜਿਹੜੇ ਹੋਮੋਜੀਨੀਅਸਲੀ ਥੋਰੋਲੀ ਕੰਕਰੀਟ ਜਿਹੜੀ ਉਹ ਮਿਕਸ ਹੋ ਜਾਂਦੀ ਹੈ, ਤੇ ਜਿਹੜੀ ਕੰਕਰੀਟ ਤਿਆਰ ਕਰਨ ਦੀ ਜਿਹੜੀ ਸਾਡੀ ਕੁਆਂਟੀਟੀ ਹੈ ਉਹ ਵੀ ਅਸੀਂ ਜ਼ਿਆਦਾ ਮਾਤਰਾ ਦੇ ਵਿੱਚ ਪ੍ਰਾਪਤ ਕਰ ਸਕਦੇ ਹਾਂ। ਮਤਲਬ ਜੇ ਸਾਨੂੰ ਕਿਸੇ ਜ਼ਿਆਦਾ ਵੋਲੀਅਮ ਦੀ ਲੋੜ ਹੈ ਕੰਕਰੀਟ ਦੀ, ਉਹ ਵੀ ਅਸੀਂ ਈਜ਼ੀਲੀ ਤੇ ਘੱਟ ਖਰਚੇ ਦੇ ਵਿੱਚ ਇਸ ਮੈਥਡ ਨਾਲ ਅਸੀਂ ਕੰਕਰੀਟ ਨੂੰ ਪ੍ਰੋਡਿਊਸ ਕਰ ਸਕਦੇ ਹਾਂ। ਇਹਨੂੰ ਅਸੀਂ ਕਹਿੰਦੇ ਹਾਂ ਜੀ ਮਸ਼ੀਨ ਮਿਕਸਿੰਗ। ਅੱਗੇ ਹੈਗੇ ਆ ਮਿਕਸਰ ਲੈਣ ਦੇ ਟਾਈਪ। ਮਿਕਸਰ ਕਿਹੜੇ ਕਿਹੜੇ ਤਰ੍ਹਾਂ ਦੇ ਹੋ ਸਕਦੇ ਆ? ਟਿਲਟਿੰਗ ਟਾਈਪ ਮਿਕਸਰ, ਨੋਨ ਟਿਲਟਿੰਗ ਟਾਈਪ ਤੇ ਪੈਨ ਟਾਈਪ। ਇਹ ਮਿਕਸਿੰਗ ਦੀਆਂ ਮਸ਼ੀਨਾਂ ਹੈ, ਇਹਨਾਂ ਅਸਲ 'ਚ ਮਸ਼ੀਨਾਂ ਦੇ ਨਾਂ ਆ ਇਹ। ਜਦੋਂ ਆਪਾਂ ਦੇਖਦੇ ਹਾਂ ਫੀਲਡ ਦੇ ਵਿੱਚ ਪ੍ਰੈਕਟੀਕਲੀ ਮਿਕਸ ਕਰਦੇ ਹਾਂ, ਸਾਡੇ ਕੋਲ ਇੱਕ ਮਸ਼ੀਨ ਹੁੰਦਾ ਜਿਸ 'ਚ ਡਰਮ ਲੱਗਾ, ਉਹ ਘੁੰਮਦਾ ਆ, ਉਹ 'ਚ ਮਸਾਲਾ ਪਾਉਂਦੇ ਹਾਂ ਮਿਕਸ ਕਰਕੇ, ਫਿਰ ਉਹਨੂੰ ਟਿਲਟ ਕਰ ਦਿੰਦੇ ਹਾਂ,
ਉਹ ਬਾਹਰ ਸਾਡੇ ਥੱਲੇ ਪੈਨ 'ਚ ਡਿੱਗਦਾ, ਫਿਰ ਅਸੀਂ ਉਹਨੂੰ ਸਾਈਡ ਤੇ ਲਿਆ ਕੇ ਕਾਸਟ ਕਰਦੇ ਹਾਂ। ਇਹ ਹੈਗਾ ਟਿਲਟਿੰਗ ਟਾਈਪ। ਇੱਦਾਂ ਹੀ ਨੋਨ ਟਿਲਟਿੰਗ ਟਾਈਪ ਹੈ, ਉਹ ਟਿਲਟ ਨਹੀਂ ਕਰਦਾ। ਇਹ ਸਾਰੇ ਜਿਹੜੇ ਤਿੰਨ ਹੀ ਆ, ਇਹ ਮਿਕਸਿੰਗ ਦੇ ਟਾਈਪ ਮਿਕਸਰਸ ਆ। ਇਹਨਾਂ ਨੂੰ ਅਸੀਂ ਟਾਈਪਸ ਆਫ ਮਿਕਸਰ ਵੀ ਕਹਿ ਸਕਦੇ ਹਾਂ। ਫਿਰ ਅੱਗੇ ਆਉਂਦਾ ਸਾਡੇ ਕੋਲ ਸਲੰਪ ਟੈਸਟ। ਸਲੰਪ ਟੈਸਟ ਹੈਗਾ ਜੀ, ਸਲੰਪ ਦਾ ਮਤਲਬ ਆ ਕਹਿ ਲਓ ਕਿਸੇ ਚੀਜ਼ ਦੇ ਵਿੱਚ ਗਿਰਾਵਟ ਆਉਣੀ, ਕਿਸੇ ਚੀਜ਼ ਦੇ ਵਿੱਚ ਗਿਰਾਵਟ ਆਉਣੀ। ਸਲੰਪ ਇਹ ਟੈਸਟ ਅਸੀਂ ਕੰਕਰੀਟ ਦੀ ਵਰਕੇਬਿਲਿਟੀ ਨੂੰ ਚੈੱਕ ਕਰਨ ਲਈ ਕਰਦੇ ਹਾਂ। ਕੰਕਰੀਟ ਦੀ ਵਰਕੇਬਿਲਿਟੀ ਨੂੰ ਚੈੱਕ ਕਰਨ ਲਈ ਕਰਦੇ ਹਾਂ। ਟੈਸਟ ਆਮ ਕਰਕੇ ਫੀਲਡ ਵਿੱਚ ਵੀ ਕਰ ਲੈਂਦੇ ਹਾਂ ਜਾਂ ਫਿਰ ਅਸੀਂ ਲੈਬ 'ਚ ਕਰਦੇ ਹਾਂ। ਉਹਦੇ ਵਿੱਚ ਇਹ ਦੇਖਿਆ ਜਾਂਦਾ ਹੈ, ਇੱਕ ਮੋਲਡ ਹੁੰਦਾ ਸਾਡੇ ਕੋਲ, ਸਟੀਲ ਦਾ ਮੋਲਡ ਹੁੰਦਾ ਜਿਹਦਾ ਸਾਈਜ਼ ਬੋਟਮ ਡਾਇਮੀਟਰ 20 ਸੈਂਟੀਮੀਟਰ, ਟੌਪ ਡਾਇਮੀਟਰ 10 ਸੈਂਟੀਮੀਟਰ ਤੇ ਉਹਦੀ ਹਾਈਟ ਜਿਹੜੀ ਉਹ 30 ਸੈਂਟੀਮੀਟਰ ਜਾਂ 300 mm ਹੁੰਦੀ ਆ। ਉਹਦੇ ਵਿੱਚ ਅਸੀਂ ਕੰਕਰੀਟ ਆਪਣੀ ਤਿਆਰ ਕਰਕੇ ਭਰਦੇ ਹਾਂ। ਭਰ ਕੇ ਉਹਨੂੰ ਕੰਪੈਕਸ਼ਨ ਕਰਦੇ ਹਾਂ। ਕੰਪੈਕਸ਼ਨ ਤੋਂ ਬਾਅਦ ਫਿਰ ਕੀ ਹੁੰਦਾ, ਉਹ ਮੋਲਡ ਨੂੰ ਅਸੀਂ ਹਟਾ ਦਿੰਦੇ ਹਾਂ। ਜਿਹੜੇ ਹੈਂਡਲ ਲੱਗੇ ਆ ਨਾਲ ਨਾ, ਦੇਖੋ ਹੈਂਡਲ ਨੂੰ ਅਸੀਂ ਫੜ ਕੇ ਇੱਥੋਂ ਮੋਲਡ ਤਾਂ ਨੂੰ ਚੱਕ ਦਿੰਦੇ ਹਾਂ। ਚੱਕਣ ਤੋਂ ਬਾਅਦ ਕੰਕਰੀਟ ਜਿਹੜਾ ਅਸੀਂ ਇਹਦੇ ਵਿੱਚ ਪਾਇਆ ਉਹ ਥੱਲੇ ਨੂੰ ਲਿਫੂਗਾ। ਦੇਖੋ ਤਾਂ ਲਿਫਣ ਦੇ ਨਾਲ ਇਹ ਜਿਹੜਾ ਇਹਦੇ ਵਿੱਚ ਗਿਰਾਵਟ ਆਈ ਹੈ, ਇਹਨੂੰ ਅਸੀਂ ਕਹਿੰਦੇ ਹਾਂ ਸਲੰਪ। ਕਿੰਨਾ ਸਲੰਪ ਆਇਆ ਇਹ ਨੋਟ ਕੀਤਾ ਜਾਂਦਾ। ਇਹਦੇ ਵਿੱਚ ਫਿਰ ਦੇਖਿਆ ਜਾਂਦਾ ਵੀ ਕੰਕਰੀਟ ਦੀ ਵਰਕੇਬਿਲਿਟੀ ਕਿੰਨੀ ਆ। ਕੰਕਰੀਟ ਸਾਡਾ ਜਿਹੜਾ ਉਹ ਮੌਕੇ ਤੇ ਪਾਉਣ ਦੇ ਯੋਗ ਹੈ ਆ ਜਾਂ ਨਹੀਂ, ਜੋ ਸਾਡੀਆਂ ਰਿਕੁਆਇਰਮੈਂਟਸ ਉਹ ਪੂਰੀਆਂ ਕਰਦਾ ਜਾਂ ਨਹੀਂ ਕਰਦਾ। ਇਹ ਸਲੰਪ ਟੈਸਟ ਬਹੁਤ ਜ਼ਰੂਰੀ ਆ, ਕਿਉਂਕਿ ਇਹਦੇ ਨਾਲ ਸਾਨੂੰ ਪਤਾ ਲੱਗਦਾ ਵੀ ਸਾਡੀ ਕੰਕਰੀਟ ਦੀ ਉਹਦੇ ਵਿੱਚ ਕਿਤੇ ਪਾਣੀ ਤਾਂ ਨਹੀਂ ਜ਼ਿਆਦਾ ਜਾਂ ਪਾਣੀ ਘੱਟ ਤਾਂ ਨਹੀਂ। ਇਹ ਚੀਜ਼ਾਂ ਤੋਂ ਸਾਨੂੰ ਪਤਾ ਲੱਗਦਾ, ਕਿਉਂਕਿ ਪ੍ਰੋਪਰ ਸਲੰਪ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਜੇ ਸਲੰਪ ਟੈਸਟ ਵੱਧ ਹੋ ਜਾਂ ਘੱਟ ਹੋਊਗਾ, ਉਹਦਾ ਮਤਲਬ ਸਾਡੀ ਜਿਹੜੀ ਕੰਕਰੀਟ ਦੀ ਵਰਕੇਬਿਲਿਟੀ ਹੈ ਨਾ, ਉਹ ਕਿਤੇ ਨਾ ਕਿਤੇ ਸਾਡੀ ਰਿਕੁਆਇਰਮੈਂਟ ਨੂੰ ਪੂਰਾ ਨਹੀਂ ਕਰਦੀ ਹੈਗੀ। ਇਸ ਕਰਕੇ ਇਹ ਸਲੰਪ ਟੈਸਟ ਜਿਹੜਾ ਬਹੁਤ ਇੰਪੋਰਟੈਂਟ ਆ। ਅੱਗੇ ਸਾਡਾ ਜੀ ਹੈਗਾ RCC ਫਾਊਂਡੇਸ਼ਨ। ਅਸੀਂ ਹੁਣ ਫਾਊਂਡੇਸ਼ਨ ਤੇ ਆਉਂਦੇ ਹਾਂ। RCC ਦੇ ਵਿੱਚ ਜਿਹੜਾ ਫਾਊਂਡੇਸ਼ਨ ਦੀ ਬਹੁਤ ਇੰਪੋਰਟੈਂਸ ਆ। ਫਾਊਂਡੇਸ਼ਨ ਮੇਨਲੀ ਕਿਹੜੇ ਹੁੰਦੇ ਆ, ਡੀਪ ਫਾਊਂਡੇਸ਼ਨ ਤੇ ਸ਼ੈਲੋ ਫਾਊਂਡੇਸ਼ਨ। ਡੀਪ ਫਾਊਂਡੇਸ਼ਨ ਦੇ ਵਿੱਚ ਉਹਦੀ ਕਿਸਮ ਜਿਹੜੀ ਪਾਈਲ ਫਾਊਂਡੇਸ਼ਨ ਆ ਜਾਂਦੀ ਆ। ਸ਼ੈਲੋ ਫਾਊਂਡੇਸ਼ਨ ਦੇ ਵਿੱਚ ਗ੍ਰਿਲੇਜ ਫਾਊਂਡੇਸ਼ਨ, ਮੈਟ ਫਾਊਂਡੇਸ਼ਨ ਜਾਂ ਰਾਫਟ ਫਾਊਂਡੇਸ਼ਨ, ਇਨਵਰਟਡ ਆਰਚ ਫਾਊਂਡੇਸ਼ਨ, ਇਹ ਸਾਰੇ ਇਹਦੇ ਵਿੱਚ ਆਉਂਦੇ ਆ। ਹੁਣ ਗ੍ਰਿਲੇਜ ਫਾਊਂਡੇਸ਼ਨ ਕੀ ਆ? ਗ੍ਰਿਲੇਜ ਫਾਊਂਡੇਸ਼ਨ ਇੱਕ ਤਰ੍ਹਾਂ ਦਾ ਇਹ ਅਸੀਂ ਉਦੋਂ ਪਾਉਂਦੇ ਹਾਂ ਜਦੋਂ ਲੋਡ ਬਹੁਤ ਜ਼ਿਆਦਾ ਹੋਵੇ, ਕਿਤੇ ਪਿੱਲਰ ਦੇ ਜਾਂ ਬੇਸ ਤੇ ਕਿਤੇ ਲੋਡ ਆ, ਬਹੁਤ ਜ਼ਿਆਦਾ ਮਾਤਰਾ ਦਾ ਲੋਡ ਆ ਰਿਹਾ, ਉਦੋਂ ਅਸੀਂ ਗ੍ਰਿਲੇਜ ਫਾਊਂਡੇਸ਼ਨ ਪਾਉਂਦੇ ਹਾਂ। ਮਤਲਬ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਥੱਲੇ ਕੰਕਰੀਟ ਬੈੱਡ ਪਾਇਆ ਜਾਂਦਾ। ਕੰਕਰੀਟ ਬੈੱਡ ਤੋਂ ਬਾਅਦ ਫਿਰ ਉੱਪਰ ਇਹਦੇ ਗਾਰਡਰਸ, ਸਟੀਲ ਸੈਕਸ਼ਨ ਜਿਹਨੂੰ ਆਪਾਂ ਟੈਕਨੀਕਲੀ ਕਹਿੰਦੇ ਹਾਂ, ਸਟੀਲ ਸੈਕਸ਼ਨ ਇਕੁਅਲ ਡਿਸਟੈਂਸ ਤੇ ਪਾਏ ਜਾਂਦੇ ਆ ਅਕੋਰਡਿੰਗ ਟੂ ਡਿਜ਼ਾਈਨ। ਜੋ ਵੀ ਸਟਰਕਚਰ ਦਾ ਡਿਜ਼ਾਈਨ ਹੋਵੇ ਉਹਦੇ ਮੁਤਾਬਕ ਕੀ ਅਸੀਂ ਉਹਦਾ ਗਾਰਡਰ ਦਾ ਸਾਈਜ਼ ਰੱਖਾਂਗੇ, ਕਿੰਨੀ ਸਪੇਸਿੰਗ ਤੇ ਰੱਖਣੇ ਆ। ਉਹਦੇ ਵਿੱਚ ਸਟਿਫਨਰਸ ਪਾ ਕੇ ਗਾਰਡਰਾਂ ਨੂੰ ਪ੍ਰੋਪਰ ਸਪੇਸਿੰਗ ਤੇ ਫਿੱਟ ਕੀਤਾ ਜਾਂਦਾ। ਫਿਰ ਉਹਦੇ ਉੱਪਰ ਰਾਈਟ ਐਂਗਲ ਤੇ ਦੂਜੀ ਲੇਅਰ ਗਾਰਡਰਾਂ ਦੀ ਪਾਈ ਜਾਂਦੀ ਆ। ਉਹਦੇ ਵਿੱਚ ਵੀ ਇਦਾਂ ਹੀ ਸਟਿਫਨਰਸ ਦੇ ਕੇ ਗਾਰਡਰਾਂ ਦੀ ਸਪੇਸਿੰਗ ਜਿਹੜੀ ਉਹ ਟੇਨ ਕੀਤੀ ਜਾਂਦੀ ਆ ਵੀ ਕਿੰਨੀ ਦੂਰ ਰੱਖਣੇ ਆ। ਜੇ ਲੋਡ ਹੋਵੇ ਤਾਂ ਤੀਜੀ ਲੇਅਰ ਵੀ ਅਸੀਂ ਪਾ ਸਕਦੇ ਹਾਂ। ਮਤਲਬ ਇਹ ਡਿਪੈਂਡ ਕਰਦਾ ਡਿਜ਼ਾਈਨ ਤੇ, ਕਿ ਸਾਨੂੰ ਡਿਜ਼ਾਈਨਰ ਨੇ, ਸਟਰਕਚਰ ਇੰਜੀਨੀਅਰ ਨੇ ਦਿੱਤਾ, ਉਹਦੇ ਮੁਤਾਬਕ ਬਿਲਡਿੰਗ ਦੀ ਲੋਡ ਦੇ ਮੁਤਾਬਕ ਇਹ ਕਿੰਨੇ ਲੇਅਰ ਪਾਉਣੀ, 1 ਪਾਉਣੀ, 2 ਪਾਉਣੀ ਆ। ਫਿਰ ਉਹਦੇ ਵਿੱਚ ਜਿਹੜੀ ਖਾਲੀ ਜਗ੍ਹਾ ਹੁੰਦੀ ਆ ਸਟਿਫਨਰਸ ਦੇ ਵਿੱਚ, ਸਟਿਫਨਰਸ ਦੇ ਨਾਲ ਖਾਲੀ ਜਗ੍ਹਾ ਜਿਹੜੀ ਗਾਰਡਰਾਂ ਦੇ ਵਿੱਚ ਬਚ ਜਾਂਦੀ ਹੈ ਨਾ, ਉਹਨੂੰ ਅਸੀਂ ਕੰਕਰੀਟ ਨਾਲ ਭਰਦੇ ਹਾਂ। ਕੰਕਰੀਟ ਦੇ ਇਹਦੇ ਆਲੇ ਦੁਆਲੇ ਸ਼ਟਰ ਲਾ ਕੇ, ਸ਼ਟਰ ਮਤਲਬ ਫਾਰਮ ਵਰਕ, ਉਹ ਲਾ ਕੇ ਫਿਰ ਇਹਦੇ ਵਿੱਚ ਅਸੀਂ ਕੰਕਰੀਟ ਨਾਲ ਭਰਦੇ ਹਾਂ। ਜਦੋਂ ਇਹ ਸੁੱਕ ਜਾਂਦਾ ਉਸ ਤੋਂ ਬਾਅਦ ਖੋਲ ਦਿੰਦੇ ਇਹਨੂੰ। ਖੋਲਣ ਤੋਂ ਬਾਅਦ ਫਿਰ ਇਹਦੇ ਉੱਪਰ ਜਿਹੜਾ ਦੇਖੋ ਸਾਡਾ ਕਾਲਮ ਆ, ਇਹ ਚਾਹੇ ਤਾਂ RCC ਕਾਲਮ ਵੀ ਹੋ ਸਕਦਾ, ਸਟੀਲ ਸੈਕਸ਼ਨ ਵੀ ਹੋ ਸਕਦਾ, ਬੀਅਰਿੰਗ ਪਲੇਟ ਥੱਲੇ ਲਾ ਕੇ ਉੱਪਰੋਂ ਅਸੀਂ ਇਹਦੇ ਚੱਕ ਲੈਂਦੇ। ਮਤਲਬ ਕਿ ਜਿਹੜਾ ਇਹਦਾ ਲੋਡ ਆ ਅਲਟੀਮੇਟਲੀ ਉਹ ਇੰਨੇ ਪੋਰਸ਼ਨ ਤੇ ਪਊਗਾ। ਇਹ ਬਹੁਤ ਹੈਵੀ ਲੋਡ ਲਈ ਆਪਾਂ ਇਹਨੂੰ ਵਰਤਦੇ ਹਾਂ। ਇਹਨੂੰ ਅਸੀਂ ਕਹਿੰਦੇ ਹੈਗੇ ਆ ਜੀ ਗ੍ਰਿਲੇਜ ਫਾਊਂਡੇਸ਼ਨ। ਇਹ ਇੱਕ ਸ਼ੈਲੋ ਫਾਊਂਡੇਸ਼ਨ ਦੀ ਕਿਸਮ ਆ। ਉਸ ਤੋਂ ਬਾਅਦ ਆ ਗਿਆ ਰਾਫਟ ਫਾਊਂਡੇਸ਼ਨ। ਰਾਫਟ ਫਾਊਂਡੇਸ਼ਨ ਵੀ ਉਦੋਂ ਅਸੀਂ ਪਾਉਂਦੇ ਹਾਂ ਜਦੋਂ ਬਿਲਡਿੰਗ ਦਾ ਜਿੰਨੇ ਏਰੀਏ 'ਚ ਅਸੀਂ ਬਿਲਡਿੰਗ ਬਣਾਉਣੀ ਹੋਵੇ ਉਹਨੇ ਪੂਰੇ ਦੇ ਪੂਰੇ ਏਰੀਏ ਦੇ ਵਿੱਚ ਫਾਊਂਡੇਸ਼ਨ ਪਾਇਆ ਜਾਂਦਾ। ਉਹਨੂੰ ਅਸੀਂ ਕਹਿੰਦੇ ਰਾਫਟ ਫਾਊਂਡੇਸ਼ਨ। ਮਤਲਬ ਕਿ ਜਦੋਂ ਸਾਡਾ ਫਾਊਂਡੇਸ਼ਨ ਦਾ ਏਰੀਆ, ਪਿੱਲਰ ਲਾਗੇ ਹੋਣ, ਫਾਊਂਡੇਸ਼ਨ ਦਾ ਏਰੀਆ 50% ਤੋਂ ਜ਼ਿਆਦਾ ਕਵਰ ਕਰ ਲਵੇ ਫਾਊਂਡੇਸ਼ਨ, ਜਿੰਨਾ ਅਸੀਂ ਬਿਲਡਿੰਗ ਦਾ ਏਰੀਆ ਆ ਉਹ ਤੋਂ 50% ਤੋਂ ਜ਼ਿਆਦਾ ਫਾਊਂਡੇਸ਼ਨ ਜੇ ਕਵਰ ਕਰਦਾ ਤਾਂ ਅਸੀਂ ਉੱਥੇ ਰਾਫਟ ਜਾਂ ਮੈਟ ਫਾਊਂਡੇਸ਼ਨ ਜਿਹੜਾ ਪ੍ਰੈਫਰ ਕਰਦੇ ਹਾਂ। ਇਹਦੇ ਵਿੱਚ ਕੀ ਆ, ਜਿੰਨੀ ਬਿਲਡਿੰਗ 'ਚ ਸਾਡੀ ਏਰੀਆ 'ਚ ਬਿਲਡਿੰਗ ਬਣਨੀ ਆ ਉਹਦੇ ਵਿੱਚ ਅਸੀਂ ਪੂਰੇ ਦੇ ਵਿੱਚ ਪਹਿਲਾਂ ਥੱਲੇ ਸਲੈਬ ਪਾ ਕੇ RCC ਸਲੈਬ ਤੋਂ ਵਿੱਚ ਅਸੀਂ ਫਿਰ ਉਹਦੇ ਉੱਪਰ ਬੀਮ ਬੰਨਾਂਗੇ ਆਪਣੇ ਡਿਜ਼ਾਈਨ ਦੇ ਮੁਤਾਬਕ। ਉਹਨਾਂ ਦੀ ਜਿਹੜੀ ਲੋਕੇਸ਼ਨ ਹੈ ਉੱਥੇ ਉਹਨਾਂ ਨੂੰ ਖੜੇ ਕਰਕੇ ਉਹਦੇ ਵਿੱਚ ਫਾਰਮ ਵਰਕ ਲਾ ਕੇ ਉਹਨਾਂ ਨੂੰ ਕਾਸਟ ਕਰਕੇ ਭਰਾਂਗੇ।
ਇਹ ਸਾਡਾ ਸੀਗਾ ਜੀ ਰਾਫਟ ਜਾਂ ਮੈਟ ਫਾਊਂਡੇਸ਼ਨ। ਇਹ ਵੀ ਹੈਵੀ ਲੋਡ ਲਈ ਅਸੀਂ ਵਰਤਦੇ ਹਾਂ। ਉਸ ਤੋਂ ਬਾਅਦ ਅੱਗੇ ਸਾਡੀ ਆਉਂਦੀ ਹੈਗੀ ਆ RCC ਪਾਈਲ ਫਾਊਂਡੇਸ਼ਨ। ਇਹ ਇੱਕ ਡੀਪ ਫਾਊਂਡੇਸ਼ਨ ਦੀ ਕਿਸਮ ਹੈ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਈਲਸ ਕਿੱਦਾਂ ਥੱਲੇ ਆ, ਜਿਹੜੇ ਪੀਲੇ ਰੰਗ ਦੀਆਂ ਪਾਈਲਸ ਕਿੱਦਾਂ ਜ਼ਮੀਨ ਦੇ ਵਿੱਚ ਡਰਿਵਨ ਕੀਤੀਆਂ। ਇਹ ਹੁੰਦੀਆਂ ਜਿੱਥੇ ਤੱਕ ਸਾਡੀ ਹਾਰਡ ਸੋਇਲ ਹੁੰਦੀ ਆ ਉੱਥੇ ਤੱਕ ਅਸੀਂ ਇਹਨਾਂ ਨੂੰ ਕਰਨਾ ਹੁੰਦਾ। ਬਣਾਉਂਦੇ ਕਿੱਥੇ ਆ ਅਸੀਂ, ਜਾਂ ਕੋਈ ਜਿੱਥੇ ਸੋਇਲ ਦੀ ਬੀਅਰਿੰਗ ਕਪੈਸਿਟੀ ਘੱਟ ਹੋਵੇ, ਜਾਂ ਵਾਟਰ ਲੌਕਡ ਏਰੀਆ ਹੋਵੇ ਜਿੱਥੇ ਪਾਣੀ ਖੜਾ ਆ, ਜਾਂ ਕੋਈ ਇਰੀਗੇਸ਼ਨ ਸਟਰਕਚਰ ਬਣਾਉਣੀ ਆ, ਜਿੱਦਾਂ ਕੋਈ ਪੁਲ ਹੋਇਆ ਜਾਂ ਕੋਈ ਡੈਮ ਹੋਇਆ, ਉਹਦੇ ਵਿੱਚ ਥੱਲੇ ਅਸੀਂ ਪਹਿਲਾਂ ਪਾਈਲ ਫਾਊਂਡੇਸ਼ਨ ਕਰਦੇ ਹਾਂ ਤਾਂ ਕਿ ਪਾਣੀ ਦੇ ਵਹਾਅ ਦੇ ਨਾਲ ਵੀ ਸਾਡੇ ਫਾਊਂਡੇਸ਼ਨ ਨੂੰ ਕੋਈ ਫਰਕ ਨਾ ਪਵੇ। ਫਿਰ ਇਹ ਪਾਈਲ ਜਿਹੜੀਆਂ ਅਸੀਂ RCC ਕੀ ਆ, ਪਹਿਲਾਂ ਖੱਡਾ ਕੱਢਦੇ ਹਾਂ, ਉਹਦੇ ਵਿੱਚ RCC ਦਾ ਪਿੱਲਰ ਬਣਾ ਕੇ ਫਿਰ ਅਸੀਂ ਇਹਨੂੰ ਮੌਕੇ ਤੇ ਕਾਸਟ ਕਰਦੇ ਹਾਂ। ਇਹ ਸਾਡਾ RCC ਪਾਈਲ। ਉਸ ਤੋਂ ਬਾਅਦ ਜਦੋਂ ਪਾਈਲ ਇਹ ਬਾਹਰ ਆ ਜਾਂਦੀ ਜ਼ਮੀਨ ਤੋਂ ਸਾਡੇ ਲੈਵਲ ਤੇ ਆ ਜਾਂਦੀ, ਉਹਦੇ ਉੱਪਰ ਫਿਰ ਦੇਖੋ ਜਿੱਦਾਂ ਬੇਸ ਬਣਾਉਂਦੇ ਇਹਦਾ, ਬੇਸ ਦੇ ਵਿੱਚ ਕੀ ਆ, ਸਰੀਆ ਬੰਨ੍ਹਦੇ ਆ, ਸਰੀਆ ਬੰਨ੍ਹ ਕੇ ਉਹਦੇ ਉੱਪਰ ਫਿਰ ਜਿਹੜਾ ਆਪਣਾ ਪਿੱਲਰ ਆ ਜਾਂ ਪੀਅਰਸ ਜਿਹੜਾ ਵੱਡੇ ਡਾਇਆਮੀਟਰ ਦਾ ਹੁੰਦਾ ਉਹ ਖੜਾ ਕਰਦੇ ਆ। ਉਹਦੇ ਵਿੱਚ ਫਿਰ ਅਸੀਂ ਆਪਣੀ ਸਟਰਕਚਰ ਅੱਗੇ ਇੱਦਾਂ ਵਧਾਉਂਦੇ ਹਾਂ। ਪਾਈਲ ਫਾਊਂਡੇਸ਼ਨ ਦਾ ਇੱਕ ਬਹੁਤ ਇੰਪੋਰਟੈਂਟ ਹੈ, ਡੀਪ ਫਾਊਂਡੇਸ਼ਨ ਦੀ ਕਿਸਮ ਆ ਇਹ। ਲੂਜ਼ ਸੋਇਲ ਦੇ ਵਿੱਚ ਆਪਾਂ ਨਹੀਂ ਜਨਰਲੀ ਇਹਨੂੰ ਪ੍ਰੈਫਰ ਕਰਦੇ ਹਾਂ, ਵੀ ਜਿੱਥੇ ਸੋਇਲ ਦੀ ਬੀਅਰਿੰਗ ਕਪੈਸਿਟੀ ਘੱਟ ਹੋਵੇ ਉੱਥੇ ਪਾਉਂਦੇ ਨੇ। ਫਿਰ ਅੱਗੇ RCC ਸਟੇਅਰਸ। ਸਟੇਅਰਸ ਦਾ ਮਤਲਬ ਕੀ ਹੈ, ਸਟੇਅਰ ਮੀਨਸ ਵਰਟੀਕਲ ਮੂਵਮੈਂਟ। ਇੱਕ ਬਿਲਡਿੰਗ ਤੋਂ ਜਾਂ ਇੱਕ ਮੰਜ਼ਿਲ ਤੋਂ ਦੂਜੀ ਮੰਜ਼ਿਲ ਤੱਕ ਜਾਣ ਲਈ ਅਸੀਂ ਸਟੇਅਰ ਦਾ ਪ੍ਰਯੋਗ ਕਰਦੇ ਹਾਂ। ਸਟੇਅਰਸ ਆਰ ਯੂਜ਼ਡ ਫॉर ਵਰਟੀਕਲ ਮੂਵਮੈਂਟਸ। ਵਰਟੀਕਲ ਮੂਵਮੈਂਟਸ ਮਤਲਬ ਇੱਕ ਮੰਜ਼ਿਲ ਤੋਂ ਦੂਜੀ ਮੰਜ਼ਿਲ ਤੱਕ ਜਾਣ ਲਈ ਅਸੀਂ ਸਟੇਅਰ ਨੂੰ ਵਰਤਦੇ ਹਾਂ। ਜਿੱਦਾਂ ਅਸੀਂ ਬਾਕੀ ਬਿਲਡਿੰਗ ਦੇ ਵਿੱਚ ਬਾਕੀ ਪਾਰਟਸ, ਕੰਪੋਨੈਂਟ ਪਾਰਟਸ ਆ, ਫਾਊਂਡੇਸ਼ਨ ਆ, ਸਲੈਬ ਆ, ਡੋਰ ਵਿੰਡੋ ਆ, ਜੋ ਵੀ ਬਣਾਉਣੇ, ਸਾਰਾ ਕੁਝ ਬਣਾਉਣੇ, ਉੱਦਾਂ ਹੀ ਸਾਨੂੰ ਇਹ ਜਿਹੜੀ RCC ਸਟੇਅਰ ਹੈ ਇਹ ਵੀ ਬਹੁਤ ਇੰਪੋਰਟੈਂਟ ਹੈ। ਇਸ ਤੋਂ ਬਿਨਾਂ ਸਾਡਾ ਜਿਹੜਾ ਇੱਕ ਮੰਜ਼ਿਲ ਤੋਂ ਦੂਜੀ ਮੰਜ਼ਿਲ ਤੱਕ ਜਾਣਾ ਉਹ ਪੋਸੀਬਲ ਨਹੀਂ ਹੋ ਸਕਦਾ। ਠੀਕ ਹੈ। RCC ਸਟੇਅਰ ਦੇ ਵਿੱਚ ਕੀ ਹੈ, ਦੇਖੋ ਸਰੀਏ ਦੀ ਜਿਹੜੀ ਡਰਾਇੰਗ ਦਿੱਤੀ ਹੈ, ਇਹਦੇ ਵਿੱਚ ਅਸੀਂ ਇਹਦੇ ਮੁਤਾਬਕ ਸਰੀਆ ਬੰਨ੍ਹ ਕੇ ਫਿਰ ਕੰਕਰੀਟ ਨੂੰ ਕਾਸਟ ਕਰਦੇ। ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਕੀ ਕਰਾਂਗੇ, ਆਪਣਾ ਫੋਮ ਵਰਕ ਜਾਂ ਸ਼ਟਰਿੰਗ ਕਰਾਂਗੇ, ਉਹਦੇ ਵਿੱਚ ਫਿਰ ਸਰੀਆ ਬੰਨਾਂਗੇ, ਸਰੀਆ ਬੰਨ੍ਹ ਕੇ ਕੰਕਰੀਟ ਕਾਸਟ ਕਰਾਂਗੇ, ਫਿਰ ਉਹਨੂੰ ਪੱਕਣ ਤੋਂ ਬਾਅਦ ਖੋਲ ਦਾਂਗੇ। ਆ ਜਿਹੜੇ ਸਟੈਪਸ ਲੱਗੇ ਆ, ਰਾਈਜ਼ਰ ਤੇ ਟਰੈਡ, ਇਹ ਜਿੱਦਾਂ ਆਪਾਂ ਪੜ੍ਹਦੇ ਹਾਂ ਰਾਈਜ਼ਰ ਟਰੈਡ, ਇਹ ਲਾ ਕੇ ਤਾਂ ਅਸੀਂ ਇੱਕ ਮੰਜ਼ਿਲ ਤੋਂ ਦੂਜੀ ਮੰਜ਼ਿਲ, ਦੂਜੀ ਤੋਂ ਤੀਜੀ, ਤੇ ਇਦਾਂ ਹੀ ਅਸੀਂ ਉੱਪਰ ਥੱਲੇ ਆ ਜਾ ਸਕਦੇ ਹਾਂ। ਇਹਨੂੰ ਆਪਾਂ ਕਹਿੰਦੇ ਹਾਂ RCC ਸਟੇਅਰਸ। ਇਹ ਵੀ ਉਨੀਆਂ ਹੀ ਇੰਪੋਰਟੈਂਟ ਆ ਜਿੰਨੀਆਂ ਕਿ ਬਾਕੀ ਬਿਲਡਿੰਗ ਦੇ ਵਿੱਚ ਬਾਕੀ ਚੀਜ਼ਾਂ। ਫਿਰ ਅੱਗੇ ਆ ਗਿਆ RCC ਕਾਲਮਸ। RCC ਕਾਲਮਸ ਕੀ ਆ? RCC ਕਾਲਮਸ ਇੱਕ ਜਿਹੜੇ ਵਰਟੀਕਲ ਮੈਂਬਰ ਹੁੰਦੇ ਆ, ਵਰਟੀਕਲ ਸਟਰਕਚਰਲ ਮੈਂਬਰ ਹੁੰਦੇ ਆ, ਜਿਹੜਾ ਕਿ ਵਰਟੀਕਲ ਜਾਂ ਐਕਸੀਅਲ ਲੋਡ ਨੂੰ ਕੈਰੀ ਕਰਦੇ ਆ। RCC ਕਾਲਮ ਉਹ ਸਟਰਕਚਰ ਆ ਇਹ ਜਿਹੜੀ ਐਕਸੀਅਲ ਲੋਡ ਨੂੰ ਕੈਰੀ ਕਰਦੀ ਆ। ਇਹਦੇ ਵਿੱਚ ਫਿਰ ਉੱਪਰ ਜਾ ਕੇ ਅਸੀਂ ਆਪਣੇ ਬੀਮ, ਸਲੈਬ ਜੋ ਵੀ ਟਿਕਾਉਂਦੇ ਆ, ਤੇ ਇਹਦਾ ਜਿਹੜਾ ਲੋਡ ਆ ਉਹ ਅਲਟੀਮੇਟਲੀ ਜ਼ਮੀਨ ਤੇ ਟਰਾਂਸਮਿਟ ਹੁੰਦਾ ਥਰੂ ਫਾਊਂਡੇਸ਼ਨ। ਕਾਲਮ ਦੇ ਅੱਗੇ ਜਿਹੜੀਆਂ ਗਾਂਹ ਕਿਸਮਾਂ ਆ ਉਹਨੂੰ ਅਸੀਂ ਡਿਫਾਈਨ ਕਰਦੇ ਆ। ਕਾਲਮ ਦੇ ਜਿਹੜੇ ਗਾਂਹ ਟਾਈਪ ਆ ਉਹ ਹੈਗੇ ਸ਼ਾਰਟ ਕਾਲਮ ਤੇ ਲੌਂਗ ਕਾਲਮ। ਇਹ ਮੇਨਲੀ ਦੋ ਤਰ੍ਹਾਂ ਦੇ ਹੁੰਦੇ ਆ। ਵੈਸੇ ਇਹ ਨਾਰਮਲੀ ਇਹਨਾਂ ਨੂੰ ਅਸੀਂ ਵਰਟੀਕਲ ਮੈਂਬਰ ਕਹਿੰਦੇ ਆ, ਵਰਟੀਕਲ ਮੈਂਬਰਸ ਯੂਜ਼ਡ ਫॉर ਕੈਰਿੰਗ ਐਕਸੀਅਲ ਲੋਡਸ। ਠੀਕ ਹੈ ਜੀ। ਅੱਗੇ ਹੈਗਾ ਟਾਈਪਸ ਆਫ ਕਾਲਮ। ਦੋ ਤਰ੍ਹਾਂ ਦੇ ਕਾਲਮ ਮੇਨਲੀ ਹੁੰਦੇ ਆ। ਨੰਬਰ ਇੱਕ ਹੈਗਾ ਲੌਂਗ ਕਾਲਮ ਤੇ ਸ਼ਾਰਟ ਕਾਲਮ। ਹੁਣ ਇਹਦੇ ਵਿੱਚ ਕਾਲਮ ਜਿਹੜੇ ਦੋ ਤਰ੍ਹਾਂ ਦੇ ਆ, ਲੌਂਗ ਕਾਲਮ ਅਸੀਂ ਕਦੋਂ ਕਹਿੰਦੇ ਆ, ਜਦੋਂ ਕਾਲਮ ਦੀ ਲੰਬਾਈ ਜਾਂ ਇਫੈਕਟਿਵ ਲੈਂਥ, ਉਸ ਦੀ ਸਲੈਂਡਰਨੈਸ ਰੇਸ਼ੋ ਮਤਲਬ ਲੀਸਟ ਲੇਟਰਲ ਡਾਇਮੈਂਸ਼ਨ ਤੋਂ 12 ਤੋਂ ਵੱਧ ਜਾਂਦੀ ਹੈ ਤਾਂ ਉਹਨੂੰ ਅਸੀਂ ਲੌਂਗ ਕਾਲਮ ਕਹਿੰਦੇ ਹਾਂ। ਮਤਲਬ ਜਦੋਂ ਕਾਲਮ ਦੀ ਲੰਬਾਈ ਉਹਦੀ ਲੀਸਟ ਲੇਟਰਲ ਡਾਇਮੈਂਸ਼ਨ ਤੇ ਇਹਨਾਂ ਦੋਨਾਂ ਦੀ ਰੇਸ਼ੋ ਆ ਜਿਹੜੀ ਉਹ 12 ਤੋਂ ਵੱਧ ਜਾਂਦੀ ਆ, ਅਸੀਂ ਉਸ ਨੂੰ ਲੌਂਗ ਕਾਲਮ ਕਹਿੰਦੇ ਆ। ਤੇ ਉਸਦਾ ਜਿਹੜਾ ਸਰੀਆ ਆ ਉਹ ਲੌਂਗ ਕਾਲਮ ਦੇ ਮੁਤਾਬਕ ਹੀ ਬਣਾਂਗੇ। ਦੂਜੀ ਕਿਸਮ ਇਹਦੀ ਹੈਗੀ ਸ਼ਾਰਟ ਕਾਲਮ। ਇਹਦੇ ਵਿੱਚ ਕੀ ਆ, ਜਦੋਂ ਕਾਲਮ ਦੀ ਇਫੈਕਟਿਵ ਲੈਂਥ ਤੇ ਉਸ ਦੀ ਸਲੈਂਡਰਨੈਸ ਰੇਸ਼ੋ ਮਤਲਬ ਲੀਸਟ ਲੇਟਰਲ ਡਾਇਮੈਂਸ਼ਨ ਦੀ ਰੇਸ਼ੋ 12 ਤੋਂ ਨਹੀਂ ਵੱਧਦੀ, 12 ਤੋਂ ਥੱਲੇ ਰਹਿੰਦੀ ਹੈ, ਤਾਂ ਫਿਰ ਅਸੀਂ ਉਸ ਨੂੰ ਸ਼ਾਰਟ ਕਾਲਮ ਕਹਿੰਦੇ ਆ। ਇਹ ਦੋ ਜਿਹੜੀਆਂ ਮੇਨ ਕਾਲਮ ਦੀਆਂ ਕਿਸਮਾਂ ਆ। ਲੌਂਗ ਕਾਲਮ ਦਾ ਜਿਹੜਾ ਸਟੀਲ ਆ ਉਹ ਅਲੱਗ ਤਰੀਕੇ ਨਾਲ ਬੰਨਿਆ ਜਾਂਦਾ ਤੇ ਸ਼ਾਰਟ ਕਾਲਮ ਦਾ
ਅਲੱਗ ਮੈਥਡ ਨਾਲ ਅਸੀਂ ਬੰਨ੍ਹਦੇ ਹਾਂ। ਫਿਰ ਅੱਗੇ ਸਾਡੇ ਕੋਲ ਟੌਪ ਲਾਈਨ ਆਉਂਦਾ ਹੈਗਾ RCC beams, ਜਿਹੜਾ ਕਿ ਸਭ ਤੋਂ ਇੰਪੋਰਟੈਂਟ ਸਟਰਕਚਰ ਆ ਜਾਂ ਇੰਪੋਰਟੈਂਟ ਕੰਪੋਨੈਂਟ ਆ ਬਿਲਡਿੰਗ ਦੇ ਵਿੱਚ, ਕਿਸੇ ਵੀ ਬਿਲਡਿੰਗ ਦੇ ਵਿੱਚ ਕਹਿ ਲਓ। ਬੀਮ ਕੀ ਹੁੰਦੇ ਆ? ਬੀਮਸ ਜਿਹੜੇ ਇੱਕ ਹੋਰੀਜੈਂਟਲ ਮੈਂਬਰਸ ਹੁੰਦੇ ਆ, ਇਹ ਹੋਰੀਜੈਂਟਲ ਸਟਰਕਚਰਲ ਮੈਂਬਰ ਵੀ ਤੁਸੀਂ ਕਹਿ ਸਕਦੇ ਹੋ। ਹੋਰੀਜੈਂਟਲ ਸਟਰਕਚਰਲ ਮੈਂਬਰਸ ਹੁੰਦੇ ਆ ਜਿਹੜਾ ਕਿ ਸਲੈਬ ਦਾ ਆਪਣਾ ਡੈਡ ਲੋਡ, ਲਾਈਵ ਲੋਡ, ਸਲੈਬ ਦਾ ਸਾਰਾ ਭਾਰ ਲੈ ਕੇ ਪਿੱਲਰਾਂ ਰਾਹੀਂ ਜ਼ਮੀਨ ਦੇ ਉੱਪਰ ਟ੍ਰਾਂਸਫਰ ਕਰਦੇ ਆ। ਬੀਮ ਦਾ ਜਿਹੜਾ ਮਤਲਬ ਕੀ ਆ, ਮੇਨ ਪਰਪਸ ਇਹਨਾਂ ਦੇ ਇਹੀ ਆ, ਜਿਹੜੇ ਸਾਡੀ ਓਪਨਿੰਗਸ ਆ ਉਹਨਾਂ ਨੂੰ ਕਵਰ ਕਰਨ ਦੇ ਲਈ ਅਸੀਂ ਵਰਤਦੇ ਹਾਂ। RCC ਬੀਮ ਸਾਡੇ ਹੋਰੀਜੈਂਟਲ ਸਟਰਕਚਰ ਮੈਂਬਰ ਹੁੰਦੇ ਹਨ ਜਿਹੜਾ ਕਿ ਬੈਂਡਿੰਗ ਮੂਵਮੈਂਟ ਦੇ ਰੂਪ ਵਿੱਚ ਟੈਂਸਾਈਲ ਲੋਡ ਲੈਂਦੇ ਆ। ਟੈਂਸਾਈਲ ਲੋਡ ਕਿਹਦਾ? ਬੈਂਡਿੰਗ ਮੂਵਮੈਂਟ, ਡਾਊਨਵਰਡ ਬੈਂਡਿੰਗ ਮੂਵਮੈਂਟ ਇਹਨਾਂ ਵਿੱਚ ਹੁੰਦੀ ਆ। ਜਿਵੇਂ ਕਿ ਸਾਨੂੰ ਪਤਾ ਹੈ ਕੰਕਰੀਟ ਜਿਹੜੀ ਆ ਉਹ ਕੰਪਰੈਸਿਵ ਸਟ੍ਰੈਸਸ ਦੇ ਵਿੱਚ ਮਜ਼ਬੂਤ ਆ, ਪਰ ਜਿਹੜਾ ਟੈਂਸਾਈਲ ਸਟ੍ਰੈਸਸ ਲਈ ਵੀਕ ਆ ਉਹ। ਇਸ ਕਰਕੇ ਅਸੀਂ ਬੀਮ ਦੇ ਵਿੱਚ ਉਹਦੇ ਥੱਲੇ ਵਾਲੀ ਲੇਅਰ ਦੇ ਵਿੱਚ ਜਿਹੜਾ ਮੇਨ ਸਟੀਲ ਪਾਉਂਦੇ ਆ ਤੇ ਉੱਪਰਲੇ ਪਾਸੇ ਹੈਂਗਰ ਬਾਰ ਪਾਉਂਦੇ ਆ। ਉਹ ਆਪਾਂ ਅੱਗੇ ਦੇਖਦੇ ਹਾਂ। ਇਹਦੇ ਵਿੱਚ ਆਹ ਦੇਖੋ ਬਣਿਆ ਬੀਮ ਦੀਆਂ ਕਿਸਮਾਂ ਅੱਗੇ ਆ ਗਈਆਂ। ਬੀਮਸ ਆਰ ਕਲਾਸੀਫਾਈਡ ਅਕੋਰਡਿੰਗ ਟੂ ਦੇਅਰ ਟਾਈਪ। ਬੀਮ ਦੀ ਕਿਸਮਾਂ ਦੇ ਮੁਤਾਬਕ ਉਹਦੀਆਂ ਕਿਹੜੀਆਂ ਡਿਜ਼ਾਈਨ ਦੇ ਮੁਤਾਬਕ ਕਿਹੜੀਆਂ ਕਿਸਮਾਂ? ਸਿੰਪਲੀ ਸਪੋਰਟਡ ਬੀਮ, ਕੰਟੀਨਿਊਸ ਬੀਮ, ਕੈਂਟੀਲੀਵਰ ਬੀਮ। ਸਿੰਪਲੀ ਸਪੋਰਟਡ ਬੀਮ ਉਹ ਆ ਜਿਹੜੀਆਂ ਦੋ ਲਗਾਤਾਰ ਸਪੋਰਟਾਂ ਦੇ ਉੱਪਰ ਟਿਕੇ ਹੋਏ ਹੁੰਦੇ ਹਨ। ਟੂ ਸਕਸੈਸਿਵ ਸਪੋਰਟਸ, ਮਤਲਬ ਜਾਂ ਟੂ ਕੰਜੈਕਟਿਵ ਸਪੋਰਟ, ਜਿਹੜੀਆਂ ਦੋ ਨਾਲ ਦੀਆਂ ਸਪੋਰਟਾਂ ਦੇ ਉੱਪਰ ਬੀਮ ਟਿਕਿਆ ਹੁੰਦਾ ਉਹਨੂੰ ਅਸੀਂ ਕਹਿੰਦੇ ਸਿੰਪਲੀ ਸਪੋਰਟਡ ਬੀਮ। ਕੰਟੀਨਿਊਸ ਬੀਮ ਦੀ ਇੱਕ ਉਹ ਕਿਸਮ ਹੈ ਜਿਹੜੀ ਦੋ ਜਾਂ ਦੋ ਤੋਂ ਵੱਧ ਸਪੈਨ ਤੱਕ ਜਾਂਦੀ ਆ। ਦੋ ਜਾਂ ਦੋ ਤੋਂ ਵੱਧ ਨਾਲ ਦੀਆਂ ਸਪੋਰਟਾਂ ਦੇ ਉੱਪਰ ਟਿਕੇ ਹੁੰਦੇ ਆ, ਠੀਕ ਹੈ, ਉਹਨੂੰ ਅਸੀਂ ਕਹਿੰਦੇ ਆ ਕੰਟੀਨਿਊਸ ਬੀਮ। ਕੈਂਟੀਲੀਵਰ ਬੀਮ ਉਹ ਹੁੰਦੇ ਆ ਜਿਹਦਾ ਇੱਕ ਸਿਰਾ, ਉਹ ਬੀਮ ਹੈ ਜਿਹਦਾ ਇੱਕ ਸਿਰਾ ਕਹਿ ਲਓ ਕੰਧ ਵਿੱਚ ਜਾਂ ਕਾਲਮ ਦੇ ਵਿੱਚ ਰਿਜਿਡਲੀ ਫਿਕਸ ਕੀਤਾ ਹੁੰਦਾ, ਠੀਕ ਹੈ। ਇਹ ਉਹ ਬੀਮ ਦੀ ਕਿਸਮ ਹੈ ਜਿਸ ਦਾ ਇੱਕ ਸਿਰਾ ਕੰਧ ਵਿੱਚ ਜਾਂ ਕਾਲਮ ਵਿੱਚ ਮਜ਼ਬੂਤੀ ਨਾਲ ਫਿਕਸ ਕੀਤਾ ਹੁੰਦਾ ਤੇ ਦੂਸਰਾ ਸਿਰਾ ਹਵਾ ਵਿੱਚ ਸਸਪੈਂਡਡ ਹੁੰਦਾ ਹੈ। ਦੂਸਰਾ ਸਿਰਾ ਹਵਾ ਵਿੱਚ ਸਸਪੈਂਡਡ ਹੁੰਦਾ। ਇਸ ਬੀਮ ਦੇ ਵਿੱਚ ਅਸੀਂ ਜਿਹੜਾ ਮੇਨ ਸਟੀਲ ਆ ਉਹ ਉੱਪਰਲੇ ਪਾਸੇ ਪਾਉਂਦੇ ਆ ਤਾਂ ਕਿ ਜਿਹੜੀਆਂ ਇਹਦੇ ਵਿੱਚ ਜਦੋਂ ਤੇ ਲੋਡ ਪੈਂਦਾ ਇਹਦੇ ਟੌਪ ਲੇਅਰ ਦੇ ਉੱਪਰ ਟੈਂਸਾਈਲ ਸਟ੍ਰੈਸਸ ਡਿਵੈਲਪ ਹੁੰਦੀਆਂ। ਇਸ ਕਰਕੇ ਉਹਨਾਂ ਨੂੰ ਬੈਲੈਂਸ ਕਰਨ ਦੇ ਲਈ ਅਸੀਂ ਇਹਦੇ ਟੌਪ ਲੇਅਰ ਦੇ ਵਿੱਚ ਜਿਹੜਾ ਮੇਨ ਸਟੀਲ ਪਾਉਂਦੇ ਆ ਤੇ ਥੱਲੇ ਵਾਲੇ ਪਾਸੇ ਹੈਂਗਰ ਬਾਰ ਪਾਉਂਦੇ ਆ। ਇਹਨੂੰ ਅਸੀਂ ਕਹਿੰਦੇ ਆ ਕੈਂਟੀਲੀਵਰ ਬੀਮ। ਉਹਦੇ ਵਿੱਚ ਸੀਗਾ ਅੱਗੇ ਹੈਗਾ ਜੀ ਸਿੰਗਲੀ RCC ਬੀਮ। ਸਿੰਗਲੀ RCC ਬੀਮ ਦਾ ਮਤਲਬ ਇਹ ਉਹ ਬੀਮ ਆ ਜਿਹਦੇ ਵਿੱਚ ਮੇਨ ਸਟੀਲ ਸਿਰਫ ਇੱਕ ਥੱਲੇ ਵਾਲੀ ਲੇਅਰ 'ਚ ਪਾਇਆ ਜਾਂਦਾ। ਦੇਖੋ ਜਿੱਦਾਂ ਆਪਾਂ ਫਿਗਰ ਦੇਖ ਰਹੇ ਹਾਂ, ਥੱਲੇ 3 ਸਰੀਏ ਪਾਏ ਆ, ਉੱਪਰ 2 ਸਰੀਏ ਪਾਏ ਆ। ਆਹ ਵਾਲੇ ਜਿਹੜੇ ਇਹਨਾਂ ਨੂੰ ਅਸੀਂ ਸਟ੍ਰਿਪਸ ਜਾਂ ਰਿੰਗ ਕਹਿੰਦੇ ਆ। ਮੇਨ ਸਟੀਲ ਇਹਦੇ ਵਿੱਚ ਸਿਰਫ ਥੱਲੇ ਵਾਲੇ ਪਾਸੇ, ਉੱਪਰ ਸਿਰਫ ਜਿਹੜੀਆਂ 2 ਸਰੀਏ ਇਹਨਾਂ ਨੂੰ ਹੈਂਗਰ ਬਾਰ ਕਹਿੰਦੇ ਆ। ਇਹ ਹੈਂਗਰ ਬਾਰ ਦਾ ਕੰਮ ਕੀ ਆ? ਜਿਹੜੇ ਰਿੰਗ ਆ ਜਾਂ ਸਟ੍ਰਿਪਸ ਆ ਜਿਹਨਾਂ ਨੂੰ ਟੈਕਨੀਕਲੀ ਅਸੀਂ ਸਟ੍ਰਿਪਸ ਕਹਿੰਦੇ ਆ, ਉਹਨਾਂ ਨੂੰ ਇਹ ਪਕੜ ਕੇ ਰੱਖਦੇ ਆ। ਸਟ੍ਰਿਪਸ ਦਾ ਕੰਮ ਕੀ ਆ? ਸ਼ੀਅਰ ਫੋਰਸ ਨੂੰ ਸ਼ੀਅਰ ਜਿਹੜੀ ਸਟ੍ਰੈਸ ਉਹਨੂੰ ਲੈਣਾ। ਤੇ ਜਿਹੜੇ ਮੇਨ ਸਟੀਲ ਹੈ ਸਾਡਾ, ਇਹਨਾਂ ਦਾ ਕੰਮ ਕੀ ਆ? ਮੇਨ ਜਿਹੜਾ ਲੋਡ ਹੈ ਉਹਨੂੰ ਚੁੱਕਣਾ, ਠੀਕ ਹੈ। ਇਸ ਕਰਕੇ ਇਹ ਸਿੰਗਲੀ RCC ਦੇ ਵਿੱਚ ਜਿਹੜਾ ਸਾਡੀ ਮੇਨ ਸਟੀਲ ਆ ਉਹ ਅਸੀਂ ਸਿਰਫ ਥੱਲੇ ਵਾਲੀ ਲੇਅਰ ਦੇ ਵਿੱਚ ਪਾਉਂਦੇ, ਉੱਪਰਲੇ ਪਾਸੇ ਸਿਰਫ 2 ਹੈਂਗਰ ਬਾਰ ਹੋਣਗੀਆਂ। ਫਿਰ ਅੱਗੇ ਸਾਡਾ ਆਉਂਦਾ WRCC ਬੀਮ। WRCC ਬੀਮ ਇਹ ਬੀਮ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਸਟੀਲ ਰੀਇਨਫੋਰਸਮੈਂਟ ਜਾਂ ਸਰੀਆ ਜਿਹਨੂੰ ਆਪਾਂ ਕਹਿੰਦੇ ਹਾਂ ਦੋਨੇ ਪਾਸੇ, ਮਤਲਬ ਬੋਟਮ ਲੇਅਰ ਤੇ ਟੌਪ ਲੇਅਰ ਤੇ, ਬੋਟਮ ਲੇਅਰ ਤੇ ਟੌਪ ਲੇਅਰ ਤੇ ਦੋਨੇ ਪਾਸੇ ਪਾਇਆ ਹੁੰਦਾ। ਇਹਦਾ ਕਾਰਨ ਕੀ ਹੈ? ਜਦੋਂ ਅਸੀਂ ਅਕੋਰਡਿੰਗ ਟੂ ਡਿਜ਼ਾਈਨ ਦੇਖਦੇ ਹਾਂ ਸਾਡੀ ਬੀਮ ਦੀ ਡੈਪਥ, ਬੀਮ ਦੀ ਚੌੜਾਈ, ਵਿਡਥ ਉਹਦੀ ਬਹੁਤ ਜ਼ਿਆਦਾ ਨਿਕਲ ਆਉਂਦੀ ਹੈ, ਜਿਹਨੂੰ ਅਸੀਂ ਆਰਕੀਟੈਕਚਰਲ ਅਪੀਅਰੈਂਸ ਦੇ ਪੁਆਇੰਟ ਆਫ ਵਿਊ ਨਾਲ ਦੇਖ ਕੇ ਕਹਿ ਲਓ ਵੀ ਪਾ ਨਹੀਂ ਸਕਦੇ, ਮੌਕੇ ਤੇ ਕਾਸਟ ਨਹੀਂ ਕਰ ਸਕਦੇ, ਸਾਨੂੰ ਦੇਖਣ ਨੂੰ ਨਹੀਂ ਚੰਗਾ ਲੱਗਦਾ ਬੀਮ ਦਾ ਸਾਈਜ਼ ਬਹੁਤ ਵੱਡਾ ਹੋਵੇ। ਬੀਮ ਦਾ ਸਾਈਜ਼ ਨੂੰ ਰਿਡਿਊਸ ਕਰਨ ਦੇ ਲਈ ਉਹਦੇ ਵਿੱਚ ਸਟੀਲ ਰੀਇਨਫੋਰਸਮੈਂਟ ਵਧਾਉਣੀ ਪੈਂਦੀ ਆ। ਜਦੋਂ ਅਸੀਂ ਸਟੀਲ ਰੀਇਨਫੋਰਸਮੈਂਟ ਵਧਾਵਾਂਗੇ ਤਾਂ ਉਹਦੇ ਵਿੱਚ ਨੈਚੁਰਲੀ ਸਾਨੂੰ ਉੱਪਰਲੇ ਪਾਸੇ ਵੀ ਸਟੀਲ ਜਿਹੜਾ ਟੈਂਸਾਈਲ ਸਟੀਲ ਪਾਉਣਾ ਪਊਗਾ ਤੇ ਥੱਲੇ ਪਾਸੇ ਵੀ। ਇਸ ਕਰਕੇ ਇਹਦੇ ਵਿੱਚ ਦੋਨੇ ਹੀ ਲੇਅਰਾਂ ਜਿਹੜੀਆਂ ਥੱਲੇ ਵੀ ਆ, ਦੇਖੋ ਲੇਅਰ ਪਈ ਆ ਮੇਨ ਸਟੀਲ ਦੇ ਉੱਪਰ ਵੀ, ਤੇ ਨਾਲ ਇਹਦੇ ਇੱਕ ਸਾਈਡ ਫੇਸ ਰੀਇਨਫੋਰਸਮੈਂਟ ਪਿਆ ਹੋਇਆ ਜਿਹੜਾ ਆ ਸਾਈਡ ਤੇ ਪਏ ਸਰੀਏ, 2 ਸਰੀਏ ਸਾਈਡ ਤੇ ਪਏ ਆ, ਇਹਨੂੰ ਅਸੀਂ ਕਹਿੰਦੇ ਆ ਸਾਈਡ ਫੇਸ ਰੀਇਨਫੋਰਸਮੈਂਟ। ਇਹ ਅਸੀਂ ਉਦੋਂ ਪਾਉਂਦੇ ਆ ਜਦੋਂ ਬੀਮ ਦੀ ਡੈਪਥ ਕਹਿ ਲਓ 50 ਸੈਂਟੀਮੀਟਰ ਜਾਂ 50 ਸੈਂਟੀਮੀਟਰ ਤੋਂ ਜ਼ਿਆਦਾ ਹੁੰਦੀ ਆ।
ਉਦੋਂ ਅਸੀਂ ਸਾਈਡ ਫੇਸ ਰੀਇਨਫੋਰਸਮੈਂਟ ਨੂੰ ਪਾਉਂਦੇ ਹਾਂ। ਤੇ ਇਹਨਾਂ ਦੀ ਜਿਹੜੀ ਬਣਤਰ ਆ ਇਹ ਬਹੁਤ ਹੈਵੀ ਲੋਡ ਲਈ ਅਸੀਂ ਇਹਨਾਂ ਨੂੰ ਬਣਾਉਂਦੇ ਹਾਂ। ਮਤਲਬ ਜਦੋਂ ਸਾਡਾ ਲੋਡ ਦੇ ਅਨੁਸਾਰ ਬੀਮ ਦੀ ਡਿਜ਼ਾਈਨ ਡੈਪਥ ਜ਼ਿਆਦਾ ਹੁੰਦੀ ਹੈ, ਉਦੋਂ ਅਸੀਂ ਸਾਈਜ਼ ਘੱਟ ਕਰਨ ਲਈ ਇਹਨੂੰ ਅਸੀਂ ਕੰਪੈਕਟ ਕਰਦੇ ਹਾਂ। ਉਹਦੇ ਲਈ ਸਾਨੂੰ ਸਟੀਲ ਰੀਇਨਫੋਰਸਮੈਂਟ ਵਧਾਉਣੀ ਪੈਂਦੀ ਹੈ। ਇਹਨੂੰ ਅਸੀਂ WRCC ਬੀਮ ਕਹਿੰਦੇ। ਮਤਲਬ ਦੋਨੇ ਪਾਸੇ ਉੱਪਰ ਵੀ ਤੇ ਥੱਲੇ ਵਾਲੀ ਲੇਅਰ 'ਚ ਵੀ ਕੰਪਰੈਸਿਵ ਸਟੀਲ ਪਾਇਆ ਜਾਂਦਾ। ਫਿਰ ਅੱਗੇ ਹੈਗਾ ਕੰਟੀਨਿਊਸ ਬੀਮ। ਕੰਟੀਨਿਊਸ ਬੀਮ ਇਹ ਉਹ ਬੀਮ ਹੁੰਦੇ ਹਨ ਜਿਹੜੇ ਕਿ 2 ਜਾਂ 2 ਤੋਂ ਵੱਧ ਕੰਟੀਨਿਊਸ ਸਪੈਨ ਉੱਪਰ ਟਿਕਾਏ ਜਾਂਦੇ ਹਨ। ਹੁਣ ਤੁਸੀਂ ਦੇਖੋ ਉਹਦੇ ਵਿੱਚ 1 ਸਪੈਨ 2 3 ਸਪੈਨ ਬਣੇ ਹੋਏ, ਅੱਗੇ ਵੀ ਹੋ ਸਕਦਾ ਅਗਾਂਹ ਕੰਟੀਨਿਊ ਕਰ ਸਕਦੇ ਹਾਂ ਆਪਾਂ ਇਹਨੂੰ। ਇਹ ਉਹ ਬੀਮ ਹੁੰਦੇ ਹਨ ਜਿਹੜੇ ਕਿ 2 ਜਾਂ 2 ਤੋਂ ਵੱਧ ਕੰਟੀਨਿਊਸ ਸਪੈਨ ਉੱਪਰ ਟਿਕਾਏ ਹੁੰਦੇ ਹਨ। ਇਹਨਾਂ ਬੀਮਾਂ ਦੇ ਸੈਂਟਰ ਵਿੱਚ ਬੈਂਡਿੰਗ ਮੂਵਮੈਂਟ ਮੈਕਸਿਮਮ ਹੁੰਦਾ ਹੈ। ਬੈਂਡਿੰਗ ਮੂਵਮੈਂਟ ਜਿਹੜੀ ਹੁੰਦੀ ਇਹਨਾਂ ਦੇ ਵਿੱਚ ਉਹ ਮੈਕਸਿਮਮ ਐਟ ਸੈਂਟਰ ਹੁੰਦੀ ਹੈ ਤੇ 0 ਐਟ ਐਂਡਸ, ਕਿਨਾਰੇ ਸਿਰਿਆਂ ਤੇ 0 ਹੁੰਦੀ ਹੈ। ਇਹਦੇ ਵਿੱਚ ਕੀ ਹੈ, ਦੇਖੋ ਜਿਹੜਾ ਮੇਨ ਸਟੀਲ ਆ ਉਹ ਸੈਂਟਰ ਦੇ ਵਿੱਚ ਜ਼ਿਆਦਾ ਹੋਊਗਾ। ਉੱਪਰਲੇ ਪਾਸੇ ਕੀ ਹੈ, ਇਹਦੇ ਹੌਕਿੰਗ ਬੈਂਡਿੰਗ ਮੂਵਮੈਂਟ, ਜਿਹੜੀ ਥੱਲੇ ਵਾਲੇ ਪਾਸੇ ਸੈਗਿੰਗ ਬੈਂਡਿੰਗ ਮੂਵਮੈਂਟ, ਉੱਪਰਲੇ ਪਾਸੇ ਇੱਥੇ ਪਿੱਲਰ ਦੇ ਕੋਲ ਸਪੋਰਟ ਨੀਅਰ ਸਪੋਰਟ, ਇਹ ਜਿਹੜੀ ਹੌਕਿੰਗ ਬੈਂਡਿੰਗ ਮੂਵਮੈਂਟ ਹੋਗੀ ਉਹਨੂੰ ਬੈਲੈਂਸ ਕਰਨ ਦੇ ਲਈ ਇੱਥੇ ਉੱਪਰਲੇ ਪਾਸੇ ਵੀ ਅਸੀਂ ਸਰੀਆ ਪਾਉਂਦੇ ਹਾਂ। ਇਹਨਾਂ ਦੇ ਬੀਮਾਂ ਦੇ ਵਿੱਚ ਜਿਹੜਾ ਮੇਨ ਸਟੀਲ ਆ ਸਿੰਗਲ ਜਾਂ ਡਬਲੀ ਬੀਮ ਵਾਂਗੂ ਹੀ ਹੁੰਦਾ ਹੈ, ਪਰ ਸਪੋਰਟ ਦੇ ਉੱਪਰਲੇ ਪਾਸੇ LY3 ਜਿੱਦਾਂ ਤੇ ਆਪਾਂ ਪਾਉਂਦੇ ਹਾਂ, ਦੇਖੋ LY4 ਜਾਂ LY3 ਤੱਕ ਇਹ ਜਿਹੜਾ ਸਟੀਲ ਉੱਪਰਲੇ ਪਾਸੇ ਪਾਉਂਦੇ ਤਾਂ ਕਿ ਜਿਹੜੇ ਇੱਥੇ ਟੈਂਸਾਈਲ ਸਟ੍ਰੈਸਿਸ ਡਿਵੈਲਪ ਹੋਣੀਆਂ ਉਹਦੇ ਨਾਲ ਬੀਮ ਕ੍ਰੈਕ ਨਾ ਹੋਵੇ। ਠੀਕ ਹੈ, ਉਹਨੂੰ ਬੈਲੈਂਸ ਕਰਨ ਦੇ ਲਈ ਇਹਦੇ ਉੱਪਰਲੇ ਪਾਸੇ LY3 ਤੱਕ ਅਸੀਂ ਟੈਂਸਾਈਲ ਸਟ੍ਰੈਸਿਸ ਪਾਉਂਦੇ ਹਾਂ ਥਰੂ ਆਊਟ ਦੀ ਸਪੋਰਟ। ਇਹਨੂੰ ਅਸੀਂ ਕਹਿੰਦੇ ਕੰਟੀਨਿਊਸ ਬੀਮ। ਅੱਗੇ ਸਾਡਾ ਹੈਗਾ ਕੈਂਟੀਲੀਵਰ ਬੀਮ। ਕੈਂਟੀਲੀਵਰ ਬੀਮ ਦੇ ਵਿੱਚ ਉਹ ਬੀਮ ਆ ਜਿਹਦੇ ਵਿੱਚ ਦੇਖੋ ਬੀਮ ਦਾ ਇੱਕ ਐਂਡ ਜਿਹੜਾ ਉਹ ਰਿਜਿਡਲੀ ਫਿਕਸ ਹੈ, ਚਾਹੇ ਉਹਨੂੰ ਅਸੀਂ ਬੀਮ ਨਾਲ ਕਰ ਲਈਏ ਜਾਂ ਅਸੀਂ ਉਹਨੂੰ ਕਿਸੇ ਕੰਧ 'ਚ ਕਰ ਲਈਏ। ਦੂਸਰਾ ਉਹਦਾ ਜਿਹੜਾ ਸਿਰਾ ਉਹ ਹਵਾ ਵਿੱਚ ਫ੍ਰੀਲੀ ਸਸਪੈਂਡਡ ਹੈ। ਮਤਲਬ ਕਿ ਇਹਦੇ ਉੱਪਰਲੇ ਜਦੋਂ ਇੱਥੇ ਲੋਡ ਪੈਣਾ, ਇਹਦੀਆਂ ਟੈਂਸਾਈਲ ਸਟ੍ਰੈਸਿਸ ਇਹਦੇ ਉੱਪਰਲੇ ਪਾਸੇ ਇੱਥੇ ਪੈਦਾ ਹੋਣੀਆਂ। ਇਹਦੇ ਜਿਹੜਾ ਮੇਨ ਸਟੀਲ ਹੈ ਅਸੀਂ ਉੱਪਰ ਮਾਵਾਂਗੇ ਇੱਥੇ। ਥੱਲੇ ਵਾਲੇ ਪਾਸੇ ਇਹਦੇ ਕੀ ਆ, ਇਹਦੇ ਹੈਂਗਰ ਵਾਰ ਹੋਣਗੀਆਂ। ਆਹ ਜਿਹੜੇ ਪਾਏ ਹੋਏ ਸਟ੍ਰਿਪਸ ਆ ਇਹਨੂੰ ਅਸੀਂ ਕਹਿੰਦੇ ਆ ਕੈਂਟੀਲੀਵਰ ਬੀਮ। ਮਤਲਬ ਇਹ ਇੱਕ ਸਿਰਾ ਇਹਦਾ ਫਿਕਸ ਹੁੰਦਾ, ਦੂਸਰਾ ਸਿਰਾ ਹਵਾ ਦੇ ਵਿੱਚ ਸਸਪੈਂਡਡ ਹੁੰਦਾ। ਜਿੱਦਾਂ ਅਸੀਂ ਨਾਰਮਲੀ ਦੇਖਦੇ ਹਾਂ ਬਿਲਡਿੰਗ ਦੇ ਵਿੱਚ ਬਾਦਰਿਆਂ ਦੇ ਬੀਮ ਜਿਹਨੂੰ ਆਪਾਂ ਕਹਿੰਦੇ ਪਾਏ ਹੁੰਦੇ ਆ, ਇਹ ਉਹ ਟਾਈਪ ਆ ਕੈਂਟੀਲੀਵਰ ਬੀਮ। ਅੱਗੇ ਹੈਗਾ ਸਾਡਾ ਜੀ ਬੀਮ ਤੋਂ ਬਾਅਦ ਟੀ ਬੀਮ। ਇਹ ਵੀ ਇੱਕ RCC ਦੀ ਬਹੁਤ ਇੰਪੋਰਟੈਂਟ ਸਟਰਕਚਰ ਆ। ਟੀ ਬੀਮ ਇਹ ਜਿੱਦਾਂ ਅਲਫਾਬੈਟ T ਹੁੰਦਾ, ਅੰਗਰੇਜ਼ੀ ਦਾ ਅੱਖਰ T, ਉਹਦੇ ਵਾਂਗੂ ਉਸ ਸ਼ੇਪ ਦੇ ਵਾਂਗੂ ਹੁੰਦਾ ਇਹ। ਇਹਦਾ ਵਿੱਚ ਜਿਹੜਾ ਬੀਮ ਦੀ ਡੈਪਥ ਆ ਉਹ ਸਾਨੂੰ ਸਲੈਬ ਤੋਂ ਥੱਲੇ ਦਿਖਦੀ ਆ। ਬੀਮ ਦੀ ਜਿਹੜੀ ਡੈਪਥ ਆ ਉਹ ਸਲੈਬ ਤੋਂ ਥੱਲੇ ਦਿਖਦੀ ਤੇ ਸਲੈਬ ਬੀਮ ਦੇ ਉੱਪਰ ਨਜ਼ਰ ਆ ਰਹੀ ਹੈ। ਤੇ ਇਹਦੇ ਵਿੱਚ ਜਿਹੜਾ ਸਟੀਲ ਰੀਇਨਫੋਰਸਮੈਂਟ ਆ, ਦੇਖੋ ਇਹਦੇ ਵਿੱਚ ਮੇਨ ਸਟੀਲ ਥੱਲੇ ਪਾਵਾਂਗੇ, ਉੱਪਰ 2 ਹੈਂਗਰ ਵਾਰ ਆ। ਬਾਕੀ ਜਿਹੜਾ ਸਲੈਬ ਦਾ ਰੀਇਨਫੋਰਸਮੈਂਟ ਆ ਜਾਂ ਸਲੈਬ ਦਾ ਸਰੀਆ ਉਹ ਅਸੀਂ ਅਕੋਰਡਿੰਗ ਟੂ ਡਿਜ਼ਾਈਨ ਬਣਾਵਾਂਗੇ। ਬੀਮ ਦਾ ਸਰੀਆ ਵੀ ਅਕੋਰਡਿੰਗ ਟੂ ਡਿਜ਼ਾਈਨ ਪਾਵਾਂਗੇ ਜੋ ਵੀ ਸਾਨੂੰ ਡਿਜ਼ਾਈਨ ਉਹਦਾ ਗਿਵਨ ਹੋਊਗਾ। ਇਹਨੂੰ ਅਸੀਂ ਕਹਿੰਦੇ ਆ ਟੀ ਬੀਮ। ਇਹਦੇ ਨਾਲ ਹੈਗਾ ਇਨਵਰਟਰ ਟੀ ਬੀਮ। ਉਹ ਸੀਗਾ ਟੀ ਬੀਮ, ਇਹ ਇਨਵਰਟਰ ਟੀ ਬੀਮ। ਇਨਵਰਟਰ ਟੀ ਬੀਮ ਮਤਲਬ ਜਿੱਦਾਂ ਅੰਗਰੇਜ਼ੀ ਦਾ ਪੁੱਠਾ ਟੀ ਹੁੰਦਾ ਉਹਦੇ ਵਾਂਗੂ ਇਹਦੀ ਸ਼ੇਪ ਹੁੰਦੀ ਆ। ਇਹਨੂੰ ਅਸੀਂ ਕਹਿੰਦੇ ਆ ਇਨਵਰਟਰ ਟੀ ਬੀਮ। ਆ ਦੇਖੋ ਇਹਦੇ ਵਿੱਚ ਕੀ ਆ, ਇਹਦੀ ਜਿਹੜੀ ਬੀਮ ਦੀ ਡੈਪਥ ਆ ਉਹ ਸਲੈਬ ਤੋਂ ਉੱਪਰ ਵੱਲ ਨੂੰ ਦਿਖਦੀ ਆ। ਟੀ ਬੀਮ ਦੇ ਵਿੱਚ ਕੀ ਜਿਹੜੀ ਸਲੈਬ ਦੀ ਬੀਮ ਦੀ ਡੈਪਥ ਸੀਗੀ ਉਹ ਸਾਨੂੰ ਥੱਲੇ ਵੱਲ ਦਿਖਦੀ ਸੀ। ਇਹਦੇ ਵਿੱਚ ਕੀ ਆ, ਜਿਹੜੀ ਬੀਮ ਦੀ ਡੈਪਥ ਆ ਉਹ ਉੱਪਰ ਵੱਲ ਨੂੰ ਦਿਖਦੀ ਸਲੈਬ ਤੋਂ। ਤੇ ਇਹਦਾ ਜਿਹੜਾ ਰੀਇਨਫੋਰਸਮੈਂਟ ਆ ਉਹ ਵੀ ਅਸੀਂ ਅਕੋਰਡਿੰਗ ਟੂ ਡਿਜ਼ਾਈਨ ਹੀ ਪਾਉਂਦੇ ਆ, ਜੋ ਵੀ ਸਾਨੂੰ ਡਿਜ਼ਾਈਨ ਗਿਵਨ ਹੋਵੇ ਕਿ ਇਹਦਾ ਸਾਈਜ਼ ਲੰਬਾਈ ਕੀ ਰੱਖਾਂਗੇ, ਚੌੜਾਈ ਕੀ ਰੱਖਾਂਗੇ, ਡੈਪਥ ਕਿੰਨੀ ਰੱਖਣੀ ਆ, ਸਟੀਲ ਰੀਇਨਫੋਰਸਮੈਂਟ ਕਿੰਨੀ ਪਾਉਣੀ, ਇਹ ਸਾਰੀਆਂ ਚੀਜ਼ਾਂ ਅਕੋਰਡਿੰਗ ਟੂ ਡਿਜ਼ਾਈਨ ਡਿਪੈਂਡ ਕਰਦੀਆਂ। ਉਹਦੇ ਮੁਤਾਬਕ ਅਸੀਂ ਇਹਨੂੰ ਪਾਵਾਂਗੇ। ਇਹਨੂੰ ਕਹਿੰਦੇ ਅਸੀਂ ਇਨਵਰਟਡ ਟੀ ਬੀਮ, ਮਤਲਬ ਪੁੱਠੀ ਟੀ। ਫਿਰ ਅੱਗੇ ਸਾਡਾ ਆ ਗਿਆ ਜੀ ਸਲੈਬਸ। RCC ਸਲੈਬਸ ਕੀ ਹੁੰਦੀਆਂ? RCC ਸਲੈਬ ਅਸੀਂ ਉਹਨੂੰ ਕਹਿੰਦੇ ਆ ਜਦੋਂ ਕਮਰੇ RCC ਸਲੈਬ ਇਹ ਉਹ ਸਟਰਕਚਰਲ ਮੈਂਬਰ ਆ ਜਿਨ੍ਹਾਂ ਦੀ ਮੋਟਾਈ ਘੱਟ ਹੁੰਦੀ ਹੈ। RCC ਸਲੈਬਸ ਉਹ ਸਟਰਕਚਰਲ ਮੈਂਬਰ ਆ ਇਹ ਜਿਨ੍ਹਾਂ ਦੀ ਥਿਕਨੈਸ ਜਾਂ ਮੋਟਾਈ ਘੱਟ ਹੁੰਦੀ ਆ। ਤੇ ਅਸੀਂ ਇਸ ਨੂੰ ਕਮਰਿਆਂ ਉੱਪਰ ਛੱਤ ਪਾਉਣ ਲਈ ਵਰਤਦੇ ਹਾਂ ਜਾਂ ਬੀਮਸ ਦੇ ਵਿਚਲੀ ਜਿਹੜੀ ਓਪਨਿੰਗਸ ਆ ਉਹਨੂੰ ਢੱਕਣ ਲਈ ਵਰਤਦੇ ਹਾਂ। ਠੀਕ ਹੈ, ਬ੍ਰਿਜ ਦੇ ਬੀਮਾਂ ਉੱਪਰ ਛੱਤ ਪਾਉਣ ਲਈ ਵਰਤਦੇ ਹਾਂ। ਆਮ ਕਰਕੇ ਜਿਹੜੀਆਂ ਸਲੈਬਸ ਆ ਉਹ 2 ਪ੍ਰਕਾਰ ਦੀਆਂ ਹੁੰਦੀਆਂ। ਕਿਹੜੀ 1 ਵੇ ਸਲੈਬ ਤੇ 2 ਵੇ ਸਲੈਬ। ਇਹਦੇ ਟਾਈਪਸ ਆਫ ਸਲੈਬ ਆ। 1 ਵੇ ਸਲੈਬ ਦੀ ਕਿਸਮ ਹੁੰਦੀ ਆ ਤੇ ਇੱਕ ਹੁੰਦੀ 2 ਵੇ ਸਲੈਬ। ਹੁਣ ਆਪਾਂ ਦੇਖਦੇ 1 ਵੇ ਸਲੈਬ ਕਿਹੜੀ ਹੁੰਦੀ ਆ। 1 ਵੇ ਸਲੈਬ ਅਸੀਂ ਉਹਨੂੰ ਕਹਿੰਦੇ ਆ ਜਦੋਂ ਸਲੈਬ ਦੇ ਵਿੱਚ
ਲੰਬਾਈ ਤੇ ਚੌੜਾਈ ਦੀ ਰੇਸ਼ੋ, ਮਤਲਬ ਅਸੀਂ ਕਮਰਾ ਆ ਸਾਡੇ ਕੋਲ, ਉਹਦੀ ਜਿਹੜੀ ਲੰਬਾਈ ਤੇ ਚੌੜਾਈ ਦੀ ਰੇਸ਼ੋ ਆ ਉਹ 2 ਜਾਂ 2 ਤੋਂ ਵੱਧ ਆਉਂਦੀ ਆ, ਉਹਨੂੰ ਅਸੀਂ ਉਦੋਂ ਅਸੀਂ 1 ਵੇ ਸਲੈਬ ਮੰਨਾਂਗੇ। ਅਸੀਂ ਵਨ ਵੇ ਸਲੈਬ ਉਸ ਨੂੰ ਕਹਿੰਦੇ ਆ ਜਦੋਂ ਕਮਰੇ ਦੀ ਲੰਬਾਈ ਤੇ ਚੌੜਾਈ ਦਾ ਅਨੁਪਾਤ 2 ਜਾਂ 2 ਤੋਂ ਵੱਧ ਹੋਵੇ ਤਾਂ ਵਨ ਵੇ ਸਲੈਬ ਡਿਜ਼ਾਈਨ ਕੀਤੀ ਜਾਂਦੀ ਹੈ। ਇਸ ਵਿੱਚ ਮੇਨ ਸਟੀਲ ਹਮੇਸ਼ਾ ਹੀ ਛੋਟੇ ਪਾਸੇ ਨੂੰ ਪਾਇਆ ਜਾਂਦਾ ਹੈ, ਲੌਂਗ ਸ਼ਾਰਟਰ ਸਪੈਨ। ਮੇਨ ਸਟੀਲ ਜਿਹੜਾ ਹਮੇਸ਼ਾ ਹੀ ਛੋਟੇ ਪਾਸੇ ਨੂੰ ਪਾਉਂਦੇ ਆ, ਤੇ ਜਿਹੜਾ ਡਿਸਟ੍ਰੀਬਿਊਸ਼ਨ ਆ ਉਹ ਫਿਰ ਅਸੀਂ ਮੇਨ ਸਟੀਲ ਦੇ ਰਾਈਟ ਐਂਗਲ ਤੇ ਪਾਉਂਦੇ ਆ। ਠੀਕ ਹੈ ਜੀ, ਰਾਈਟ ਐਂਗਲ ਤੇ ਪਾਇਆ ਜਾਂਦਾ। ਮੇਨ ਸਟੀਲ ਵਿੱਚ ਕੰਧ ਦੇ ਸੈਂਟਰ ਤੇ L/7 ਤੱਕ ਅਸੀਂ ਜਿੱਦਾਂ ਕ੍ਰਿੰਕ ਪਾਉਂਦੇ ਆ, ਦੇਖੋ ਤੋਂ L/7 ਤੇ ਕ੍ਰਿੰਕ ਪਾਈਆਂ, ਅਲਟਰਨੇਟ ਕ੍ਰਿੰਕ, ਮਤਲਬ ਇੱਕ ਇੱਕ ਛੱਡ ਕੇ ਇੱਕ ਸਰੀਏ ਦੀ ਕ੍ਰਿੰਕ ਮਾਰਤੀ ਫਿਰ ਉਧਰੋਂ ਦੂਜੇ ਦੀ ਮਾਰਤੀ, ਇਹਨੂੰ ਕਹਿੰਦੇ ਅਲਟਰਨੇਟ ਬੈਂਟ ਅਪ ਵਾਰਸ। ਇਹ ਅਲਟਰਨੇਟ ਕ੍ਰੈਂਕਸ ਅਸੀਂ ਪ੍ਰੋਵਾਈਡ ਕਰਾਉਂਦੇ ਆ ਤਾਂ ਕਿ ਜਿਹੜਾ ਉੱਪਰਲੇ ਪਾਸੇ ਇੱਥੇ ਟੈਂਸਾਈਲ ਸਟ੍ਰੈਸਸ ਡਿਵੈਲਪ ਹੋਣੀਆਂ ਉਹਨਾਂ ਨੂੰ ਮਿਨੀਮਾਈਜ਼ ਕੀਤਾ ਜਾ ਸਕੇ। ਇਹਨੂੰ ਅਸੀਂ ਕਹਿੰਦੇ ਆ ਵਨ ਵੇ ਸਲੈਬ। ਇਹਦੇ ਵਿੱਚ ਸਿਰਫ ਇੱਕੋ ਮਤਲਬ ਇਹ ਆ, ਮੇਨ ਸਟੀਲ ਅਲੋਂਗ ਸ਼ਾਰਟਰ ਸਪੈਨ, ਮਤਲਬ ਛੋਟੇ ਪਾਸੇ ਨੂੰ ਹਮੇਸ਼ਾ ਮੇਨ ਸਟੀਲ ਪੈਣਾ ਤੇ ਡਿਸਟ੍ਰੀਬਿਊਸ਼ਨ ਉਹਦੇ ਰਾਈਟ ਐਂਗਲ ਦੇ ਪਾਵਾਂਗੇ। ਅੱਗੇ ਆਉਂਦਾ ਸਾਡੇ ਕੋਲ 2 ਵੇ ਸਲੈਬ। 2 ਵੇ ਸਲੈਬ ਅਸੀਂ ਉਸ ਨੂੰ ਕਹਿੰਦੇ ਆ ਜਦੋਂ ਕਮਰੇ ਦੀ ਲੰਬਾਈ ਤੇ ਚੌੜਾਈ ਦਾ ਅਨੁਪਾਤ ਲੈਂਥ ਤੇ ਵਿਡਥ ਦੀ ਰੇਸ਼ੋ ਮਤਲਬ 2 ਤੋਂ ਘੱਟ ਹੋਵੇ, ਉਦੋਂ ਅਸੀਂ 2 ਵੇ ਸਲੈਬ ਡਿਜ਼ਾਈਨ ਕਰਦੇ ਆ। ਮਤਲਬ ਕਮਰੇ ਦੀ ਲੰਬਾਈ ਤੇ ਚੌੜਾਈ ਦੋਨੋਂ ਪਾਸੇ ਨੂੰ ਇਹਦੀ ਜਿਹੜਾ ਸਰੀਆ ਉਹ ਪਾਇਆ ਜਾਂਦਾ, ਲੰਬਾਈ ਵਾਲੇ ਪਾਸੇ ਨੂੰ ਵੀ ਤੇ ਚੌੜਾਈ ਵਾਲੇ ਪਾਸੇ ਨੂੰ ਵੀ ਮੇਨ ਸਟੀਲ ਦੋਨੇ ਪਾਸੇ ਨੂੰ ਪਾਇਆ ਜਾਂਦਾ, ਤੇ ਇਹਨੂੰ ਅਸੀਂ ਕੀ ਕਹਿੰਦੇ, ਇਹ ਹੈਗੀ ਸਾਡੀ 2 ਵੇ ਸਲੈਬ। ਫਿਰ ਅੱਗੇ ਇਨੋਵੇਟਿਵ ਸਟਰਕਚਰਸ ਆ ਗਈਆਂ ਸਾਡੇ ਕੋਲ। ਇਨੋਵੇਟਿਵ ਸਟਰਕਚਰ ਦੇ ਵਿੱਚ ਤੁਸੀਂ ਦੇਖਦੇ ਆ ਅੱਜ ਕੱਲ੍ਹ ਜੋ ਬਿਲਡਿੰਗ ਬਣਾਉਣ ਦੇ ਨਵੇਂ ਮੈਥਡ ਡਿਵੈਲਪ ਹੋ ਰਹੇ ਆ, ਨਵੀਆਂ ਬਿਲਡਿੰਗਾਂ ਬਣ ਰਹੀਆਂ ਆ, ਬੜੀਆਂ ਹਾਈਟੈਕ ਬਿਲਡਿੰਗਾਂ ਬਣ ਰਹੀਆਂ ਆ। ਠੀਕ ਹੈ, ਉਹਦੇ ਵਿੱਚ ਨਵੇਂ ਆਈਡੀਆ ਇਨਵੋਲਵ ਹੋ ਰਹੇ ਆ ਬਿਲਡਿੰਗ ਨੂੰ ਬਣਾਉਣ ਦੀ ਇੱਕ ਵਿਧੀ ਹੈ ਜਿਸ ਵਿੱਚ ਅਸੀਂ ਆਪਣੇ ਨਵੇਂ ਆਈਡੀਆ ਨਾਲ ਬਿਲਡਿੰਗ ਨੂੰ ਨਵੀਂ ਕ੍ਰੀਏਟਿਵਿਟੀ ਦਿੰਦੇ ਆ, ਦੇਖਣ ਨੂੰ ਸੋਹਣੀ ਹੋਵੇ, ਉਹਦੇ ਬਿਲਡਿੰਗ ਦੇ ਅਪੀਅਰੈਂਸ ਇੰਨੀ ਸੁੰਦਰ ਬਣਾਉਂਦੇ ਆ ਕਿ ਦੇਖਣ ਨੂੰ ਬਹੁਤ ਅੱਛੀ ਲੱਗੇ। ਮਤਲਬ ਇਹ ਕੀ ਸਾਰਾ ਕੁਝ ਵਿਦਨ ਮਿਨੀਮਮ ਪੋਸੀਬਲ ਲਿਮਿਟ ਜਿਹੜੀ ਕਾਸਟ ਹੈ ਸਾਡੀ ਉਹਦੇ ਵਿੱਚ ਹੋਣਾ ਚਾਹੀਦਾ। ਅਸੀਂ ਘੱਟ ਤੋਂ ਘੱਟ ਖਰਚੇ ਵਿੱਚ ਵੱਧ ਤੋਂ ਵੱਧ ਵਧੀਆ ਸੁੰਦਰ ਬਿਲਡਿੰਗ ਨੂੰ ਬਣਾਉਣਾ ਇਨੋਵੇਟਿਵ ਕੰਸਟਰਕਸ਼ਨ ਆਪਾਂ ਇਹਨੂੰ ਕਹਿ ਸਕਦੇ ਹਾਂ। ਇਹਦੇ ਵਿੱਚ ਅਸੀਂ ਆਪਣੇ ਨਵੇਂ ਕੰਸੈਪਟ, ਕੋਈ ਨਵਾਂ ਆਈਡੀਆ ਦੇ ਸਕਦੇ ਹਾਂ, ਜੋ ਵੀ ਅਸੀਂ ਬਣਾਉਣਾ ਹੋਵੇ ਸਾਡੇ ਦਿਮਾਗ 'ਚ ਉਹ ਆਈਡੀਆ ਹੋਵੇ, ਤੇ ਬਿਲਡਿੰਗ ਨੂੰ ਪਲਾਨ ਇਸ ਤਰੀਕੇ ਨਾਲ ਕਰਨਾ ਤਾਂ ਕਿ ਉਹਦੇ ਵਿੱਚ ਜਿਹੜੀ ਜਗ੍ਹਾ ਦੀ ਵਰਤੋਂ ਆ ਉਹ ਸਹੀ ਪ੍ਰੋਪਰ ਤਰੀਕੇ ਨਾਲ ਹੋਵੇ, ਉਹਦੇ ਵਿੱਚ ਜਿਹੜਾ ਲੋਕਾਂ ਦੀ ਸੇਫਟੀ ਆ ਉਹ ਪ੍ਰੋਪਰ ਹੋਵੇ, ਇਨਸ਼ੋਰ ਕੀਤੀ ਜਾਵੇ। ਪਹਿਲਾਂ ਸੇਫਟੀ ਸਭ ਤੋਂ ਜ਼ਰੂਰੀ ਜਿਹੜੀ, ਤੇ ਇਹਨੂੰ ਅਸੀਂ ਕਹਿੰਦੇ ਆ ਇਨੋਵੇਟਿਵ ਸਟਰਕਚਰਸ ਜਾਂ ਇਨੋਵੇਟਿਵ ਕੰਸਟਰਕਸ਼ਨਸ। ਫਿਰ ਅੱਗੇ ਆਉਂਦਾ ਸਾਡੇ ਕੋਲ ਗ੍ਰੇਡਸ ਆਫ ਸੀਮੈਂਟ। ਸੀਮੈਂਟ ਜਿਹੜਾ ਅਸੀਂ ਵਰਤਦੇ ਆ ਉਹ ਕਿੰਨੀ ਗ੍ਰੇਡ ਦਾ ਹੋ ਸਕਦਾ। ਨਾਰਮਲੀ ਜਿਹੜਾ ਸੀਮੈਂਟ ਆ ਉਹ 33 ਗ੍ਰੇਡ ਪਹਿਲਾਂ ਹੁੰਦਾ ਸੀ, ਹੁਣ ਤਾਂ ਚਲੋ ਗ੍ਰੇਡ ਇਹਦੇ ਵੱਧ ਗਿਆ, 33 ਗ੍ਰੇਡ, 43 ਗ੍ਰੇਡ, 53 ਗ੍ਰੇਡ, ਇਹ ਸੀਮੈਂਟ ਦੇ ਗ੍ਰੇਡ ਆ। ਇਹਦਾ ਮਤਲਬ ਕੀ ਆ, ਜਿਹੜਾ 43 ਦਾ ਮਤਲਬ ਕੀ ਆ ਜਾਂ 33 ਦਾ ਮਤਲਬ ਕੀ ਆ, 33 ਦਾ ਮਤਲਬ ਇਹ ਆ ਇਹਦੀ ਕੰਪਰੈਸਿਵ ਸਟਰੈਂਥ ਨੂੰ ਇਹ ਰਿਪਰੈਜ਼ੈਂਟ ਕਰਦਾ। ਕੰਪਰੈਸਿਵ ਸਟਰੈਂਥ ਇਹਦੀ ਜਿਹੜੀ ਪਰ ਸੈਂਟੀਮੀਟਰ ਸਕੁਅਰ 33 ਕਿਲੋਗ੍ਰਾਮ ਪਰ ਸੈਂਟੀਮੀਟਰ ਸਕੁਅਰ ਇਹਦੀ ਕੰਪਰੈਸਿਵ ਸਟਰੈਂਥ ਆ, ਇਹਨੂੰ ਕਹਿੰਦੇ ਅਸੀਂ 33 ਗ੍ਰੇਡ। ਇੱਦਾਂ ਜਿਹੜਾ 43 ਗ੍ਰੇਡ ਆ, ਅੱਜ ਕੱਲ੍ਹ ਦੀ ਕੰਸਟਰਕਸ਼ਨ ਵਿੱਚ ਜਿਹੜਾ ਜਨਰਲ ਕੰਸਟਰਕਸ਼ਨ ਵਰਕ ਵਿੱਚ ਅਸੀਂ ਸੀਮੈਂਟ ਨੂੰ ਵਰਤਦੇ ਹਾਂ, ਤੇ ਇਹਦੀ 43 ਦਾ ਮਤਲਬ ਇਹ 43 ਕਿਲੋਗ੍ਰਾਮ ਪਰ ਸੈਂਟੀਮੀਟਰ ਸਕੁਅਰ ਇਹਦੀ ਜਿਹੜੀ ਕੰਪਰੈਸਿਵ ਸਟਰੈਂਥ ਆ। ਫਿਰ ਅੱਗੇ ਆਉਂਦਾ 53 ਗ੍ਰੇਡ। 53 ਗ੍ਰੇਡ OPC ਮਤਲਬ ਆਰਡੀਨਰੀ ਪੋਰਟਲੈਂਡ ਸੀਮੈਂਟ। 53 ਗ੍ਰੇਡ ਸੀਮੈਂਟ ਨੂੰ ਅਸੀਂ ਬਹੁਤ ਮਹੱਤਵਪੂਰਨ ਜਿਹੜੀਆਂ ਬਿਲਡਿੰਗ, ਇੰਪੋਰਟੈਂਟ ਬਿਲਡਿੰਗਸ ਆ ਉੱਥੇ ਜ਼ਿਆਦਾ ਵਰਤਦੇ ਹਾਂ, ਕਿਉਂਕਿ ਇਹਦੀ ਕੰਪਰੈਸਿਵ ਸਟਰੈਂਥ ਜਿਹੜੀ ਜ਼ਿਆਦਾ ਹੁੰਦੀ ਆ, ਦੂਜੇ ਸੀਮੈਂਟ ਦੇ ਮੁਕਾਬਲੇ ਇਹਦੀ ਕੰਪਰੈਸਿਵ ਸਟਰੈਂਥ ਜ਼ਿਆਦਾ ਹੁੰਦੀ ਹੈ। ਇਸ ਕਰਕੇ ਅਸੀਂ ਇਹਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ 53 ਗ੍ਰੇਡ ਨੂੰ ਐਜ਼ ਕੰਪੇਅਰ ਟੂ 43 ਜਾਂ 33 ਗ੍ਰੇਡਸ। ਉਸ ਤੋਂ ਅੱਗੇ ਸਾਡਾ ਆਉਂਦਾ ਹੈਗਾ ਜੀ ਗ੍ਰੇਡਸ ਆਫ ਸਟੀਲ ਯੂਜ਼ਡ ਇਨ ਆਰਸੀਸੀਜ਼। ਜੋ ਵੀ ਅਸੀਂ ਸਰੀਆ ਯੂਜ਼ ਕਰਨਾ ਜਾਂ ਸਟੀਲ ਰੀਇਨਫੋਰਸਮੈਂਟ ਯੂਜ਼ ਕਰਨਾ, ਉਹਦੇ ਕਿਹੜੇ ਗ੍ਰੇਡਸ ਹੁੰਦੇ ਆ। ਉਹਦੇ ਵਿੱਚ ਆਉਂਦਾ ਹੈਗਾ ਆ FE 415, ਮਤਲਬ ਫੈਰਸ 415 ਲੋਹੇ ਦੀ ਇੱਕ ਇਹ ਧਾਤ ਹੈ ਜਿਸ ਨਾਲ ਸਟੀਲ ਬਾਰਸ ਬਣਾਈਆਂ ਜਾਂਦੀਆਂ ਆ। 415 ਨੰਬਰ ਦਾ ਮਤਲਬ ਇਹਦੇ ਵਿੱਚ ਇਹ ਆ, ਇਹਦੀ ਜਿਹੜੀ ਟੈਂਸਾਈਲ ਸਟਰੈਂਥ ਆ ਜਾਂ ਯੀਲਡ ਸਟਰੈਂਥ ਆ ਉਹ 450 ਨਿਊਟਨ ਪਰ MM ਸਕੁਅਰ ਜਾਂ 415 ਕਿਲੋਗ੍ਰਾਮ ਪਰ MM ਸਕੁਅਰ ਇਹਦੀ ਟੈਂਸਾਈਲ ਸਟ੍ਰੈਸਸ ਹੁੰਦੀ ਆ।
ਇਹਨੂੰ ਅਸੀਂ ਕਹਿੰਦੇ FE 415। ਫਿਰ ਅੱਗੇ ਆ ਗਿਆ FE 500। ਇਹ ਸਟੀਲ ਰੀਇਨਫੋਰਸਮੈਂਟ ਉਹ ਕਿਸਮ ਦਾ ਜਿਹਦੀ ਟੈਂਸਾਈਲ ਸਟਰੈਂਥ ਜਾਂ ਯੀਲਡ ਸਟਰੈਂਥ 500 ਨਿਊਟਨ ਪਰ mm ਸਕੁਅਰ ਹੁੰਦੀ ਹੈ। ਇਸ ਤੋਂ ਅੱਗੇ ਆਉਂਦਾ FE 550। ਇਹਦੇ ਵਿੱਚ ਵੀ ਸਿਮਿਲਰ ਹੋਈ ਹੈ। ਇਹਦੀ ਜਿਹੜੀ ਸਟਰੈਂਥ ਆ ਉਹ 550 ਨਿਊਟਨ ਪਰ mm ਸਕੁਅਰ ਹੁੰਦੀ ਹੈ। ਫਿਰ ਅੱਗੇ FE 600। ਇਹਦੇ ਵਿੱਚ ਕੀ ਆ, ਇਹ ਸਰੀਆ ਦੂਜੇ ਸਰੀਏ ਮੁਕਾਬਲੇ ਜ਼ਿਆਦਾ ਕਠੋਰ, ਸਖਤ, ਮਜ਼ਬੂਤ ਹੁੰਦਾ ਹੈ। ਇਸ ਦੀ ਜਿਹੜੀ ਯੀਲਡ ਸਟਰੈਂਥ ਹੈ ਉਹ 600 ਨਿਊਟਨ ਪਰ mm ਸਕੁਅਰ ਹੁੰਦੀ ਹੈ। ਇਸ ਨੂੰ ਅਸੀਂ ਜਿਹੜੀਆਂ ਮੋਸਟ ਇੰਪੋਰਟੈਂਟ ਬਿਲਡਿੰਗਸ ਹੈ ਉਹਦੇ ਵਿੱਚ ਜ਼ਿਆਦਾ ਪ੍ਰੈਫਰ ਕਰਦੇ ਹਾਂ, ਕਿਉਂਕਿ ਇਹਦੇ ਵਿੱਚ ਜੰਗ ਲੱਗਣ ਦੀ ਜਿਹੜੀ ਆ ਉਹ ਚਾਂਸਸ ਬਹੁਤ ਘੱਟ ਹੁੰਦੇ ਆ। ਇਸ ਕਰਕੇ ਅਸੀਂ ਇਹ ਵਾਲਾ ਸਰੀਆ ਜਿਹੜਾ ਮੇਨਲੀ ਜ਼ਿਆਦਾ ਇੰਪੋਰਟੈਂਟ ਬਿਲਡਿੰਗਸ ਦੇ ਵਿੱਚ ਇਹਨੂੰ ਪ੍ਰੈਫਰ ਕਰਦੇ ਹਾਂ। ਫਿਰ ਅੱਗੇ ਹੈਗਾ ਸਟੀਲ ਦਾ ਟੈਸਟ। ਸਟੀਲ ਨੂੰ ਅਸੀਂ ਟੈਸਟ ਕਰਨ ਲਈ ਕੀ ਕਰਦੇ ਹਾਂ, ਜਿਹੜਾ ਟੈਂਸਾਈਲ ਟੈਸਟ ਆ ਸਟੀਲ ਦਾ ਜਨਰਲੀ ਕਰਦੇ ਹਾਂ ਅਸੀਂ। ਇਹਦੇ ਵਿੱਚ ਇਹ ਦੇਖਿਆ ਜਾਂਦਾ ਟੈਂਸਾਈਲ ਟੈਸਟ ਜਿਹੜਾ ਕਿ ਸਟੀਲ ਦੀ ਪ੍ਰੋਪਰਟੀਜ਼ ਨੂੰ ਚੈੱਕ ਕਰਨ ਵਾਸਤੇ ਕੀਤਾ ਜਾਂਦਾ ਹੈ। ਸਟੀਲ ਦੀਆਂ ਕਿਹੜੀਆਂ ਜਦੋਂ ਅਸੀਂ ਉੱਤੇ ਟੈਂਸਾਈਲ ਲੋਡ ਪਾਉਂਦੇ ਹਾਂ ਉਹਦੀ ਪ੍ਰੋਪਰਟੀ ਵਿੱਚ ਕੀ ਚੇਂਜ ਹੁੰਦਾ। ਟੈਂਸਾਈਲ ਸਟ੍ਰੈਸਸ ਜਦੋਂ ਉੱਤੇ ਖਿੱਚ ਬਲ ਪਾਉਂਦੇ ਹਾਂ ਮਸ਼ੀਨ ਦੇ ਨਾਲ, ਉਹਦੇ ਵਿੱਚ ਇਹ ਨੋਟ ਕੀਤਾ ਜਾਂਦਾ ਵੀ ਸਟੀਲ ਬਾਰਸ ਦੀਆਂ ਪ੍ਰੋਪਰਟੀ ਦੇ ਵਿੱਚ ਕੀ ਚੇਂਜ ਆਉਂਦਾ, ਉਹਨੂੰ ਅਸੀਂ ਟੈਂਸਾਈਲ ਟੈਸਟ ਕਹਿੰਦੇ ਹਾਂ। ਵੇਖਿਆ ਜਾਂਦਾ ਕਿ ਖਿੱਚ ਬਲ ਨਾਲ ਸਟੀਲ ਬਾਰ ਵਿੱਚ ਕੀ ਚੇਂਜ ਆਇਆ। ਠੀਕ ਹੈ। ਇਸ ਤੋਂ ਇਲਾਵਾ ਕੰਪਰੈਸਿਵ ਟੈਸਟ ਆ ਉਹ ਵੀ ਕੀਤਾ ਜਾਂਦਾ ਆ। ਕੰਪਰੈਸਿਵ ਟੈਸਟ ਦੇ ਵਿੱਚ ਵੀ ਇਹ ਆ ਵੀ ਉਹਦੇ ਵਿੱਚ ਕੰਪਰੈਸਿਵ ਲੋਡ ਪਾ ਕੇ ਦੇਖਿਆ ਜਾਂਦਾ ਵੀ ਸਟੀਲ ਬਾਰਸ ਦੇ ਵਿੱਚ ਕੀ ਚੇਂਜਸ ਆਈਆਂ। ਇਹ ਦੋ ਤਰ੍ਹਾਂ ਦੇ ਟੈਸਟ ਆ ਜਿਹੜੇ ਅਸੀਂ ਮੇਨਲੀ ਟੈਂਸਾਈਲ ਤੇ ਕੰਪਰੈਸਿਵ ਟੈਸਟ ਕਰਦੇ ਹਾਂ। ਉਸ ਤੋਂ ਬਾਅਦ ਅੱਗੇ ਆ ਗਿਆ ਫਿਰ ਸੇਫਟੀ ਅਗੇਂਸਟ ਅਰਥਕੁਇਕ। ਅਸੀਂ ਬਿਲਡਿੰਗ ਨੂੰ ਜਦੋਂ ਵੀ ਬਣਾਉਂਦੇ ਹਾਂ ਉਹਦੇ ਵਿੱਚ ਸੇਫਟੀ, ਅਰਥਕੁਇਕ ਸੇਫਟੀ ਦਾ ਸਭ ਤੋਂ ਪਹਿਲਾਂ ਧਿਆਨ ਰੱਖਦੇ ਹਾਂ, ਤਾਂ ਕਿ ਜਿਹੜੀ ਸਾਡੀ ਬਿਲਡਿੰਗ ਆ ਉਹ ਅਰਥਕੁਇਕ ਰੈਜ਼ਿਸਟੈਂਟ ਹੋਵੇ। ਠੀਕ ਹੈ। ਉਹਦੇ ਲਈ ਸਾਨੂੰ ਕੀ ਆ, ਜਿਹੜੇ ਪ੍ਰੋਪਰ ਨੋਰਮਸ ਆ ਬਿਲਡਿੰਗ ਦੇ ਉਹ ਫੋਲੋ ਕਰਨੇ ਪੈਣਗੇ। ਉਹਦੇ ਲਈ ਜਿਹੜੀਆਂ RCC ਸਟਰਕਚਰਸ ਆ ਉਹ ਜ਼ਿਆਦਾ ਹੈਲਪਫੁਲ ਹੁੰਦੀਆਂ ਆ। ਜਿਹੜੇ ਸਿਸਮਿਕ ਥਰਸਟ ਨੂੰ ਸਹਿਣ ਲਈ, ਭੁਚਾਲ ਦੇ ਝਟਕੇ ਸਹਿਣ ਨੂੰ, ਜਦੋਂ ਅਸੀਂ RCC ਸਟਰਕਚਰ ਜਾਂ ਫਰੇਮ ਸਟਰਕਚਰ ਕਹਿ ਲਓ ਪ੍ਰੋਵਾਈਡ ਕਰਾਉਂਦੇ ਆ, ਉਹ ਜ਼ਿਆਦਾ ਭੁਚਾਲ ਦੇ ਜਿਹੜੇ ਝਟਕੇ ਉਹ ਸਹਿ ਸਕਦੇ ਆ। ਭੁਚਾਲ ਰੋਧਕ ਬਿਲਡਿੰਗ ਅਸੀਂ ਇਸ ਤਰੀਕੇ ਨਾਲ ਡਿਜ਼ਾਈਨ ਕਰਦੇ ਹਾਂ ਤਾਂ ਕਿ ਜਦੋਂ ਭੁਚਾਲ ਆਉਂਦਾ ਹੈ ਉਹਦੇ ਵਿੱਚ ਹਰੇਕ ਚੀਜ਼ ਦਾ ਅਸੀਂ ਬਿਲਡਿੰਗ ਬਣਾਉਣ ਤੋਂ ਪਹਿਲਾਂ ਹਰੇਕ ਚੀਜ਼ ਦਾ ਬਰੀਕੀ ਨਾਲ ਐਨਾਲਿਸਿਸ ਕਰਨਾ ਹੁੰਦਾ, ਤਾਂ ਕਿ ਜੇ ਇਹਦੇ ਵਿੱਚ ਅਸੀਂ ਜੋ ਵੀ ਅਸੀਂ ਬਣਾ ਰਹੇ ਹਾਂ, ਜੋ ਸਟਰਕਚਰ ਬਣਾਉਣੀ ਆ, ਜੋ ਵਿੱਚ ਮਟੀਰੀਅਲ ਪਾ ਰਹੇ ਹਾਂ, ਸਟੀਲ ਪਾ ਰਹੇ ਹਾਂ, ਕਿਹੜੀ ਕੁਆਲਿਟੀ ਦਾ, ਕੀ ਸਾਈਜ਼ ਦਾ ਪਾ ਰਹੇ ਹਾਂ, ਉਹਦੀ ਜਿਹੜੀ ਕੀ ਉਹ ਅਰਥਕੁਇਕ ਰੈਜ਼ਿਸਟੈਂਟ ਹੈਗਾ, ਭੁਚਾਲ ਦੇ, ਵਿੰਡ ਪ੍ਰੈਸ਼ਰ ਦੇ ਇਹ ਝਟਕੇ ਸਹਿ ਸਕਦਾ ਹੈ। ਇਹ ਚੀਜ਼ਾਂ ਸਭ ਤੋਂ ਪਹਿਲਾਂ ਦੇਖੀਆਂ ਜਾਂਦੀਆਂ। ਇਹਨਾਂ ਨੂੰ ਅਸੀਂ ਅਰਥਕੁਇਕ ਰੈਜ਼ਿਸਟਿੰਗ ਸੇਫਟੀ ਅਗੇਂਸਟ ਅਰਥਕੁਇਕ ਕਹਿੰਦੇ ਆ। ਇਹਦੇ ਵਿੱਚ ਸਿਰਫ ਮੇਨਲੀ ਇਹ ਦੇਖਿਆ ਜਾਂਦਾ ਕਿ ਜਿਹੜੀ ਸਾਡੀ ਬਿਲਡਿੰਗ ਦੀ ਮਜ਼ਬੂਤੀ ਆ ਉਹ ਪ੍ਰੋਪਰ ਸਾਨੂੰ ਮਿਲ ਪਾ ਰਹੀ ਹੈ ਜੋ ਅਸੀਂ ਡਿਜ਼ਾਈਨ ਕਰਨਾ ਚਾਹੁੰਦੇ ਹਾਂ। ਠੀਕ ਹੈ। ਅੱਗੇ ਹੈਗਾ ਸਾਡੀ RCC ਰਿਟੇਨਿੰਗ ਵਾਲ। ਰਿਟੇਨ ਦਾ ਮਤਲਬ ਹੈਗਾ ਜੇ ਕਿਸੇ ਚੀਜ਼ ਨੂੰ ਰੋਕ ਕੇ ਰੱਖਣਾ। ਰਿਟੇਨਿੰਗ ਮਤਲਬ ਕਿਸੇ ਚੀਜ਼ ਨੂੰ ਰੋਕ ਕੇ ਰੱਖਣਾ। ਇਹ ਉਹ RCC ਸਟਰਕਚਰ ਹੈ ਜਿਹੜੀ ਕਿ ਜਿਵੇਂ ਕਿ ਅਰਥ ਪ੍ਰੈਸ਼ਰ, ਵਾਟਰ ਪ੍ਰੈਸ਼ਰ ਆਦਿ ਨੂੰ ਰੋਕ ਕੇ ਰੱਖਦੀ ਹੈ। ਮਤਲਬ ਜਿੱਦਾਂ ਅਸੀਂ ਕਿਤੇ ਕੋਈ ਡੈਮ ਬਣਾਉਣਾ ਹੈ ਜਾਂ ਕਿਤੇ ਕੋਈ ਮਿੱਟੀ ਦੀ ਆਪਾਂ ਰੋਕ ਲਾਉਣੀ, ਉਹਦੇ ਲਈ ਆਪਾਂ ਪਹਿਲਾਂ ਰਿਟੇਨਿੰਗ ਵਾਲ ਬਣਾਉਂਦੇ ਹਾਂ। ਅਰਥ ਪ੍ਰੈਸ਼ਰ ਨੂੰ ਜਾਂ ਵਾਟਰ ਪ੍ਰੈਸ਼ਰ ਨੂੰ ਇਹ ਰੋਕ ਕੇ ਰੱਖਦੀ ਆ। ਇਹਦੇ ਵਿੱਚ ਕੀ ਆ, ਇਹਦੇ ਜਿਹੜੇ ਕੰਪੋਨੈਂਟ ਪਾਰਟਸ ਆ, ਸਟੀਮ ਇਹਨੂੰ ਕਹਿੰਦੇ, ਜਿਹੜਾ ਵਰਟੀਕਲ ਮੈਂਬਰ ਖੜਾ ਹੈ ਇਹਦੇ ਇੱਧਰਲੇ ਪਾਸੇ ਆ ਵਾਲੀ ਜਿਹੜੀ ਚੀਜ਼ ਆ ਇਹ ਸਾਡੇ ਕੋਲ ਹੈਗੀ ਆ ਹੀਲ ਸਲੈਬ ਇਹਨੂੰ ਕਹਿੰਦੇ ਆ। ਹੀਲ ਸਲੈਬ ਦੇ ਇੱਧਰਲੇ ਪਾਸੇ ਹੈਗਾ ਟੋ ਸਲੈਬ ਜਾਂ ਟੋ ਇਹਨੂੰ ਕਹਿੰਦੇ ਆ। ਥੱਲੇ ਆ ਜਿਹੜਾ ਬਣਿਆ ਇਹਨੂੰ ਅਸੀਂ ਕੀ ਕਹਿੰਦੇ ਆ। ਇਹ ਇਹਦੇ ਪਾਰਟਸ ਆ ਵਰਟੀਕਲ ਮੈਂਬਰਸ ਨੂੰ ਕੀ ਸਟੈਮ, ਇੱਧਰਲੇ ਪਾਸੇ ਹੈਗਾ ਹੀਲ ਸਲੈਬ, ਇੱਧਰ ਹੈਗਾ ਟੋ ਤੇ ਥੱਲੇ ਕੀ। ਇਹਦਾ ਜਿਹੜਾ ਰੀਇਨਫੋਰਸਮੈਂਟ ਆ ਉਹ ਅਕੋਰਡਿੰਗ ਟੂ ਡਿਜ਼ਾਈਨ ਅਸੀਂ ਇਹ ਪਾਉਣਾ ਹੁੰਦਾ ਆ। ਅਸੀਂ ਇਹਦਾ ਕੀ ਸਾਡੇ ਕੋਲ ਉਹਦੀ ਟੌਪ ਵਿਡਥ ਅਸੀਂ ਕਿੰਨੀ, ਥਿਕਨੈਸ ਟੌਪ ਤੋਂ ਕਿੰਨੀ ਰੱਖਣੀ ਆ, ਥੱਲੇੋਂ ਕਿੰਨੀ ਰੱਖਣੀ ਆ, ਇਹਦੀ ਹਾਈਟ ਕਿੰਨੀ ਆ, ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਮੌਕੇ ਦੇ ਅਸੀਂ ਕਿਸ ਕੰਡੀਸ਼ਨ ਦੇ ਵਿੱਚ ਇਹਨੂੰ ਬਣਾ ਰਹੇ ਹਾਂ, ਕਿਸ ਪਰਪਸ ਵਾਸਤੇ ਬਣਾ ਰਹੇ ਹਾਂ, ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਇਹਦੀ ਜਿਹੜੀ ਸਟੀਲ ਰੀਇਨਫੋਰਸਮੈਂਟ ਆ ਉਹ ਡਿਸਾਈਡ ਕੀਤੀ ਜਾਂਦੀ ਆ। ਤੇ ਇਹਦਾ ਮਤਲਬ ਮੇਨ ਇਹਦਾ ਕੰਮ ਇਹ ਹੀ ਆ, ਅਰਥ ਪ੍ਰੈਸ਼ਰ ਜਾਂ ਵਾਟਰ ਪ੍ਰੈਸ਼ਰ ਜਾਂ ਹੋਰ ਕਿਸੇ ਪ੍ਰੈਸ਼ਰ ਨੂੰ ਰੋਕ ਕੇ ਰੱਖਣਾ। ਇਹਨੂੰ ਅਸੀਂ ਰਿਟੇਨਿੰਗ ਵਾਲ ਕਹਿੰਦੇ ਆ। ਉਸ ਤੋਂ ਬਾਅਦ ਆ ਗਿਆ ਸਾਡਾ RCC ਫਰੇਮ ਸਟਰਕਚਰਸ। RCC ਫਰੇਮ ਸਟਰਕਚਰ ਸਾਡੀਆਂ ਉਹ ਹੁੰਦੀਆਂ ਆ
ਹਾਂ ਇੱਕ ਮਿੰਟ ਸੌਰੀ ਆਰਸੀਸੀ ਫਰੇਮ ਸਟਰਕਚਰ ਸਾਡੀਆਂ ਉਹ ਹੁੰਦੀਆਂ ਜਿਸ ਵਿੱਚ ਸਲੈਬ ਤੋਂ ਲੈ ਕੇ ਬੀਮ ਕਾਲਮ ਸਾਰੇ ਕਾਲਮ ਫਾਊਂਡੇਸ਼ਨ ਹਰੇਕ ਪਾਸੇ ਅਸੀਂ ਬਿਲਡਿੰਗ ਨੂੰ ਪਹਿਲਾਂ ਫਾਰਮ ਵਰਕ ਲਾ ਕੇ ਆਪਣਾ ਪੂਰੀ ਸਟਰਕਚਰ ਤਿਆਰ ਕਰ ਲੈਂਦੇ ਹਾਂ। ਉਹਦੇ ਵਿੱਚ ਕੰਧਾਂ ਜਿਹੜੀਆਂ ਉਹ ਬਾਅਦ ਚ ਲਾਉਂਦੇ ਹਾਂ। ਇਹਨੂੰ ਅਸੀਂ ਕਹਿੰਦੇ ਹਾਂ ਆਰਸੀਸੀ ਫਰੇਮਡ ਸਟਰਕਚਰ। ਸਲੈਬ ਤੋਂ ਲੈ ਕੇ ਬੀਮ ਤੱਕ ਫਾਊਂਡੇਸ਼ਨ ਸਾਰਾ ਕੁਝ ਆਲਰੇਡੀ ਇਹਨੂੰ ਪਹਿਲਾਂ ਹੀ ਅਸੀਂ ਕਾਸਟ ਕਰਦੇ ਹਾਂ ਮੌਕੇ ਤੇ। ਉਸ ਤੋਂ ਬਾਅਦ ਫਿਰ ਇਹਦੀਆਂ ਕੰਧਾਂ ਲਾ ਕੇ ਪਾਰਟੀਸ਼ਨ ਕਰਕੇ ਫਿਰ ਅਸੀਂ ਆਪਣੀ ਇਹਨੂੰ ਬਿਲਡਿੰਗ ਨੂੰ ਪ੍ਰੋਪਰ ਸ਼ੇਪ ਦਿੰਦੇ ਹਾਂ। ਇਹਨੂੰ ਅਸੀਂ ਕਹਿੰਦੇ ਹਾਂ ਫਰੇਮਡ ਸਟਰਕਚਰ। ਤੇ ਇਹ ਜਿਹੜੀਆਂ ਬਿਲਡਿੰਗਾਂ ਆ ਭੂਚਾਲ ਦੇ ਝਟਕੇ ਸਹਿਣ ਲਈ ਬਹੁਤ ਹੀ ਕਹਿ ਲਓ ਇੰਪੋਰਟੈਂਟ ਹੁੰਦੀਆਂ। ਅਸੀਂ ਇਹਨਾਂ ਬਿਲਡਿੰਗਾਂ ਆਰਸੀਸੀ ਫਰੇਮਡ ਸਟਰਕਚਰ ਜਿਹੜੀਆਂ ਸੈਸਮਿਕ ਜ਼ੋਨ ਜਿਹੜੇ ਸੈਸਮਿਕ ਪ੍ਰੋਨ ਜ਼ੋਨ ਮਤਲਬ ਜਿੱਥੇ ਜ਼ਿਆਦਾ ਭੂਚਾਲ ਦੇ ਆਉਣ ਦੇ ਚਾਂਸਸ ਹੁੰਦੇ ਆ ਉੱਥੇ ਬਣਾਉਂਦੇ ਆ ਇਹ ਮੇਨਲੀ। ਉੱਥੇ ਇਸ ਕਰਕੇ ਬਣਾਉਂਦੇ ਆ ਤਾਂ ਕਿ ਇਹ ਅਰਥਕੁਇਕ ਰੈਜ਼ਿਸਟੈਂਟ ਬਿਲਡਿੰਗ ਵੀ ਇਹਨਾਂ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਭੂਚਾਲ ਨੂੰ ਸਹਿਣ ਦੀ ਸ਼ਕਤੀ ਆ ਉਹ ਜ਼ਿਆਦਾ ਹੁੰਦੀ ਆ। ਤੇ ਇਸ ਕਰਕੇ ਇਹ ਜਿਹੜੀਆਂ ਆਰਸੀਸੀ ਫਰੇਮਡ ਸਟਰਕਚਰ ਬਹੁਤ ਇੰਪੋਰਟੈਂਟ ਆ। ਅੱਜ ਕੱਲ੍ਹ ਤੁਸੀਂ ਦੇਖਿਆ ਫੀਲਡ ਦੇ ਵਿੱਚ ਜੋ ਵੀ ਸਟਰਕਚਰ ਬਣੇ ਉਹ ਸਾਰੀਆਂ ਫਰੇਮ ਸਟਰਕਚਰ ਬਣ ਰਹੀਆਂ। ਉਸ ਤੋਂ ਬਾਅਦ ਉਹਦੀ ਪਾਰਟੀਸ਼ਨ ਵਗੈਰਾ ਜੋ ਵੀ ਆ ਉਹ ਕੀਤਾ ਜਾਂਦਾ। ਉਸ ਤੋਂ ਬਾਅਦ ਅਸੀਂ ਆਉਂਦੇ ਹਾਂ ਜੀ ਕਨਕਲੂਜਨ ਤੇ। ਆਰਸੀਸੀ ਦੇ ਕਨਕਲੂਜਨ ਤੇ ਕੀ ਹੈਗਾ। ਆਰਸੀਸੀ ਇੱਕ ਡਿਜ਼ਾਈਨਿੰਗ ਐਂਡ ਪਲੈਨਿੰਗ ਆਰਸੀਸੀ ਡਿਜ਼ਾਈਨਿੰਗ ਐਂਡ ਪਲੈਨਿੰਗ ਇੱਕ ਉਹ ਕਲਾ ਆ ਜਿਹਦੇ ਵਿੱਚ ਅਸੀਂ ਕਲਾ ਜਾਂ ਸਾਇੰਸ ਹੈ ਜਿਹਦੇ ਵਿੱਚ ਅਸੀਂ ਇਕੋਨਮੀ ਅਪੀਅਰੈਂਸ ਸੇਫਟੀ ਸਰਵਿਸੇਬਿਲਟੀ ਡਿਊਰੇਬਿਲਟੀ ਇਹਨਾਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੇ ਹਾਂ ਤਾਂ ਕਿ ਸਾਡੀ ਜਿਹੜੀ ਬਿਲਡਿੰਗ ਆ ਜਾਂ ਸਾਡੀ ਜਿਹੜੀ ਸਟਰਕਚਰ ਆ ਉਹ ਸੇਫ ਰਵੇ ਅਗੇਂਸਟ ਅਰਥਕੁਇਕ ਲੋਕ ਬਰਤਨ ਜਿਹੜੇ ਉਹਨਾਂ ਨੇ ਜਿਨ੍ਹਾਂ ਨੇ ਵਰਤਣੀ ਉਹਨਾਂ ਦੇ ਲਈ ਪ੍ਰੋਪਰ ਯੂਟੀਲਾਈਜੇਸ਼ਨ ਹੋਵੇ। ਇਹਨੂੰ ਅਸੀਂ ਕਹਿੰਦੇ ਹਾਂ ਅੱਜ ਕੱਲ੍ਹ ਤੁਸੀਂ ਦੇਖਿਆ ਆਰਸੀਸੀ ਤੋਂ ਬਿਨਾਂ ਬਿਲਡਿੰਗ ਜਿਹੜੀ ਬਣਾਉਣੀ ਉਹ ਇੰਪੋਸੀਬਲ ਹੈ ਕਿਉਂਕਿ ਹਰੇਕ ਬਿਲਡਿੰਗ ਦੇ ਵਿੱਚ ਜਿੱਦਾਂ ਇਨੋਵੇਸ਼ਨ ਆਪਾਂ ਪੜ੍ਹਿਆ ਇਨੋਵੇਸ਼ਨ ਕੰਸਟਰਕਸ਼ਨ ਦੇ ਵਿੱਚ ਆਰਸੀਸੀ ਦਾ ਬਹੁਤ ਇੰਪੋਰਟੈਂਟ ਰੋਲ ਹੈ। ਉਹ ਤੋਂ ਬਿਨਾਂ ਅਸੀਂ ਅੱਜ ਕੱਲ੍ਹ ਦੀਆਂ ਜਿਹੜੀਆਂ ਮਾਡਰਨ ਲਾਈਫ ਦੀਆਂ ਬਿਲਡਿੰਗਸ ਆ ਉਹ ਨਹੀਂ ਬਣਾ ਸਕਦੇ ਕਿਉਂਕਿ ਸਾਡੀ ਰਿਕੁਆਇਰਮੈਂਟ ਦੇ ਮੁਤਾਬਕ ਅਸੀਂ ਕੰਕਰੀਟ ਨੂੰ ਕਿਸੇ ਸ਼ੇਪ ਵਿੱਚ ਵੀ ਢਾਲ ਸਕਦੇ ਹਾਂ ਜਿੱਦਾਂ ਦਾ ਅਸੀਂ ਡਿਜ਼ਾਈਨ ਚਾਹੁੰਦੇ ਹਾਂ ਜੋ ਅਸੀਂ ਸਟਰਕਚਰ ਚਾਹੁੰਦੇ ਹਾਂ ਜੋ ਅਸੀਂ ਜਿੰਨੀਆਂ ਮੰਜ਼ਿਲਾਂ ਚਾਹੁੰਦੇ ਹਾਂ ਉਹ ਸਾਰਾ ਕੁਝ ਬਣਾ ਸਕਦੇ ਹਾਂ। ਇਹ ਪੋਸੀਬਲ ਤਾਂ ਹੀ ਆ ਜੇ ਅਸੀਂ ਇਹਦੇ ਵਿੱਚ ਆਰਸੀਸੀ ਦਾ ਪ੍ਰਯੋਗ ਕਰਾਂਗੇ। ਆਰਸੀਸੀ ਅੱਜ ਕੱਲ੍ਹ ਮਾਡਰਨ ਲਾਈਫ ਦੇ ਵਿੱਚ ਬਿਲਡਿੰਗ ਬਣਾਉਣ ਲਈ ਬਹੁਤ ਹੀ ਜ਼ਰੂਰੀ ਹੈ। ਇਸ ਤੋਂ ਬਿਨਾਂ ਅਸੀਂ ਕਹਿ ਲਓ ਇਨੋਵੇਟਿਵ ਸਟਰਕਚਰ ਅਸੀਂ ਪੋਸੀਬਲ ਨਹੀਂ ਕਹਿ ਸਕਦੇ ਆਰਸੀਸੀ ਤੋਂ ਬਿਨਾਂ। ਥੈਂਕ ਯੂ ਸਰ ਮੇਰਾ ਇੰਨਾ ਕੀ ਸੀਗਾ ਜੀ। ਬਾਕੀ ਸਾਡੇ ਮੇਰੇ ਕੋਲ ਸੀਨੀਅਰ ਇੰਸਟ੍ਰਕਟਰ ਸਾਹਿਬ ਬੈਠੇ ਆ ਜੇ ਕੋਈ ਐਡ ਕਰਨਾ ਚਾਹੋ ਤਾਂ ਕਰ ਸਕਦੇ ਸਰ। ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ। ਰਣਧੀਰ ਸਿੰਘ ਬੱਲ ਬੋਲਦਾ ਜੀ। ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਜੀ। ਬਹੁਤ ਵਧੀਆ ਤੁਹਾਡਾ ਲੈਕਚਰ ਜੀ। ਆਰਸੀਸੀ ਬਾਰੇ ਤੁਸੀਂ ਦੱਸਿਆ ਬਹੁਤ ਇੰਪੋਰਟੈਂਟ ਟਰਮ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਆ ਕਿਉਂਕਿ ਜਿੱਦਾਂ ਤੁਸੀਂ ਦੱਸ ਰਹੇ ਆ ਸਾਰਾ ਚਲੋ ਸਾਰੇ ਐਸਪੈਕਟ ਤੁਸੀਂ ਲਏ ਆ ਟਾਈਮ ਨੂੰ ਮੁੱਖ ਰੱਖਦੇ ਹੋਏ। ਹੁਣ ਵੀ 1-2 ਮਿੰਟ ਰਹਿ ਗਏ ਆ। ਸੋ ਮੈਂ ਇਹ ਐਡ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਸਟੀਲ ਜਿਹੜਾ ਵਾ ਜਿੱਦਾਂ FE 600 ਮਤਲਬ ਅੱਜ ਕੱਲ੍ਹ ਉਹਨੂੰ CRS ਸਟੀਲ ਕਹਿੰਦੇ ਆ ਕਰੋਜਰ ਰੈਜ਼ਿਸਟਰ ਸਟੀਲ ਆ ਤੇ TMT ਦਾ ਮਤਲਬ ਵੀ ਥਰਮੋ ਮਕੈਨੀਕਲ ਟ੍ਰੀਟਡ ਆ ਉਹ ਤੇ ਟੈਂਸਾਈਲ ਸਟਰੈਂਥ ਉਹਦੀ ਫਿਰ ਜ਼ਿਆਦਾ ਵਾ। ਜਿੰਨੇ ਵੀ ਫਰੇਮ ਸਟਰਕਚਰ ਆ ਸਾਰੇ ਅਰਥਕੁਇਕ ਰੈਜ਼ਿਸਟ ਬਿਲਡਿੰਗ ਬਣਾਉਂਦੇ ਆ ਕਿਉਂਕਿ ਬਿਲਡਿੰਗ ਹੀ ਨੁਕਸਾਨ ਕਰਦੀ ਆ। ਸੀਜ਼ਮਿਕ ਜ਼ੋਨ ਜਿਹੜੇ ਜ਼ਿਆਦਾ ਜਿੱਥੇ ਸੀਜ਼ਮਿਕ ਵੇਵਸ ਆ ਜਿੱਦਾਂ ਗੁਜਰਾਤ ਵਗੈਰਾ ਜਿਹੜੇ ਤੱਟੀ ਹੈਗੇ ਨੇ ਉੱਥੇ ਮਤਲਬ ਯੂਜ਼ ਕੀਤੀ ਜਾਂਦੀ ਹੈ। ਬਹੁਤ ਬਹੁਤ ਥੈਂਕਸ ਸਰ ਬਹੁਤ ਵਧੀਆ ਤੁਹਾਡਾ ਲੈਕਚਰ। ਥੈਂਕ ਯੂ ਅਗੇਨ। ਠੀਕ ਹੈ ਸਰ ਥੈਂਕ ਯੂ। ਹੋਰ ਸਰ ਕੋਈ ਐਡ ਕਰਨੀ ਚਾਹੋ ਵਿੱਚ ਕੋਈ ਮੇਰੇ ਤੋਂ ਕੋਈ ਟੌਪਿਕ ਕੋਈ ਜਾਂ ਕੋਈ ਪੁਆਇੰਟ ਰਹਿ ਗਿਆ ਹੋਵੇ ਤਾਂ ਪਲੀਜ਼ ਐਡ ਕਰ ਸਕਦੇ ਹੋ ਤੁਸੀਂ ਜਾਂ ਕੋਈ ਕਿਸੇ ਦਾ ਕੁਐਸਚਨ ਹੋਵੇ ਆਪਾਂ ਕੁਐਰੀ ਚਾਹਨੇ ਬੱਚਿਆਂ ਦਾ ਜਾਂ ਕੋਈ ਹੋਰ ਕੁਐਸਚਨ ਹੋਵੇ। ਹੈਲੋ ਹੈਲੋ हेलो ਹਾਂਜੀ ਸਰ हेम सर अगर किसी की क्वेरी है तो अपना माइक ऑन करके पूछ सकता है।
ਮੈਂ ਸਰ ਕਿਹਾ ਜੇ ਕੋਈ ਕੁਆਰੀ ਹੈ ਤਾਂ ਪਲੀਜ਼ ਆਪਣਾ ਮਾਈਕ ਔਨ ਕਰਕੇ ਕਰ ਦਿਓ। ਬਾਕੀ ਬਹੁਤ ਵਧੀਆ ਸਰ ਲੈਕਚਰ ਤੁਹਾਡਾ ਸੀਗਾ। ਮੈਂ ਸਰ ਪਹਿਲੀ ਵਾਰੀ ਦਿੱਤਾ ਜੀ ਅੱਜ ਨੀਵੀਂ ਪੰਜਾਬੀ। ਕਿਉਂਕਿ ਬਾਲ ਸਾਹਿਬ ਤਾਂ ਅਕਸਰ ਦਿੰਦੇ ਰਹਿੰਦੇ ਆ, ਇਹਨਾਂ ਦਾ ਵਾਕਈ ਫਲੋ ਹਰ ਚੀਜ਼ ਦੇ ਵਿੱਚ ਬਹੁਤ ਵਧੀਆ ਹੈ। ਤੁਹਾਡੀ ਜੋ presentation ਜੋ ਤੁਸੀਂ ਦੱਸਿਆ ਬਹੁਤ ਵਧੀਆ ਹੈ ਸਰ, ਇਹ ਨਹੀਂ ਬਹੁਤ ਬਹੁਤ ਵਧੀਆ ਸਰ। ਦੇਖੋ ਆਰਸੀਸੀ ਤੇ ਪਲੇਨ ਸੀਮੈਂਟ ਕੰਕਰੀਟ ਸਰ ਨੇ ਦੱਸਿਆ ਵੀ ਮੈਂ ਥੋੜਾ ਪਿੰਡੂ ਜਿਹਾ ਬੰਦਾ ਵਾ ਤੇ ਮਤਲਬ ਆਰਸੀਸੀ ਮੀਨਸ ਰੀਇਨਫੋਰਸ ਸੀਮੈਂਟ ਕੰਕਰੀਟ। ਹੁਣ ਜਿਹੜੀ ਹਾਂਜੀ। ਪੀਸੀਸੀ ਆ ਉਹਦੀ ਕੰਪਰੈਸਿਵ ਸਟਰੈਂਥ ਬਹੁਤ ਜ਼ਿਆਦਾ ਹੀਰੋ ਆ, ਪਰ ਟੈਂਸਾਈਲ ਵਾਲੇ ਪਾਸੇ ਜ਼ੀਰੋ ਆ। ਮੰਨ ਲਓ 20 ਬੰਦੇ ਜੰਗ ਵਿੱਚ ਜਿੱਤਣ ਲਈ ਗਏ ਆ ਤੇ ਉਹ ਉਹਨਾਂ ਕੋਲ ਜਿੱਤੀ ਨਹੀਂ ਗਈ ਤੇ ਆਪਾਂ 20 ਬੰਦੇ ਹੋਰ ਭੇਜਤੇ, ਇਹਦਾ ਮਤਲਬ ਉਹਦੀ ਫੋਰਸ ਆਪਾਂ ਹੋਰ ਵਧਾਤੀ, ਰੀਇਨਫੋਰਸ ਕਰਤੀ। ਸੋ ਵੈਨ ਵੀ ਮਤਲਬ ਜਦੋਂ ਆਪਾਂ ਆਰਸੀਸੀ ਟੈਂਸਾਈਲ ਸਟਰੈਂਥ ਦੇਤੀ ਕੰਕਰੀਟ ਨੂੰ, ਡੈਟ ਇਜ਼ ਆਰਸੀਸੀ। ਸੋ ਅੱਜ ਕੱਲ ਬੜੀ ਇੰਪੋਰਟੈਂਟ ਆ ਕਿਉਂਕਿ M20 ਤੋਂ ਥੱਲੇ ਆਪਾਂ ਆਰਸੀਸੀ ਯੂਜ਼ ਨਹੀਂ ਕਰਦੇ, ਜਿਹੜਾ BIS ਸਟੈਂਡਰਡ ਆ। ਸੋ ਬਹੁਤ ਬਹੁਤ ਵਧੀਆ ਸਰ ਨੇ ਬਹੁਤ ਵਧੀਆ ਦੱਸਿਆ, ਥੈਂਕ ਯੂ। ਤੇ ਸਾਰੇ ਜਣਿਆਂ ਨੇ ਬਹੁਤ ਵਧੀਆ ਲੈਕਚਰ ਦਾ ਮਤਲਬ ਬੈਨੀਫਿਟ ਹੋਊਗਾ ਸਾਰਿਆਂ ਨੂੰ। ਤੇ ਪਰਮਜੀਤ ਸਰ ਵੀ ਬਹੁਤ ਵਧੀਆ ਹੋਸਟ ਕਰਦੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਜੀ। ਤੇ ਖਾਸ ਕਰਕੇ ਪੰਜਾਬੀ ਚੈਨਲ ਦਾ ਜੀ। ਹਾਂਜੀ ਠੀਕ ਹੈ ਜੀ, ਹਾਂਜੀ ਥੈਂਕ ਯੂ ਹੇਮਰਾਜ ਜੀ, ਥੈਂਕ ਯੂ ਸਰ ਜੀ, ਥੈਂਕ ਯੂ ਸਰ। ਥੈਂਕ ਯੂ, ਸੋ ਨਾਈਸ ਆਫ ਯੂ। ਬਸ ਬਹੁਤ ਵਧੀਆ, ਅੱਗੇ ਤੋਂ ਵੀ ਵਧੀਆ ਵਧੀਆ ਲੈਕਚਰ ਦਿੰਦੇ ਰਹੋ ਇਦਾਂ ਦੀ। ਠੀਕ ਹੈ ਸਰ। ਓਕੇ ਸਰ, ਥੈਂਕ ਯੂ ਜੀ। ਓਕੇ।